ਜਿਹੜੀ ਬਾਂਝਪਨ ਦੀ ਸਮੱਸਿਆ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਲਾਈਫਸਟਾਈਲ ਇੰਨਾ ਕੁ ਖਰਾਬ ਹੋ ਗਿਆ, ਇੰਨਾ ਸਟ੍ਰੈਸ ਹੋ ਗਿਆ, ਉਹਦੇ ਨਾਲ ਜਿਹੜੀ ਬਾਂਝਪਨ ਦੇ ਜਿਹੜਾ ਦਰ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਵਧੀ ਜਾ ਰਿਹਾ ਹੈ। ਕਿੰਨੀ ਸਟੱਡੀਜ਼ ਹੋਈਆਂ ਕਿ ਜਿਹੜੇ ਪਹਿਲੇ ਸਿਰਫ 5 ਤੋਂ 6% ਲੋਕ ਬਾਂਝਪਨ ਤੋਂ ਗ੍ਰਸਤ ਸੀ, ਹੁਣ ਅੱਜ ਲੈ ਕੇ ਅਰਾਊਂਡ ਲਗਭਗ 20% ਵੀ ਹੋ ਗਏ। ਮਤਲਬ ਰੇਟ ਜਿਹੜਾ ਹੈ ਬਾਂਝਪਨ ਦਾ ਉਹ ਦੁੱਗਣਾ ਹੋ ਚੁੱਕਿਆ ਹੈ। ਬਿਲਕੁਲ ਬਿਲਕੁਲ। ਤੇ ਜਦ ਵੀ ਇੱਕ ਵਿਆਹੇ ਹੋਏ ਜੋੜੇ ਨੂੰ ਬਿਨਾਂ ਕਿਸੇ ਪ੍ਰੋਟੈਕਸ਼ਨ ਤੋਂ ਲਗਭਗ ਸਾਲ ਤੋਂ ਜ਼ਿਆਦਾ ਹੋ ਜਾਏ ਆਪਸੀ ਸੰਭੋਗ ਕਰਦੇ ਹੋਏ ਤੇ ਉਹਨੂੰ ਸੰਤਾਨ ਸੁਖ ਦੀ ਪ੍ਰਾਪਤੀ ਨਾ ਹੋਏ ਤੇ ਉਹਨੂੰ ਬਾਂਝਪਨ ਦੀ ਸਮੱਸਿਆ ਹੋ ਸਕਦੀ ਹੈ। ਉਹਨੂੰ ਸਹੀ ਟਾਈਮ ਤੇ ਸਹੀ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਜੀ ਬਿਲकुल सही। तो जिवें कि डॉक्टर सुमिता सोफा जी ने कहा कि नॉर्मली अगर किसी कपल ਨੂੰ ਵਿਆਹ ਤੋਂ ਬਾਅਦ 1 ਸਾਲ ਹੋ ਗਿਆ नॉर्मली अपना रिलेशन बनाते हुए, फिजिकल रिलेशन बनाते हुए, लेकिन ਉਹਨਾਂ ਦੀ ਪ੍ਰੈਗਨੈਂਸੀ ਜਾਂ ਕੰਸੀਵ ਨਹੀਂ ਹੋ ਪਾ ਰਿਹਾ ਤਾਂ ਉਹਨਾਂ ਨੂੰ ਜ਼ਰੂਰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਵਾਕਈ ਉਹ ਕਿਸੇ ਪਰੇਸ਼ਾਨੀ ਦੇ ਸ਼ਿਕਾਰ ਹੋ ਚੁੱਕੇ ਨੇ। ਤੇ ਜੇ ਤੁਸੀਂ ਵੀ ਇਸ ਸਮੱਸਿਆ ਨੂੰ ਲੈ ਕੇ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ, ਕਿਸੇ ਸਵਾਲ ਦਾ ਜਵਾਬ ਡਾਕਟਰ ਸੁਮਿਤਾ ਸੋਫਾ ਜੀ ਤੋਂ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਨੋਟ ਕਰ ਲਓ 08699000534। ਇਸ ਤੋਂ ਇਲਾਵਾ ਸਾਡਾ ਇੱਕ ਹੋਰ ਨੰਬਰ ਹੈ 01755061949 ਤੇ ਸਾਡੇ ਪਹਿਲੇ ਕਾਲਰ ਇਸ ਸ਼ੋਅ ਦੇ ਵਿੱਚ ਜੁੜ ਚੁੱਕੇ ਨੇ। ਹੈਲੋ हेलो, हाँ जी सुमिता मैम। हेलो 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 हेलो, हाँ जी सुमिता मैम बोल रहे हैं। ਹਾਂਜੀ ਹਾਂਜੀ ਦੱਸੋ ਕੀ ਪ੍ਰੋਬਲਮ ਹੈ ਤੁਹਾਨੂੰ? नमस्ते मैम। हाँ जी मेरे ना सिस्टर को ना मैम बच्चेदानी दे बाहर वाली साइड ना क्या कह रहे हैं बच्चेदानी में बाहर वाली साइड ਤੁਸੀਂ ਆਪਣਾ ਪ੍ਰਸ਼ਨ ਦਿਖਾ ਸਕਦੇ ਹੋ? हाँ जी मेरे सिस्टर दे ना बच्चेदानी दे एंट्री ते समझ लो दोनों साइडां दे विच मतलब ब्लड ਦੀਆਂ ਗੱਠਾਂ ਸੀਗੀਆਂ। ਹੈਲੋ ਹਾਂ ਕਲੀਅਰ ਨਹੀਂ ਸੀ। ਚਲੋ ਆਪਾਂ ਹੋਰ ਗੱਲ ਕਰਦੇ ਹਾਂ। ਜੀ ਇਹਨਾਂ ਦੀ ਜੋ ਆਡੀਓ ਸਾਡੇ ਤੱਕ ਪ੍ਰੋਪਰ ਨਹੀਂ ਪਹੁੰਚ ਸਕੀ। ਚਲੋ ਅਸੀਂ ਇਹ ਸਭ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਕਾਲਰ ਸਾਨੂੰ ਕਾਲ ਕਰਦੇ ਨੇ ਆਪਣੇ ਟੀਵੀ ਦੀ ਵੋਲਿਊਮ ਵੀ ਘੱਟ ਦੇਣ ਤੇ ਇੱਕ ਰੇਂਜ ਵਾਲੀ ਜਗ੍ਹਾ ਵਿੱਚ ਆ ਕੇ ਸਾਡੇ ਨਾਲ ਗੱਲ ਕਰਨ। ਹਾਂਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜੋ ਕਪਲਸ ਆਉਂਦੇ ਨੇ, ਤੁਸੀਂ ਸਿੰਪਟਮਸ ਦੱਸੇ ਕਿ ਹਾਂ ਕਿ 1 ਸਾਲ ਦੇ ਅੰਦਰ ਅਗਰ ਨਹੀਂ ਕੰਸੀਵ ਹੋ ਪਾ ਰਿਹਾ ਮੀਨਸ ਵਾਕਈ ਕੋਈ ਪ੍ਰੋਬਲਮ ਆ ਗਈ ਹੈ। ਤਾਂ ਸ਼ੁਰੂਆਤ ਵਿੱਚ ਜਦੋਂ ਕਪਲਸ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਪ੍ਰੋਬਲਮ ਆ ਗਈ ਹੈ, ਵਾਕਈ ਉਹ ਬਾਂਝਪਨ ਦੇ ਸ਼ਿਕਾਰ ਹੋ ਗਏ ਨੇ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾਉਣਾ ਚਾਹੀਦਾ ਹੈ? ਦੇਖੋ ਜਦ ਵੀ ਕਿਸੇ ਕਪਲ ਨੂੰ ਬਾਂਝਪਨ ਦੀ ਸਮੱਸਿਆ ਆਈ ਹੈ, ਉਹਨੂੰ ਲੱਗ ਰਿਹਾ ਕਿ ਉਹਦੇ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਹੋ ਰਹੀ ਤੇ ਉਹਨੂੰ ਚੰਗੇ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਕਿਸੇ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ। ਡਾਕਟਰ ਡਿਸਾਈਡ ਕਰੇਗਾ ਕਿ ਕਿਹੜੇ ਟੈਸਟਾਂ ਦੀ ਲੋੜ ਹੈ ਤੇ ਕਿਵੇਂ ਉਹਨਾਂ ਨੂੰ ਬੱਚਾ ਲੈਣਾ ਚਾਹੀਦਾ ਹੈ। ਮਤਲਬ ਕਹਿਣ ਦਾ ਮਤਲਬ ਹੈ ਕਿ ਕਿਸੇ ਕੁਆਲੀਫਾਈਡ ਡਾਕਟਰ ਤੋਂ ਜ਼ਰੂਰ ਇਲਾਜ ਕਰਾਉਣਾ ਚਾਹੀਦਾ ਹੈ। ਘਰੇ ਬੈਠ ਕੇ ਜੇ 1 ਸਾਲ ਵਿੱਚ ਨਹੀਂ ਬੱਚਾ ਹੋ ਰਿਹਾ ਤੇ ਹੋ ਸਕਦਾ ਹੈ ਪਰੇਸ਼ਾਨੀ ਆਏ ਤੇ ਉਸ ਤੋਂ ਬਿਹਤਰ ਹੈ ਤੁਸੀਂ ਸਹੀ ਟਾਈਮ ਤੇ ਸਹੀ ਇਲਾਜ ਕਰਾ ਲਓ। ਬਿਲਕੁਲ ਸਹੀ ਕਿਹਾ ਤੁਸੀਂ ਕਿ ਬਜਾਏ ਇਸ ਦੇ ਕਿ ਅਸੀਂ ਪਰੇਸ਼ਾਨੀ ਨੂੰ ਹੋਰ ਵਧਾ ਦਈਏ, ਹੋਰ ਟਾਈਮ ਦੇਵਾਂਗੇ, ਜਿੰਨਾ ਟਾਈਮ ਦਿੰਦੇ ਜਾਵਾਂਗੇ ਉਨੀ ਹੀ ਪ੍ਰੋਬਲਮ ਵੱਧਦੀ ਜਾਏਗੀ, ਉਨਾ ਹੀ ਇਸਦਾ ਇਲਾਜ ਮੁਸ਼ਕਿਲ ਹੁੰਦਾ ਜਾਏਗਾ। ਸਹੀ ਟਾਈਮ ਤੇ ਸਹੀ ਮਾਹਿਰ ਡਾਕਟਰ ਨੂੰ ਮਿਲੋ ਤੇ ਆਪਣਾ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ। ਤੇ ਡਾਕਟਰ ਜੀ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗੀ ਕਿ ਲੇਡੀਜ਼ ਵਿੱਚ ਖਾਸ ਤੌਰ ਤੇ ਕਿਹੜੀ ਪ੍ਰੋਬਲਮਸ ਨੇ ਜੋ ਆਮ ਤੌਰ ਤੇ ਪਾਈਆਂ ਜਾਂਦੀਆਂ? ਦੇਖੋ ਜਿਹੜੀ ਬਾਂਝਪਨ ਸਮੱਸਿਆ ਹੈ ਉਹਦੇ ਵਿੱਚ ਆਦਮੀ ਵੀ ਜ਼ਿੰਮੇਵਾਰ ਹੈ ਬਰਾਬਰ ਦਾ, ਵਾਈਫ ਵੀ ਜ਼ਿੰਮੇਵਾਰ ਹੈ। ਜੇ ਆਪਾਂ 100% ਤੋਂ ਦੇਖੀਏ ਤੇ ਲਗਭਗ 40% ਜਿਹੜੇ ਕਾਰਨ ਹੈ ਆਦਮੀਆਂ ਵਿੱਚ ਹੁੰਦੇ ਆ, 40% ਜਿਹੜੇ ਕਾਰਨ ਹੈ ਔਰਤਾਂ ਵਿੱਚ ਹੁੰਦੇ ਆ। ਔਰਤਾਂ ਵਿੱਚ ਬਾਂਝਪਨ ਦਾ ਜਿਹੜਾ ਪ੍ਰਮੁੱਖ ਕਾਰਨ ਹੈ, ਦੇਖੋ 3 ਚੀਜ਼ਾਂ ਮੇਨ ਰਿਕੁਆਇਰਡ ਹੁੰਦੀ ਹੈ। ਬੱਚੇਦਾਨੀ ਠੀਕ ਹੋਣੀ ਚਾਹੀਦੀ ਹੈ, ਆਂਡੇਦਾਨੀ ਠੀਕ ਹੋਣੀ ਚਾਹੀਦੀ ਹੈ ਤੇ ਤੀਜੀ ਜਿਹੜੀ ਹੈ ਟਿਊਬਾਂ ਨਾਰਮਲ ਹੋਣੀਆਂ ਚਾਹੀਦੀਆਂ। ਕਿਤੇ ਵੀ ਜਦ ਵੀ ਸਮੱਸਿਆ ਆਏਗੀ ਤਾਂ ਪ੍ਰੋਬਲਮ ਆ ਸਕਦੀ ਹੈ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਬੱਚੇਦਾਨੀ ਦੀ। ਕੋਈ ਵੀ ਜਿਹੜੀ ਸਮੱਸਿਆ ਬੱਚੇਦਾਨੀ ਦੀ, ਸਭ ਤੋਂ ਪਹਿਲਾਂ ਤਾਂ ਸਾਈਜ਼ ਦੇਖਿਆ ਜਾਂਦਾ ਹੈ ਬੱਚੇਦਾਨੀ ਦਾ ਕਿ ਉਹ ਨਾਰਮਲ ਹੈ ਕਿ ਨਹੀਂ ਹੈ, ਉਹਦੀ ਤਹਿ ਠੀਕ ਹੈ ਬੱਚੇਦਾਨੀ ਦੀ ਕਿ ਨਹੀਂ ਠੀਕ। ਤੀਜੀ ਜਿਹੜੀ ਗੱਲ ਆਪਾਂ ਬੱਚੇਦਾਨੀ ਵਿੱਚ ਦੇਖਦੇ ਹਾਂ ਕਿ ਕੋਈ ਬੱਚੇਦਾਨੀ ਵਿੱਚ ਕਿਸੇ ਵੀ ਤਰ੍ਹਾਂ ਦੀ ਰਸੌਲੀਆਂ ਤਾਂ ਨਹੀਂ ਹੈ। ਜੇ ਰਸੌਲੀਆਂ ਹਨ ਤਾਂ ਰਸੌਲੀਆਂ ਦੀ ਕੀ ਪੋਜੀਸ਼ਨ ਹੈ, ਉਹ ਰਸੌਲੀ ਫਰਦਰ ਇੰਟਰਫੇਅਰ ਕਰੇਗੀ ਪ੍ਰੈਗਨੈਂਸੀ ਵਾਸਤੇ ਕਿ ਨਹੀਂ ਕਰੇਗੀ। ਫਿਰ ਉਸ ਤੋਂ ਬਾਅਦ ਆ ਗਈ ਜਿਹੜੀ ਟਿਊਬਾਂ ਦੀ ਜਾਂਚ ਹੈ। ਜਿਹੜੀ ਬੱਚੇਦਾਨੀ ਦੀ ਜਾਂਚ ਹੈ ਉਸ ਇੱਕ ਅੱਛਾ ਅਲਟਰਾਸਾਊਂਡ, ਇੱਕ ਟ੍ਰਾਂਸਵੈਜਾਈਨਲ ਸੋਨੋਗ੍ਰਾਫੀ ਦੇ ਨਾਲ ਪਤਾ ਲੱਗ ਸਕਦਾ ਹੈ। ਅੱਜ ਕੱਲ ਹੋਰ ਵੀ ਨਈ ਮਸ਼ੀਨਾਂ ਆ ਗਈਆਂ ਜਿਵੇਂ 4D ਮਸ਼ੀਨ ਆ ਗਈ ਅਲਟਰਾਸਾਊਂਡ ਦੀ, ਸਾਨੂੰ ਬਿਲਕੁਲ ਹੀ ਅੰਦਰ ਪਤਾ ਲੱਗ ਜਾਂਦਾ ਕਿ ਤਹਿ ਠੀਕ ਹੈ, ਕੋਈ ਪੋਲਿਪ ਤਾਂ ਨਹੀਂ, ਕੋਈ ਬੱਚੇਦਾਨੀ ਦੇ ਅੰਦਰ ਰਸੌਲੀ ਤਾਂ ਨਹੀਂ ਹੈ, ਉਹ ਬਹੁਤ ਕਲੀਅਰ ਨਜ਼ਰ ਆ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟਿਊਬਾਂ ਦੀ। ਟਿਊਬਸ ਦੀ ਗੱਲ ਕਰਦੇ ਹਾਂ ਅਸੀਂ। ਫਿਲਹਾਲ ਸਾਡੇ ਇੱਕ ਕਾਲਰ ਨੇ। ਹੈਲੋ 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 ਹਾਂਜੀ ਡਾਕਟਰ। ਹੈਲੋ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਅਸੀਂ ਪੀਲੀਭੀਤ ਤੋਂ ਬੋਲਦੇ ਹਾਂ, ਯੂਪੀ ਚੋਂ। ਤੁਹਾਡੀ ਆਵਾਜ਼ ਸਾਡੇ ਤੱਕ ਪ੍ਰੋਪਰ ਨਹੀਂ ਪਹੁੰਚ ਪਾ ਰਹੀ ਹੈ। ਯੂਪੀ ਚੋਂ ਬੋਲਦਾ, ਪੀਲੀਭੀਤ ਤੋਂ।
हेलो ਹੈਲੋ यूपी जो बोल रहे हैं पीलीभीत तो यूपी तो बोल रहे हैं। ਜੀ ਜੀ ਕੀ ਪਰੇਸ਼ਾਨੀ ਹੈ ਤੁਹਾਡੀ? मेरी वाइफ के ट्यूब च बच्चा पिछली एक तरह पहले प्रेग्नेंट हुई थी तो ट्यूब च चले गया थी, दोबारा फिर ट्यूब चले गया, दोवें ट्यूबा खत्म हो गया, ट्यूबा तो बंद खोलनिया पईयां ट्यूबा जो बच्चा चिपक गया जाके। की कह रहे हैं ਜੀ ਇਹਨਾਂ ਦੀ ਵਾਈਫ ਦੀ ਪ੍ਰੋਬਲਮ ਦੱਸ ਰਹੇ ਨੇ ਇਹ। की प्रॉब्लम वाइफ दस रहे हैं, की मेनू ट्यूबा आवाज नहीं आ रही। ट्यूबा च बच्चा चिपक गया सी। ਟਿਊਬਾਂ ਵਿੱਚ ਪ੍ਰੋਬਲਮ ਹੈ ਨਾ? हाँ जी ਆਪਾਂ ਹੁਣ ਟਿਊਬਾਂ ਦੀ ਗੱਲ ਹੀ ਕਰ ਰਹੇ ਹਾਂ। ਇਹ ਟਿਊਬਾਂ ਬਲੌਕਡ ਹੈ। ਕਿੰਨੀ ਉਮਰ ਹੈ ਤੁਹਾਡੀ ਵਾਈਫ ਦੀ? 28 साल। 28 ਸਾਲ। ਤੁਸੀਂ ਕਿਹੜੇ ਚੈੱਕ ਕਰਾਇਆ? ਕਿਵੇਂ ਪਤਾ ਲੱਗਿਆ ਕਿ ਟਿਊਬਾਂ ਦੀ ਪ੍ਰੋਬਲਮ ਹੈ ਜੀ? ट्यूबा च बच्चा होया सी, ट्यूब च फस गया जाके चिपक गया सी। ਅੱਛਾ ਇਕਟੋਪਿਕ ਪ੍ਰੈਗਨੈਂਸੀ ਦੀ ਪ੍ਰੋਬਲਮ ਹੈ ਤੇ ਇਹਦਾ ਮਤਲਬ ਹਾਂਜੀ। ਜਿਹੜੀ ਹੈ ਇਹਨਾਂ ਦੀ ਅੱਗੇ ਜਾ ਕੇ ਵੀ ਇਹਨਾਂ ਨੂੰ ਇਕਟੋਪਿਕ ਪ੍ਰੈਗਨੈਂਸੀ ਦੀ ਪ੍ਰੋਬਲਮ ਆ ਸਕਦੀ ਹੈ। ਉਸ ਸਾਈਡ ਦੀ दोवें ट्यूबा दोवें साइडा दी खत्म हो गई, ਦੋਨੋਂ ਖਤਮ ਹੋ ਗਿਆ ਤਾਂ ਫਿਰ ਤਾਂ ਤੁਹਾਡੇ ਕੋਲ ਇੱਕੋ ਹੀ ਰਾਹ ਹੈ ਜਿਹੜਾ ਕਿ ਟੈਸਟ ਟਿਊਬ ਬੇਬੀ ਦਾ ਰਾਹ ਹੈ, ਉਹਦੇ ਨਾਲ ਹੀ ਤੁਹਾਡੇ ਪ੍ਰੈਗਨੈਂਸੀ ਹੋ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। अच्छा ਜੀ ਜਿਵੇਂ ਕਿ ਆਪਾਂ ਵੀ ਗੱਲ ਕਰ ਹਾਂ ਰਹੇ ਹੁਣ ਸੀ ਟਿਊਬਾਂ ਦੀ ਗੱਲ ਮੈਂ ਕਰ ਰਹੀ ਜੀ। ਸੀ ਕਿ ਦੇਖੋ ਜਦ ਵੀ ਟਿਊਬ ਬਲੌਕ ਹੋ ਜਾਂਦੀ ਹੈ ਤੇ ਪ੍ਰੈਗਨੈਂਸੀ ਨਹੀਂ ਹੁੰਦੀ। ਜੀ ਹਾਂ ਟਿਊਬਾਂ ਕਿਸ ਕਾਰਨ ਬਲੌਕ ਹੁੰਦੀ ਹੈ? ਕਈ ਕਾਰਨ ਹੁੰਦੇ ਆ ਟਿਊਬਾਂ ਦੇ। ਇਨਫੈਕਸ਼ਨ ਹੋ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ, ਮਤਲਬ ਇੱਕ ਲੇਡੀ ਨੂੰ ਕ੍ਰੋਨਿਕ ਇਨਫੈਕਸ਼ਨ ਹੈ, ਪਾਣੀ ਪੈਂਦਾ ਹੈ ਥੱਲੇ, ਕੋਈ ਖਾਰਿਸ਼ ਹੁੰਦੀ ਹੈ ਤੇ ਉਹ ਇਨਫੈਕਸ਼ਨ ਅਲਟੀਮੇਟਲੀ ਟਿਊਬਾਂ ਵਿੱਚ ਚਲੀ ਜਾਂਦੀ ਹੈ ਤੇ ਜੀ। ਟਿਊਬ ਬਲੌਕ ਹੋ ਸਕਦੀ ਹੈ। ਜੀ ਦੂਜਾ ਜਿਹੜਾ ਟਿਊਬ ਬਲੌਕੇਜ ਦਾ ਕਾਰਨ ਹੈ ਉਹ ਹੈ ਨਲਾਂ ਦੀ ਟੀਬੀ ਹੋਣੀ। ਠੀਕ ਹੈ, ਉਹ ਨਲਾਂ ਦੀ ਟੀਬੀ ਦੇ ਕੋਈ ਸਿੰਪਟਮਸ ਨਹੀਂ ਹੁੰਦੇ, ਥੱਲੇ ਹਲਕੀ ਹਲਕੀ ਦਰਦ ਹੋ ਸਕਦੀ ਹੈ ਤੇ ਟਿਊਬਾਂ ਬੰਦ ਹੋ ਸਕਦੀ ਹੈ। ਜੀ ਤੀਜਾ ਜਿਹੜਾ ਹੈ ਐਂਡੋਮੈਟ੍ਰੀਓਸਿਸ ਦੇ ਨਾਲ ਵੀ ਟਿਊਬਾਂ ਜਿਹੜੀ ਹੈ ਉਹ ਬੰਦ ਹੋ ਸਕਦੀ ਹੈ। ਜੀ ਆਪਾਂ ਕਿਵੇਂ ਜਾਂਚ ਕਰ ਸਕਦੇ ਹਾਂ ਟਿਊਬਾਂ ਖੁੱਲੀਆਂ ਹੈ ਕਿ ਬੰਦ ਹੈ? ਇੱਕ ਤਾਂ ਅਲਟਰਾਸਾਊਂਡ ਦੇ ਜ਼ਰੀਏ, ਜਿਵੇਂ ਜਿਹਨੂੰ ਆਪਾਂ ਸੋਨੋਸਾਲਪਿੰਗੋਗ੍ਰਾਫੀ ਕਹਿੰਦੇ ਆ। ਜੀ ਜੀ ਦੂਸਰਾ ਐਕਸ-ਰੇ ਦੇ ਜ਼ਰੀਏ ਜਿਹਨੂੰ ਆਪਾਂ HSG ਕਹਿੰਦੇ ਆ। ਜੀ ਠੀਕ ਹੈ, ਉਹ ਕਾਫੀ ਪੇਨਫੁਲ ਪ੍ਰੋਸੀਜਰ ਵੀ ਹੈ। ਅਗਰ ਪੇਸ਼ੈਂਟ ਨੂੰ ਨਾ ਬੇਹੋਸ਼ੀ ਕੀਤੀ ਜਾਵੇ ਤਾਂ ਹੋ ਸਕਦਾ ਬਹੁਤ ਪੇਨ ਹੋਏ। ਜੀ। ਤੀਜਾ ਜਿਹੜਾ ਹੈ ਤਰੀਕਾ ਚੈੱਕ ਕਰਨ ਦਾ ਉਹ ਹੈ ਲੈਪਰੋਸਕੋਪਿਕਲੀ। ਜੀ। ਅਸੀਂ ਪੇਟ ਵਿੱਚ ਇੱਕ ਚੀਰਾ ਲਾ ਕੇ, ਇੱਕ ਟਾਂਕਾ ਲਾ ਕੇ ਦੂਰਬੀਨ ਪਾਉਂਦੇ ਆ ਪੇਟ ਵਿੱਚ ਤੇ ਦੇਖਦੇ ਆ ਕਿ ਟਿਊਬਾਂ ਠੀਕ ਹੈ ਕਿ ਨਹੀਂ। ਜੀ 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 ਤੀਜੀ ਜਿਹੜੀ ਪ੍ਰਮੁੱਖ ਰਿਕੁਆਇਰਮੈਂਟ ਹੈ ਉਹ ਅੰਡੇਦਾਨੀਆਂ ਠੀਕ ਹੋਣਾ। ਠੀਕ ਹੈ ਨਾ, ਅੰਡੇਦਾਨੀ ਠੀਕ ਹੋਏਗੀ ਫਿਰ ਹੀ ਅੰਡਾ ਬਣੇਗਾ। ਜੀ ਸਭ ਤੋਂ ਪਹਿਲਾਂ ਲੇਡੀ ਦੀ ਅੰਡੇਦਾਨੀ ਨੂੰ ਚੈੱਕ ਕਰਨ ਵਾਸਤੇ ਲੇਡੀ ਦੇ ਹਾਰਮੋਨਸ ਦੀ ਜਾਂਚ ਹੁੰਦੀ ਹੈ। ਸਾਰੇ ਹਾਰਮੋਨਸ ਦੇਖੇ ਜਾਂਦੇ ਆ ਕਿ ਕੋਈ ਪ੍ਰੋਬਲਮ ਤਾਂ ਨਹੀਂ, ਅੰਡੇਦਾਨੀਆਂ ਦਾ ਸਾਈਜ਼ ਠੀਕ ਹੈ, ਬਲੱਡ ਫਲੋ ਠੀਕ ਹੈ। ਠੀਕ ਹੈ, ਅੰਡੇਦਾਨੀ ਵਿੱਚ ਕਿਸੇ ਤਰ੍ਹਾਂ ਦੀ ਰਸੌਲੀ ਤਾਂ ਨਹੀਂ ਹੈ। ਠੀਕ। ਇਹ ਹੈ ਲੇਡੀਜ਼ ਦਾ ਪੂਰਾ ਚੈੱਕਅਪ, ਮਤਲਬ ਕਿ ਬੇਸਲਾਈਨ ਚੈੱਕਅਪ ਹੈ। ਉਸ ਤੋਂ ਬਾਅਦ ਡਿਟੇਲ ਜਿਵੇਂ ਜਿਵੇਂ ਪ੍ਰੋਬਲਮ ਆਏਗੀ ਹੋਰ ਡਿਟੇਲ ਚੈੱਕਅਪ ਹੋ ਸਕਦਾ ਹੈ। ਜੀ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਟਿਊਬਸ ਬੰਦ ਹੋ ਜਾਂਦੀ ਹੈ ਤਾਂ ਫਿਰ ਕੋਈ ਹੋਰ ਰਸਤਾ ਰਹਿ ਨਹੀਂ ਜਾਂਦਾ ਕਿ ਆਪਰੇਸ਼ਨ ਦੇ ਜਾਂ ਦਵਾਈ ਦੇ ਜ਼ਰੀਏ ਟਿਊਬਸ ਖੁੱਲ ਸਕਦੀਆਂ ਨੇ? ਦੇਖੋ ਜਦ ਵੀ ਕਿਸੇ ਲੇਡੀ ਦੀ ਮੰਨ ਲਓ ਟਿਊਬ ਬਲੌਕ ਹੈ, ਠੀਕ ਹੈ, ਇਸ ਕੇਸ ਵਿੱਚ ਤਾਂ ਟਿਊਬਾਂ ਕੱਢ ਹੀ ਦਿੱਤੀਆਂ ਸੀ। ਜੀ। ਦੇਖੋ ਐਕਟੋਪਿਕ ਪ੍ਰੈਗਨੈਂਸੀ ਮੀਨਸ ਟਿਊਬ ਵਿੱਚ ਬੱਚਾ ਠਹਿਰ ਗਿਆ, ਟਿਊਬਾਂ ਉਹਨਾਂ ਨੇ ਕੱਢ ਦਿੱਤੀਆਂ। ਜੀ ਠੀਕ ਹੈ, ਜਾਂ ਕਿਸੇ ਲੇਡੀ ਦੀ ਟਿਊਬ ਬੰਦ ਕਰ ਦਿੱਤੀ ਹੈ, ਮਤਲਬ ਉਹਦੀ ਫੈਮਿਲੀ ਕੰਪਲੀਟ ਹੋ ਗਈ ਹੈ, ਬੱਚੇ ਹੋ ਗਏ ਹੈ, ਪਰ ਕਿਸੇ ਅਣਹੋਣੀ ਦੇ ਕਾਰਨ ਬੱਚਿਆਂ ਨੂੰ ਕੋਈ ਨੁਕਸਾਨ ਹੋ ਗਿਆ ਤੇ ਟਿਊਬਾਂ ਬੰਦ ਹੈ ਲੇਡੀ ਦੀ। ਜੀ। ਇਹੋ ਜਿਹੇ ਕੇਸਿਸ ਵਿੱਚ ਟੈਸਟ ਟਿਊਬ ਬੇਬੀ ਦਾ ਕਾਫੀ ਵਧੀਆ ਰੋਲ ਹੈ। ਮਤਲਬ ਜੀ। ਕਿ ਆਪਾਂ ਜਿਹੜਾ ਕੰਮ ਟਿਊਬ ਵਿੱਚ ਹੋਣਾ ਹੈ ਉਹ ਅਸੀਂ ਟੈਸਟ ਟਿਊਬ ਬੇਬੀ ਲੈਬੋਰਟਰੀ ਵਿੱਚ ਕਰ ਰਹੇ ਹਾਂ। ਜੀ, ਜੀ, ਜੀ। ਲੇਡੀ ਦਾ ਭਰੂਣ ਜਿਹੜਾ ਉਹ ਬਾਹਰ ਬਣੇਗਾ, ਇਨਕੂਬੇਟਰਸ ਵਿੱਚ ਬਣੇਗਾ ਤੇ ਫਿਰ ਉਹ ਬੱਚੇਦਾਨੀ ਵਿੱਚ ਰੱਖਿਆ ਜਾਏਗਾ। ਜੀ 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 ਜੇ ਟਿਊਬਾਂ ਬਿਲਕੁਲ ਹੀ ਮਾਈਨਰ ਬਲੌਕੇਡ ਹੈ, ਬਿਲਕੁਲ ਬੱਚੇਦਾਨੀ ਦੇ ਕੋਲ ਬਲੌਕ ਹੈ, ਪਾਸ ਤੇ ਪਾਣੀ ਨਹੀਂ ਭਰਿਆ ਹੋਇਆ ਜੀ, ਟਿਊਬਾਂ ਵਿੱਚ, ਤਾਂ ਜੀ। ਫਿਰ ਲੈਪਰੋਸਕੋਪਿਕ ਜਾਂ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਕਰ ਸਕਦੇ ਆ। ਜੀ। ਮਤਲਬ ਕੋਈ ਚੀਰਾ ਟਾਂਕੇ ਦੀ ਲੋੜ ਨਹੀਂ ਹੈ, ਕੋਈ ਨਹੀਂ। ਮੱਲਮ ਪੱਟੀ ਦੀ ਲੋੜ ਨਹੀਂ ਹੈ, ਆਪਾਂ ਥੱਲੋਂ ਦੂਰਬੀਨ ਪਾਵਾਂਗੇ ਤੇ ਟਿਊਬਾਂ ਖੁੱਲ ਯਾਨੀ ਸਕਦੀ ਹੈ। ਚਾਂਸ ਹੁੰਦਾ ਇੱਕ ਤਰ੍ਹਾਂ ਦਾ ਚਾਂਸ ਬਿਲਕੁਲ, ਹੁੰਦਾ ਕਿ ਉਹ ਦੇਖਿਆ ਜਾਂਦਾ ਕਿ ਲੇਡੀ ਦੀ ਏਜ ਠੀਕ ਹੈ, ਮਤਲਬ ਕਿ ਉਹ ਵੇਟ ਕਰ ਸਕਦੀ ਹੈ ਪ੍ਰੈਗਨੈਂਸੀ ਵਾਸਤੇ। ਜੀ। ਮਤਲਬ ਇੱਕ ਸਹੀ ਡਾਕਟਰ ਡਿਸਾਈਡ ਕਰੇਗਾ ਕਿ ਟਿਊਬਾਂ ਖੁੱਲ ਸਕਦੀ ਹੈ ਕਿ ਨਹੀਂ ਖੁੱਲ ਸਕਦੀ ਹੈ। ਜੇ ਬਿਲਕੁਲ। ਨਹੀਂ ਖੁੱਲ ਸਕਦੀ ਹੈ ਤਾਂ ਫਿਰ ਟੈਸਟ ਟਿਊਬ ਬੇਬੀ ਹੋਏਗਾ। ਜੀ ਬਿਲਕੁਲ ਬਿਲਕੁਲ ਤੇ ਜਿਨ੍ਹਾਂ ਦੀ ਟਿਊਬਸ ਬੰਦ ਹੋ ਚੁੱਕੀਆਂ ਨੇ ਉਹਨਾਂ ਨੂੰ ਹਤਾਸ਼ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਵੀ ਅਗਰ ਇੱਕ ਮਾਹਿਰ ਡਾਕਟਰ ਕੋਲ ਜਾਣਗੇ ਤਾਂ ਉਹਨਾਂ ਨੂੰ ਸਹੀ ਰਸਤਾ ਜ਼ਰੂਰ ਦਿਖ ਜਾਏਗਾ ਤੇ ਉਹਨਾਂ ਦੇ ਘਰ ਵਿੱਚ ਵੀ ਖੁਸ਼ੀਆਂ ਜ਼ਰੂਰ ਆ ਸਕਦੀਆਂ ਨੇ। ਤੇ ਇਸ ਦੇ ਨਾਲ ਹੀ ਟਿਊਬਸ ਬੰਦ ਹੋਈਆਂ, ਤੁਸੀਂ ਕਿਹਾ ਕਿ ਅਗਰ ਕੋਈ ਵੀ ਚਾਂਸ ਨਹੀਂ ਰਹਿੰਦਾ ਤਾਂ ਆਪਾਂ ਉਹਨਾਂ ਨੂੰ ਇੰਜੈਕਟ ਕਰ ਸਕਦੇ ਹਾਂ ਅੰਦਰ ਟੈਸਟ ਟਿਊਬ ਬੇਬੀ ਦੇ ਜ਼ਰੀਏ। ਤਾਂ ਉਸ ਤੋਂ ਬਾਅਦ ਜਿਵੇਂ ਬੱਚੇਦਾਨੀ ਵਿੱਚ ਕਿਸ ਤਰ੍ਹਾਂ ਦੀ ਪ੍ਰੋਬਲਮਸ ਆਉਂਦੀਆਂ ਨੇ ਹੋਰ? ਹਾਂ ਬੱਚੇਦਾਨੀ ਵਿੱਚ ਮੈਂ ਦੱਸਿਆ ਤਾਂ ਜਿਵੇਂ ਰਸੌਲੀਆ ਹੋ ਗਿਆ, ਸਪੋਜ਼ਿੰਗ ਇੱਕ ਪੇਸ਼ੈਂਟ ਹੈ ਉਹਦੀ ਕਦੇ ਮਾਹਵਾਰੀ ਨਹੀਂ ਸ਼ੁਰੂ ਹੋਈ, ਜੀ। ਠੀਕ ਹੈ, ਜਾਂ ਮਾਹਵਾਰੀ ਆ ਕੇ ਛੇਤੀ ਖਤਮ ਹੋ ਗਈ ਹੈ, ਜਾਂ ਬੱਚੇਦਾਨੀ ਦਾ ਜਿਹੜਾ ਸਾਈਜ਼ ਹੈ ਉਹ ਖਤਮ ਹੋ ਗਿਆ, ਉਹ ਤੈਅ ਜੀ। ਨਹੀਂ ਠੀਕ ਬਣ ਰਹੀ, ਜੀ। ਮਤਲਬ ਤੈਅ ਨਹੀਂ ਪਕੜ ਰਹੀ ਬੱਚਾ, ਤੇ ਆਪਾਂ ਬੱਚੇਦਾਨੀ ਦੀ ਤੈਅ ਬਣਾਵਾਂਗੇ, ਪੇਸ਼ੈਂਟ ਨੂੰ ਹਾਰਮੋਨਸ ਦੇ ਟੀਕੇ ਵਗੈਰਾ ਲੱਗਣਗੇ। ਠੀਕ ਹੈ, ਫਿਰ ਉਹਦਾ ਪ੍ਰੋਸੀਜਰ ਕੀਤਾ ਜਾਏਗਾ ਤਾਂ ਭਰੂਣ ਬੱਚੇਦਾਨੀ ਵਿੱਚ ਰੱਖਿਆ ਜਾਏਗਾ। ਜੀ।
ਫਿਰ ਦੂਜਾ ਜਿਹੜਾ ਪ੍ਰਮੁੱਖ ਕਾਰਨ ਹੈ ਬੱਚੇਦਾਨੀ ਵਿੱਚ ਰਸੌਲੀਆਂ ਹੋ ਗਈ ਹੈ ਕਿਸੇ ਹਾਂਜੀ। ਲੇਡੀ ਦੀ। ਸਭ ਤੋਂ ਪਹਿਲਾਂ ਇੱਕ ਬਾਹਰ ਡਾਕਟਰ ਦੇਖੇਗਾ ਕਿ ਰਸੌਲੀਆਂ ਕਿੰਨੇ ਵੱਡੀਆਂ ਹੈ, ਠੀਕ ਹੈ, ਉਹ ਰਸੌਲੀਆਂ ਇੰਟਰਫੇਅਰ ਕਰਦੀਆਂ ਹੈ ਕਿ ਨਹੀਂ ਕਰਦੀ। ਹਰ ਰਸੌਲੀ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜੀਆਂ ਰਸੌਲੀਆਂ ਬਹੁਤ ਵੱਡੀਆਂ ਸਾਈਜ਼ ਦੀ ਹੋ ਜਾਂਦੀ ਹੈ, ਜਿਹੜੀ ਇੰਟਰਫੇਅਰ ਕਰਨਗੀ ਪ੍ਰੈਗਨੈਂਸੀ ਵਾਸਤੇ, ਜੀ। ਸਿਰਫ ਉਹਨਾਂ ਦਾ ਕੱਢਣ ਦਾ ਫਾਇਦਾ ਹੈ। ਜੀ। ਤੇ ਜਦ ਕਿਸੇ ਵੀ ਪੇਸ਼ੈਂਟ ਨੂੰ ਰਸੌਲੀ ਕਢਾਣੀ ਚਾਹੀਦੀ ਹੈ, ਚੰਗੇ ਡਾਕਟਰ ਕੋਲ ਜਾਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਬੱਚੇਦਾਨੀ ਵੀ ਕੱਢੀ ਜਾ ਸਕਦੀ ਹੈ। ਮਤਲਬ ਚੰਗਾ ਡਾਕਟਰ ਹਮੇਸ਼ਾ ਬਿਲਕੁਲ। ਬੱਚੇਦਾਨੀ ਬਚਾ ਕੇ ਹੀ ਰੱਖੇਗਾ, ਬਿਲकुल, ਤਾਂ ਕਿ बिल्कुल। ਕਿਉਂਕਿ ਅੱਗੇ ਫਰਟੀਲਿਟੀ ਰੱਖਣੀ ਹੈ, ਠੀਕ ਹੈ ਨਾ। बिल्कुल मतलब अच्छे डॉक्टर तो कराएंगे, वो बच्चेदानी ਨੂੰ नुकसान नहीं होने देगा। बिल्कुल बिल्कुल, बहुत ही नाजुक जो मामला होता है, इसलिए बहुत ऐसे बार बार मैं नहीं चीज कहना चाहती कि इसलिए बहुत जरूरी होता है कि तुम एक एक्सपर्ट डॉक्टर को जाओ जिसनों एक्सपीरियंस होवे पूरा, ताकि एक परेशानी खत्म होने की जगह दूसरी परेशानी नवी जो है शुरू ना हो जाए। तो साडे कॉलर लाइन ते जुड़ चुके ने। हेलो हेलो, हाँ जी, की नाम है जी ਤੁਹਾਡਾ? हाँ जी, मैं प्रीति बोल रही हूँ मैम, नमस्ते। हाँ जी, ਕਿਹੜੀ जगह तो बोल रहे हो? नमस्ते जी। मैम मैं दिल्ली से बोल रही हूँ। जी, की परेशानी है ਤੁਹਾਡੀ? मैडम मैंने ना पीसीओडी है, तो मैंने ना बच्चा नहीं हो रहा, डेट टाइम से नहीं आती। हाँ, इन्होंने देखो हुण अंडेदानी दी ਤੁਹਾਨੂੰ प्रीति आपको अंडेदानियों की समस्या है। हुण अब आपके ना अंडे नहीं बन रहे, जो पॉलीसिस्टिक ओवरीज है उसमें छोटी छोटी रसौलियां बन जाती है, अंडेदानियां च छोटी छोटी रसौलियां बन जाती है और पानी वाली होती है, ਇਸ ਕਰਕੇ ਉਹਨੂੰ ਪੋਲੀਸਿਸਟਿਕ ਕਹਿੰਦੇ ਆ। ਇਹਦੇ ਨਾਲ ਇਹਨਾਂ ਦਾ ਵਜ਼ਨ ਵੀ ਵੱਧ ਸਕਦਾ ਹੈ, ਸਰੀਰ ਦੇ ਵਾਲ ਵੀ ਆ ਸਕਦੇ ਆ ਜੀ। ਤੇ ਅੰਡਾ ਨਹੀਂ ਬਣੇਗਾ। ਇਹਨਾਂ ਨੂੰ ਸਾਰੇ ਆਪਣੇ ਹਾਰਮੋਨਲ ਜਾਂਚ ਕਰਾਣੀ ਚਾਹੀਦੀ ਹੈ। ਤੁਸੀਂ ਸਾਰੇ ਆਪਣੇ ਹਾਰਮੋਨਸ ਦੇ ਟੈਸਟ ਕਰਾਓ, ਜਿਹੜੀ ਵੀ ਕਮੀ ਪੇਸ਼ੀ ਹੋਏਗੀ ਡਾਕਟਰ ਦਵਾਈ ਦੇ ਕੇ ਹਾਰਮੋਨਸ ਦੇ ਟੀਕੇ ਲਾਏਗਾ, ਫਿਰ ਤੁਹਾਡੇ ਅੰਡੇ ਬਣਨਗੇ। ਜੀ, ਜਿਵੇਂ ਕਿ ਇਹਨਾਂ ਨੇ ਕਿਹਾ थायराइड भी है, ਜੀ, थायराइड भी है मैंने। थायराइड भी है ਇਹਨਾਂ ਨੂੰ। देखिए वो तो फिर हार्मोनल इम्बैलेंस हो गया ना, तो थायराइड तो दवाई के नाल कंट्रोल हो जाएगा। एक बार थायराइड कंट्रोल होएगा तो प्रेगनेंसी हो सकती है। जी बिल्कुल बिल्कुल। तो जिਵੇਂ कि ਕਾਲ ਕੱਟ ਗਈ ਹੈ ਮੇਰੇ ਖਿਆਲ ਵਿੱਚ। ਜਿਵੇਂ ਕਿ ਇਹਨਾਂ ਨੇ ਕਿਹਾ ਕਿ ਅੰਡੇ ਨਹੀਂ ਬਣਦੇ ਨੇ, ਤਾਂ ਉਸਦੇ ਨਾਲ ਉਸਦੇ ਵਿੱਚ ਕਿਆ ਦਵਾਈਆਂ ਆਪਣਾ ਰੋਲ ਅੱਛਾ ਅਦਾ ਕਰਦੀਆਂ ਨੇ ਕਿ ਦਵਾਈਆਂ ਲੈਣ ਤੋਂ ਬਾਅਦ ਉਹਨਾਂ ਦੇ ਅੰਡੇ ਬਣਨੇ ਸ਼ੁਰੂ ਹੋ ਜਾਂਦੇ ਲੇਡੀਜ਼ 'ਚ? बिल्कुल, जे किसी लेडी ਦੇ अंडे नहीं बन रहे, सब तो पहला देखना पड़ेगा कि अंडेदानियां फेल तो नहीं होईਆਂ। ਜੇ ਮੰਨ ਲਓ ਕਿਸੇ ਲੇਡੀ ਦੇ ਅੰਡੇਦਾਨੀਆਂ ਫੇਲ ਹੋ ਗਈਆਂ, ਜਿਹਨੂੰ ਆਪਾਂ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਕਹਿੰਦੇ ਆ, ਜਿਵੇਂ ਇੱਕ ਲੇਡੀ ਦੇ ਅੰਡੇਦਾਨੀਆਂ ਇੱਕ 50 ਸਾਲ ਦੀ ਲੇਡੀ ਵਰਗੀਆਂ ਹੋ ਗਈ ਹੈ, ਮਤਲਬ ਉਹਦੀ ਏਜ ਤਾਂ ਘੱਟ ਹੈ ਪਰ ਅੰਡੇਦਾਨੀਆਂ ਆਪਣਾ ਫੰਕਸ਼ਨ ਛੱਡ ਗਈਆਂ, ਉਹਨੂੰ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਕਹਿੰਦੇ ਆ। ਉਹ ਜਿਹੇ ਕੇਸਿਸ ਵਿੱਚ ਅੰਡੇ ਨਹੀਂ ਬਣ ਸਕਦੇ। ਜਿਹੜੇ ਅੰਡੇ ਆ ਉਹ ਅੰਡਾ ਬੈਂਕ ਤੋਂ ਲੈਣੇ ਪੈਣਗੇ। ਪਰ ਅਗਰ ਇੱਕ ਲੇਡੀ ਨੂੰ ਅੰਡੇ ਬਣਨ ਦੀ ਸਮੱਸਿਆ ਆ ਰਹੀ ਹੈ, ਉਹਦੇ ਹਾਰਮੋਨਸ ਦੀ ਕਮੀ ਹੈ, ਤਾਂ ਡੈਫੀਨੇਟਲੀ ਮੈਡੀਸਿਨ ਰੋਲ ਪਲੇ ਕਰਦੀਆਂ ਨੇ। ਮੈਡੀਸਿਨਸ ਆਉਂਦੀਆਂ, ਟੀਕੇ ਆਉਂਦੇ ਆ, ਬਹੁਤ ਵਧੀਆ ਵਧੀਆ ਟੀਕੇ ਆਉਂਦੇ ਆ ਜਿਹਦੇ ਨਾਲ ਆਪਾਂ ਅੰਡੇ ਬਣਾ ਸਕਦੇ ਆ। ਜੀ ਜੀ। ਤੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਪਹਿਲਾਂ ਟੈਸਟ ਟਿਊਬ ਬੇਬੀ ਦਾ ਆਪਾਂ ਟ੍ਰੀਟਮੈਂਟ ਕਹਿੰਦੇ ਆ, ਇਸ ਦੇ ਵਿੱਚ ਕਿੰਨੇ ਕਿਹੜੇ ਟੈਸਟ ਤੋਂ ਬਾਅਦ ਕਲੀਅਰ ਹੋ ਜਾਂਦਾ ਹੈ ਕਿ ਇਸ ਇਨਸਾਨ ਨੂੰ ਜਾਂ ਇਸ ਕਪਲ ਨੂੰ ਹੁਣ ਟੈਸਟ ਟਿਊਬ ਬੇਬੀ ਟ੍ਰੀਟਮੈਂਟ ਹੀ ਲੈਣਾ ਪਏਗਾ? देखो, टेस्ट ट्यूब बेबी के कई इंडिकेशंस होंदी है। सब तो पहला जो एक तो लॉन्ग स्टैंडिंग इनफर्टिलिटी, मतलब कि बहुत साल हो गए पेशेंट दे, मतलब 20 साल हो गया, 22 साल हो गया मैरिज ਨੂੰ, ਉਹਦੇ ਪ੍ਰੈਗਨੈਂਸੀ ਨਹੀਂ ਹੋ ਰਹੀ ਜਾਂ ਟਿਊਬਾਂ ਬਿਲਕੁਲ ਬੰਦ ਹੋ ਗਈਆਂ, ਟਿਊਬਾਂ ਖੁੱਲ ਹੀ ਨਹੀਂ ਸਕਦੀਆਂ, ਠੀਕ ਹੈ, ਜਿਹਨੂੰ ਆਪਾਂ ਪਰਮਨੈਂਟ ਟਿਊਬਲ ਡੈਮੇਜ ਕਹਿੰਦੇ ਆ, ਜਾਂ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਹੈ, ਜਾਂ ਫਿਰ ਹਸਬੈਂਡ ਦਾ ਸੀਮਨ ਕਾਊਂਟ ਘੱਟ ਹੈ। ਇਹੋ ਜਿਹੇ ਕੇਸਿਸ ਵਿੱਚ ਟੈਸਟ ਟਿਊਬ ਬੇਬੀ ਕਾਫੀ ਕੰਮ ਹੈ, ਮਤਲਬ ਹੈਲਪਫੁਲ ਰਹੇਗਾ ਪੇਸ਼ੈਂਟਸ ਵਾਸਤੇ। ਜੀ ਜੀ ਬਿਲਕੁਲ। ਤੇ ਕਈ ਕਪਲ ਹੁੰਦੇ ਨੇ ਕਿ ਜੋ ਟੈਸਟ ਟਿਊਬ ਬੇਬੀ ਦਾ ਟ੍ਰੀਟਮੈਂਟ ਸ਼ੁਰੂ ਕਰਵਾਉਂਦੇ ਆ, ਫਸਟ ਟਾਈਮ ਕਰਵਾਉਂਦੇ ਨੇ, ਉਹਨਾਂ ਨੂੰ ਸਹੀ ਰਿਜ਼ਲਟ ਨਹੀਂ ਮਿਲਦੇ, ਸੈਕੰਡ ਟਾਈਮ ਕਰਵਾਉਂਦੇ ਸਹੀ ਰਿਜ਼ਲਟ ਨਹੀਂ ਮਿਲਦੇ, ਤਾਂ ਉਹਨਾਂ ਨੂੰ ਕਿੰਨੀ ਕੁ ਦੇਰ ਵੇਟ ਕਰਨੀ ਚਾਹੀਦੀ ਹੈ, ਕਿੰਨੀ ਕੁ ਵਾਰ ਇਹ ਟ੍ਰੀਟਮੈਂਟ ਰਿਪੀਟ ਕਰਵਾਉਣਾ ਚਾਹੀਦਾ ਹੈ? देखो, सब तो पहला ਜਿਹੜਾ ਵੀ ਕੋਈ ਬਾਂਝਪਨ ਦਾ ਗ੍ਰਸਤ ਕਪਲ ਹੈ, ਮਤਲਬ ਜਿਹਨੂੰ ਕਿ ਇਨਫਰਟੀਲਿਟੀ ਦੀ ਪ੍ਰੋਬਲਮ ਹੈ, ਉਹਨੂੰ ਸਭ ਤੋਂ ਪਹਿਲਾਂ ਡਿਸਾਈਡ ਕਰਨਾ ਚਾਹੀਦਾ ਹੈ ਕਿ ਉਹਨੇ ਕਿਸ ਥਾਂ ਜਾ ਕੇ ਟ੍ਰੀਟਮੈਂਟ ਲੈਣਾ ਹੈ। ਮਤਲਬ ਹਮੇਸ਼ਾ ਚੰਗੀ ਥਾਂ ਤੋਂ ਵਧੀਆ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਦਾ ਹੈ, ਜਿਹਨੂੰ ਤਜਰਬਾ ਹੈ ਇਸ ਚੀਜ਼ ਵਿੱਚ, ਠੀਕ ਹੈ ਨਾ, ਕਿ ਡਾਕਟਰ ਅਵੇਲੇਬਲ ਹੋਏ ਤੁਹਾਡੇ ਵਾਸਤੇ। ਤਜਰਬੇ ਦੇ ਨਾਲ ਨਾਲ ਕਿ IVF ਲੈਬੋਰੇਟਰੀ ਵਧੀਆ ਹੈ, ਡਾਕਟਰ ਕੋਲ ਸਾਰੀ ਫੈਸਿਲਿਟੀਜ਼ ਹੈ ਕਿ ਨਹੀਂ ਹੈ, ਇਹ ਸਾਰੀ ਚੀਜ਼ਾਂ ਦੇਖਣੀਆਂ ਚਾਹੀਦੀਆਂ। ਤੇ ਮੰਨ ਲਓ ਅਗਰ ਇੱਕ ਕਪਲ ਦਾ ਉਹਨੇ ਟੈਸਟ ਟਿਊਬ ਬੇਬੀ ਕਰਾਇਆ, ਉਹਦਾ ਫੇਲ ਹੋ ਗਿਆ, ਠੀਕ ਹੈ, ਅਗਰ ਤਾਂ ਉਸ ਹਸਪੀਟਲ ਵਿੱਚ ਫ੍ਰੀਜ਼ਿੰਗ ਦੀ ਫੈਸਿਲਿਟੀ ਹੋਏਗੀ, ਮਤਲਬ ਕਿ ਉਹਦੇ ਜਿਹੜੇ ਐਕਸਟਰਾ ਭਰੂਣ ਹੈ, ਐਕਸਟਰਾ ਬੱਚੇ ਬਣੇ ਹੋਏ ਆ, ਉਹ ਆਪਾਂ ਫ੍ਰੀਜ਼ ਕਰ ਸਕਦੇ ਆ। ਜੀ, ਮਤਲਬ ਕਿ ਨੈਕਸਟ ਸਾਈਕਲ ਵਿੱਚ ਪੇਸ਼ੈਂਟ ਨੂੰ ਜਿਹੜਾ ਹੈ
ਕੋਈ ਟੀਕੇ ਲਗਾਉਣ ਦੀ ਲੋੜ ਨਹੀਂ ਪਏਗੀ, ਜੀ। ਉਹਦੇ ਸਿੱਧੇ ਬੱਚੇ ਜਿਹੜੇ ਬੱਚੇ ਪਏ ਆ ਉਹ ਬੱਚੇਦਾਨੀ ਵਿੱਚ ਰੱਖੇ ਜਾਣਗੇ। ਜੀ, ਸੋ ਜੀ। ਫ੍ਰੀਜ਼ਿੰਗ ਦੀ ਫੈਸਿਲਿਟੀ ਬਹੁਤ ਇੰਪੋਰਟੈਂਟ ਹੈ, ਨੰਬਰ 1। ਨੰਬਰ 2, ਟੈਸਟ ਟਿਊਬ ਬੇਬੀ ਤੋਂ ਉੱਪਰਲੀ ਵੀ ਬਹੁਤ ਟੈਕਨੀਕਸ ਆ ਗਈਆਂ, ਜੀ। ਠੀਕ ਹੈ ਕਿ ਖਾਲੀ ਟੈਸਟ ਟਿਊਬ ਬੇਬੀ ਵਿੱਚ ਕਾਮਯਾਬੀ ਦੀ ਦਰ ਸਿਰਫ ਜਿਹੜਾ 20-25% ਹੈ, ਜੀ। ਪਰ ਜਿਹੜੀ ਨਿਊ ਟੈਕਨੀਕਸ ਆ ਗਈਆਂ ਜਿਵੇਂ ਕਿ ਇਕਸੀ ਆ ਗਈ ਹੈ, ਐਮਸੀ ਆ ਗਈ ਹੈ, ਲੇਜ਼ਰ ਹੈਚਿੰਗ ਆ ਗਿਆ, ਬਲਾਸਟੋਸਿਸਟ ਕਲਚਰ ਆ ਗਿਆ, ਜੀ। ਇਹਦੇ ਨਾਲ ਜਿਹੜਾ ਹੈ ਕਾਮਯਾਬੀ ਦਰ ਅਰਾਊਂਡ 70% ਪਹੁੰਚ ਗਿਆ ਹੈ। ਮਤਲਬ ਕਿ ਜੇ ਅਸੀਂ 100 ਪੇਸ਼ੈਂਟ ਦਾ ਟੈਸਟ ਟਿਊਬ ਬੇਬੀ ਕਰਾਂਗੇ ਤੇ 70% ਆਲਰੇਡੀ ਸਕਸੈਸਫੁਲ ਹੋਏਗਾ। ਜੀ। ਠੀਕ ਹੈ, ਬਿਲਕੁਲ, ਬਿਲਕੁਲ ਸਹੀ ਮਤਲਬ ਬਾਤ ਹੈ। 70% ਤੋਂ ਹੁਣ 70% ਤੱਕ ਪਹੁੰਚ ਗਿਆ। ਪਰ ਇੱਕ ਪੇਸ਼ੈਂਟ ਨੂੰ ਦੇਖਣਾ ਪਏਗਾ ਸਭ ਤੋਂ ਪਹਿਲਾਂ ਕਿ ਇਹ ਜਿੱਥੋਂ ਟੈਸਟ ਉਹ ਕਰਾ ਰਿਹਾ ਹੈ ਸਾਰਾ ਕੁਝ, ਉੱਥੇ ਸਾਰੀ ਫੈਸਿਲਿਟੀਜ਼ ਹੈ ਕਿ ਨਹੀਂ ਹੈ। ਬਿਲਕੁਲ ਬਿਲਕੁਲ ਤਦੇ ਹੀ ਉਹਦਾ ਫਾਇਦਾ ਹੋਏਗਾ। ਤੇ ਜੇ ਕਪਲ ਇੱਕ ਵਾਰ ਕਰਾ ਚੁੱਕਿਆ ਟੈਸਟ ਟਿਊਬ ਬੇਬੀ, ਉਹ ਨਹੀਂ ਸਕਸੈਸਫੁਲ ਹੋਇਆ, ਉਹਨੂੰ ਹਤਾਸ਼ ਹੋ ਕੇ ਘਰੇ ਨਹੀਂ ਬੈਠਣਾ ਚਾਹੀਦਾ। ਜੀ। ਠੀਕ ਹੈ, ਟੈਸਟ ਟਿਊਬ ਬੇਬੀ ਤੁਸੀਂ 2 ਵਾਰ ਕਰਾ ਸਕਦੇ ਹੋ, 4 ਵਾਰ ਕਰਾ ਸਕਦੇ ਹੋ, 5 ਵਾਰ ਵੀ ਕਰਾ ਸਕਦੇ ਹੋ, ਇਹੋ ਜੀ ਕੋਈ ਮਨਾਹੀ ਨਹੀਂ ਹੁੰਦੀ। ਜੀ। ਪਰ ਬਕਾਇਦਾ ਡਾਕਟਰ ਨੂੰ ਤੁਸੀਂ ਦੇਖਣਾ ਚਾਹੀਦਾ ਕਿ ਡਾਕਟਰ ਡਿਸਾਈਡ ਕਰੇ ਕਿ ਕਿਉਂ ਨਹੀਂ ਹੋ ਰਿਹਾ, ਕਿਉਂਕਿ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ ਕਿ ਟੈਸਟ ਟਿਊਬ ਬੇਬੀ ਕਿਉਂ ਫੇਲ ਹੋ ਗਿਆ ਹੈ। ਉੱਥੇ ਹੀ ਇੰਪਲਾਂਟੇਸ਼ਨ ਫੇਲਿਅਰ ਹੈ, ਤੇ ਜੀ। ਫਿਰ ਅੱਗੇ ਜਾ ਕੇ ਆਪਾਂ ਨੇ ਉਸ ਨੂੰ ਕਿਵੇਂ ਪ੍ਰੀਵੈਂਟ ਕਰਨਾ ਹੈ ਕਿ ਜਦ ਦੁਬਾਰਾ ਟੈਸਟ ਟਿਊਬ ਬੇਬੀ ਕਰੀਏ ਨਿਰਾਸ਼ਾ ਨਾ ਮਿਲੇ ਪੇਸ਼ੈਂਟ ਨੂੰ। ਬਿਲਕੁਲ ਸਹੀ। ਤੇ ਉੱਥੇ ਹੀ ਇੱਕ ਮਾਹਿਰ ਡਾਕਟਰ ਦਾ ਜੋ ਐਕਸਪੀਰੀਅੰਸ ਦਾ ਕੰਮ ਆਉਂਦਾ ਹੈ ਕਿ ਅਗਰ ਕਿਸੇ ਕਪਲ ਨੂੰ ਬਾਰ-ਬਾਰ ਨਿਰਾਸ਼ਾ ਹੋ ਰਹੀ ਹੈ, ਉਹ ਨਹੀਂ ਕਨਸੀਵ ਕਰ ਪਾ ਰਹੇ, ਪ੍ਰੈਗਨੈਂਸੀ ਨਹੀਂ ਹੋ ਪਾ ਰਹੀ ਹੈ, ਤਾਂ ਉੱਥੇ ਹੀ ਇੱਕ ਮਾਹਿਰ ਡਾਕਟਰ ਦੀ ਜੋ ਐਕਸਪਰਟਾਈਜ਼ ਦਾ ਕੰਮ ਆਉਂਦੀ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਮਨ ਬਣਾ ਹੀ ਲਿਆ ਕਿ ਤੁਸੀਂ ਬਾਜਮਨ ਦੇ ਸ਼ਿਕਾਰ ਹੋ, ਤੁਸੀਂ ਮਨ ਬਣਾਇਆ ਕਿ ਤੁਸੀਂ ਹੁਣ ਆਪਣਾ ਇਲਾਜ ਕਰਵਾਉਣਾ ਹੈ, ਟੈਸਟ ਟਿਊਬ ਬੇਬੀ ਜਾਂ ਕੋਈ ਵੀ ਟ੍ਰੀਟਮੈਂਟ ਅੱਗੋਂ ਲੈਣਾ, ਤਾਂ ਸ਼ੁਰੂਆਤ ਕੀਤੀ ਹੈ ਤਾਂ ਇੱਕ ਅੱਛੇ ਡਾਕਟਰ ਨਾਲ ਸ਼ੁਰੂਆਤ ਕਰਨੀ ਚਾਹੀਦੀ ਤਾਂ ਕਿ ਇੱਕ ਅੱਛੇ ਰਸਤੇ ਵੱਲ ਤੁਰੀਏ, ਰੁਕਾਵਟਾਂ ਘੱਟ ਆਉਣ ਤੇ ਜਲਦੀ ਹੀ ਆਪਣੀ ਮੰਜ਼ਿਲ ਤੇ ਪਹੁੰਚੀਏ। ਜੀ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਟੈਸਟ ਟਿਊਬ ਬੇਬੀ ਤੋਂ ਬਾਅਦ ਵੀ ਅਗਰ ਕਈਆਂ ਨੂੰ ਸਫਲਤਾ ਨਹੀਂ ਮਿਲਦੀ, ਅੱਗੇ ਹੋਰ ਵੀ ਕਈ ਟ੍ਰੀਟਮੈਂਟਸ ਨੇ, ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ, ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਹੁਣ ਫਿਲਹਾਲ ਇੱਕ ਸਾਡੇ ਕਾਲਰ ਲਾਈਨ ਤੇ ਆ ਚੁੱਕੇ ਨੇ। ਹੈਲੋ ਹੈਲੋ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਹਾਂ, ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ, ਮੈਂ ਪਟਿਆਲੇ ਤੋਂ ਬੋਲ ਰਿਹਾ ਜੀ। ਹਾਂਜੀ, ਕੀ ਪਰੇਸ਼ਾਨੀ ਹੈ ਤੁਹਾਨੂੰ? ਹਾਂਜੀ। ਕੀ ਪਰੇਸ਼ਾਨੀ, ਕੀ ਸਮੱਸਿਆ ਤੁਹਾਨੂੰ? ਨਹੀਂ, ਮੇਰੀ ਬੇਟੀ ਦੀ ਸਮੱਸਿਆ ਹੈ ਜੀ, ਇਸ ਤਰ੍ਹਾਂ ਕਿ ਉਹ ਪਹਿਲਾਂ ਤਾਂ ਇੱਥੇ ਪਟਿਆਲੇ ਮੈਰਿਡ ਸੀ ਜੀ। ਉਹ ਜਿਹਨਾਂ ਨਾਲ ਮੈਰਿਡ ਸੀ ਉਹ ਬਾਈ ਚਾਂਸ ਸਾਨੂੰ ਡਰਗ ਐਡਿਕਟ ਨਿਕਲ ਆਇਆ ਜੀ। ਉਹ ਫਿਰ ਐਕਸਪਾਇਰ ਹੋ ਗਿਆ। ਅੱਛਾ ਜੀ। 8 ਸਾਲ ਬਾਅਦ ਦੁਬਾਰਾ ਉਹਦੀ ਰੀਮੈਰਿਜ ਕਰਵਾਈ ਹੈ ਜੀ ਇੱਥੇ ਚੰਡੀਗੜ੍ਹ। ਉਹ ਫਿਰ ਦੂਸਰਾ ਸਾਲ ਹੋ ਗਿਆ ਫੈਬਰਵਰੀ ਸੈਕਿੰਡ, ਫਿਰ ਵੀ ਇਸ਼ੂ ਦੀ ਪ੍ਰੋਬਲਮ ਆ ਰਹੀ ਹੈ ਜੀ। ਉਹ ਪੀਏ ਵੀ ਚੈੱਕ ਕਰਿਆ, ਬਿਲਕੁਲ ਨਾਰਮਲ ਹੈ, ਫਿਰ ਪਤਾ ਨਹੀਂ ਕਿਉਂ ਪ੍ਰੋਬਲਮ ਆ ਰਹੀ ਹੈ। ਹਸਬੈਂਡ ਵਾਈਫ ਦੋਨਾਂ ਦਾ ਚੈੱਕਅਪ ਕਰਾ ਲਿਆ ਜੀ ਤੁਸੀਂ? ਸਾਰੇ ਟੈਸਟ ਕਰਾ ਲਏ? ਪਹਿਲਾਂ ਤਾਂ ਤੁਸੀਂ ਓਪੀਨੀਅਨ ਲਓ ਕਿ ਸਾਰੇ ਟੈਸਟ ਹੋ ਗਏ ਹੈ ਕਿ ਨਹੀਂ ਹੋਏ। ਜੇ ਫਿਰ ਵੀ ਨਹੀਂ ਬੱਚਾ ਹੋ ਰਿਹਾ ਤਾਂ ਤੁਹਾਨੂੰ ਵੇਟ ਨਹੀਂ ਕਰਨਾ ਚਾਹੀਦਾ, ਕੋਈ ਚੰਗਾ ਇਲਾਜ ਜ਼ਰੂਰ ਕਰਾ ਲੈਣਾ ਚਾਹੀਦਾ, ਕਿਉਂਕਿ ਇਹੋ ਜਿਹੇ ਕੇਸਿਸ ਵੀ ਹੁੰਦੇ ਜਿਹਨੂੰ ਆਪਾਂ ਅਨਨੋਨ ਕਾਜ਼ਸ ਕਹਿੰਦੇ ਹਾਂ, ਜਿਹੜੇ ਕਿ 8 to 10% ਕਪਲਸ ਵਿੱਚ ਪਾਏ ਜਾਂਦੇ ਆ ਕਿ ਸਾਨੂੰ ਕੋਈ ਰੀਜ਼ਨ ਨਹੀਂ ਮਿਲਦਾ ਫਿਰ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ, ਤੇ ਇਹਨਾਂ ਵਾਸਤੇ ਵਧੀਆ ਇਲਾਜ ਜਿਵੇਂ ICSI ਹੁੰਦੇ ਆ, ਤੁਸੀਂ ਉਹ ਕਰਾਓ, ਉਹ ਬੈਟਰ ਰਹੇਗਾ, ਉਹਦੇ ਨਾਲ ਸਕਸੈਸ ਵੀ ਮਿਲ ਜਾਏਗਾ। ਕਿਉਂਕਿ 8 ਸਾਲ ਪਹਿਲਾਂ ਸੈਕਿੰਡ ਮੈਰਿਜ ਹੈ, ਤਣਾਅ ਵੀ ਜ਼ਿਆਦਾ ਹੋਏਗਾ, ਸਟ੍ਰੈਸ ਹੋਏਗਾ, ਫੈਮਿਲੀ ਪ੍ਰੈਸ਼ਰ ਹੋਏਗਾ, ਤੇ ਬੈਟਰ ਹੈ ਕੋਈ ਟ੍ਰੀਟਮੈਂਟ ਕਰਾ ਕੇ ਬੱਚਾ ਲੈ ਲਓ, ਉਹ ਸਾਰਾ ਕੁਝ ਠੀਕ ਹੋ ਜਾਏਗਾ ਫਿਰ। ਜੀ, ਜਿਵੇਂ ਕਿ ਹੁਣੇ ਤੁਸੀਂ ਗੱਲ ਕੀਤੀ ICSI ਵਿਧੀ ਔਰ IMSI ਵਿਧੀ ਬਾਰੇ, ਉਹ ਵੀ ਚਾਹਾਂਗੇ ਅਸੀਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਕਈ ਲੋਕ ਸਮਝਦੇ ਨੇ ਕਿ ਅਸੀਂ ਟੈਸਟ ਟਿਊਬ ਬੇਬੀ ਕਰਵਾ ਕੇ ਦੇਖਿਆ ਜੀ, ਕਈ ਵਾਰ ਕਰਵਾਇਆ, ਸਾਨੂੰ ਤਾਂ ਉਹਦੇ ਵਿੱਚ ਵੀ ਸਫਲਤਾ ਨਹੀਂ ਮਿਲੀ, ਤਾਂ ਵੀ ਸਾਡਾ ਹੁਣ ਕੋਈ ਵੀ ਰਿਜ਼ਲਟ ਅੱਗੋਂ ਨਹੀਂ ਨਿਕਲ ਸਕਦਾ। ਤੇ ਤੁਸੀਂ ਦੱਸਿਆ ਕਿ ਇਸ ਤੋਂ ਉੱਪਰ ਦੀਆਂ ਵੀ ਜੋ ਟ੍ਰੀਟਮੈਂਟਸ ਹੈ, ਤਾਂ ਉਹਨਾਂ ਬਾਰੇ ਵੀ ਉਹਨਾਂ ਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਜੋ ਹਤਾਸ਼ ਹੋ ਚੁੱਕੇ ਨੇ, ਜੋ ਸੋਚਦੇ ਨੇ ਕਿ ਸ਼ਾਇਦ ਉਹਨਾਂ ਲਈ ਕੋਈ ਵੀ ਆਸ਼ਾ ਦੀ ਕਿਰਨ ਨਹੀਂ ਹੈ। ਦੇਖੋ, ਸਭ ਤੋਂ ਪਹਿਲਾਂ ਜਿਹੜਾ ਮੈਂ ਦੱਸਣਾ ਚਾਹੂੰਗੀ, ਜਿਹੜੀ ਆ ਪ੍ਰੋਸੀਜਰਸ ਹੈ ਬਿਲਕੁਲ ਟੈਸਟ ਟਿਊਬ ਵਰਗੇ ਹੈ, ਪੇਸ਼ੈਂਟ ਦੇ ਵੈਸੇ ਹੀ ਅੰਡੇ ਕੱਢੇ ਜਾਂਦੇ ਆ। ਆ ਜਿਹੜਾ ਸਾਰਾ ਕੰਮ ਹੈ ਇੱਕ ਸੁਪਰ ਸਪੈਸ਼ਲਿਟੀ ਲੈਬ ਵਿੱਚ ਹੁੰਦਾ ਹੈ, ਮਤਲਬ ਕਿ ਉੱਥੇ ਸਪੈਸ਼ਲਾਈਜ਼ਡ ਲੈਬ ਹੁੰਦੀ ਹੈ, ਸਪੈਸ਼ਲ ਭਰੂਣ ਵਿਗਿਆਨਿਕ ਹੁੰਦਾ ਹੈ ਜਿਹਨੂੰ ਬਹੁਤ ਜ਼ਿਆਦਾ ਤਜਰਬਾ ਹੈ ਚੀਜ਼ਾਂ ਦਾ, ਠੀਕ ਹੈ। ਤੇ ਹਮੇਸ਼ਾ ਉਹ ਥਾਂ ਤੇ ਜਿੱਥੇ ਅੱਛੀ ਮਸ਼ੀਨਰੀ ਹੈ, ਇਕਵਿਪਮੈਂਟ ਹੈ, ਇੰਟਰਨੈਸ਼ਨਲ ਸਟੈਂਡਰਡਸ ਹੈ, ਟ੍ਰੇਨਡ ਐਮਬ੍ਰੀਓਲੋਜਿਸਟ ਹੈ, ਉੱਥੇ ਹੀ ਕਰਾਉਣਾ ਚਾਹੀਦਾ ਹੈ ਜੀ। ਅੱਜ ਦੀ ਡੇਟ ਵਿੱਚ ਜਿਹੜਾ ਕਿ ICSI ਵਿਧੀ ਮੈਂ ਬਾਰੇ ਗੱਲ ਕਰ ਰਹੀ ਹਾਂ, ਜਿਹੜਾ ਕਿ ਆਦਮੀ ਜਿਹਦੇ ਆਪਣੇ ਸ਼ੁਕਰਾਣੂ ਨਿਲ ਹੈ, ਠੀਕ ਹੈ, ਵੀਰਜ ਵਿੱਚ ਨਿਲ ਆ ਰਿਹਾ ਹੈ, ਉਹ ਵੀ ਆਪਣਾ ਬੱਚਾ ਲੈ ਸਕਦਾ ਹੈ, ਆਪਣੀ ਔਲਾਦ ਲੈ ਸਕਦਾ ਹੈ ਜੀ। ICSI ਵਿਧੀ ਇਜ਼ ਅ ਬੋਨ ਫॉर देम, ਠੀਕ ਹੈ। ਆਪਾਂ ਜੇ ਉਹਨਾਂ ਦੇ ਗੋਲੀਆਂ ਵਿੱਚ ਸਪਰਮਸ ਬਣ ਰਹੇ ਆ, ਇੱਕ ਵੀ ਸਪਰਮ ਮਿਲ ਗਿਆ ਜਾਂ 5 ਸਪਰਮ ਵੀ ਸਾਨੂੰ ਮਿਲ ਗਏ ਵਧੀਆ ਕੁਆਲਿਟੀ ਦੇ, ਤੇ ਅਸੀਂ ਲੇਡੀ ਦੇ ਐਗ ਕੱਢ ਕੇ ਬੱਚਾ ਬਣਾ ਕੇ ਅੰਦਰ ਬੱਚੇਦਾਨੀ ਵਿੱਚ ਰੱਖ ਸਕਦੇ ਆ, ਠੀਕ ਹੈ। ਇਹਨੂੰ ICSI ਵਿਧੀ ਕਹਿੰਦੀ ਹੈ। ਜਾਂ ਇੱਕ ਆਦਮੀ ਦੇ ਸ਼ੁਕਰਾਣੂ ਇੰਨੇ ਐਬਨੋਰਮਲ ਹੈ, ਠੀਕ ਹੈ, ਨਾਰਮਲ ਟੈਸਟ ਟਿਊਬ ਬੇਬੀ ਉਹਦਾ ਫੇਲ ਹੋ ਰਿਹਾ ਹੈ,
ਜੀ ਠੀਕ ਹੈ, ਕਿਉਂਕਿ ਜਿਹੜੇ ਭਰੂਣ ਨਹੀਂ ਬਣ ਰਹੇ ਐਬਨੋਰਮਲ ਸ਼ੁਕਰਾਣੂਆਂ ਨਾਲ, ਇਮਸੀ ਵਿਧੀ ਦੇ ਰਾਹੀਂ ਆਪਾਂ ਸਿਲੈਕਟ ਕਰ ਸਕਦੇ ਹਾਂ ਕਿ ਸਭ ਤੋਂ ਵਧੀਆ ਸਪਰਮ ਕਿਹੜਾ ਹੈ ਜਿਹੜਾ ਬੱਚਾ ਬਣਾ ਸਕਦਾ ਹੈ। ਜੀ। ਮਤਲਬ ਕਿ ਉਹ ਜਿਹੜਾ ਸ਼ੁਕਰਾਣੂ ਹੈ ਇੰਨੇ ਟਾਈਮ ਮੈਗਨੀਫਾਈ ਹੋ ਜਾਏਗਾ, ਸਾਨੂੰ ਪਤਾ ਲੱਗ ਜਾਏਗਾ ਕਿ ਉਹ ਬੱਚਾ ਬਣਾ ਸਕਦਾ ਹੈ ਕਿ ਨਹੀਂ ਬਣਾ ਸਕਦਾ। ਜੀ, ਜੀ, ਜੀ। ਫਿਰ ਉਹ ਸਿਲੈਕਟ ਕਰਕੇ ਆਪਾਂ ਪ੍ਰੈਗਨੈਂਸੀ ਕਰ ਸਕਦੇ ਆ। ਜੀ। ਅੱਜ ਕੱਲ੍ਹ ਇੱਕ ਹੋਰ ਨਈ ਮਸ਼ੀਨ ਆ ਗਈ ਹੈ ਜਿਹਨੂੰ ਆਪਾਂ ਕਾਸਾ ਕਹਿੰਦੇ ਆ, ਜਿਹੜਾ ਕੰਪਿਊਟਰ ਨਾਲ ਸੀਮਨ ਐਨਾਲਿਸਿਸ ਹੁੰਦਾ ਹੈ। ਜੀ। ਬਿਲਕੁਲ ਸਹੀ ਪਤਾ ਲੱਗ ਜਾਂਦਾ ਹੈ ਕਿ ਆਹ ਸਪਰਮ ਕਾਊਂਟ ਹੈ, ਇੰਨੀ ਪ੍ਰੋਬਲਮ ਹੈ ਤੇ ਇਹਦਾ ਇਲਾਜ ਹੋਏਗਾ। ਮਤਲਬ ਕਿ ਪੇਸ਼ੈਂਟ ਨੂੰ ਵੇਟ ਨਹੀਂ ਕਰਨੀ ਚਾਹੀਦੀ, ਜਗ੍ਹਾ ਜਗ੍ਹਾ ਥਾਂ ਇਲਾਜ ਨਹੀਂ ਕਰਾਣੇ ਚਾਹੀਏ। ਮੇਰੇ ਕੋਲ ਕਿੰਨੇ ਮਰੀਜ਼ ਆਉਂਦੇ, ਮਤਲਬ ਇੰਨੇ ਘੱਟ ਕਾਊਂਟ ਵਿੱਚ ਵੀ ਸੀਮਨ ਇੰਜੈਕਟ ਕਰਾਉਣ ਦਾ ਫਿਰ ਕੋਈ ਫਾਇਦਾ ਨਹੀਂ। ਬਿਲਕੁਲ, ਬਿਲਕੁਲ। ਠੀਕ ਹੈ, ਜੇ ਕਾਊਂਟ ਵੀ ਵਧੀਆ ਹੈ, ਸਪੋਜ਼ਿੰਗ ਉਹਦੇ ਵਿੱਚ ਕਾਊਂਟ ਵਿੱਚ ਬੱਚਾ ਪੈਦਾ ਕਰਨ ਦੇ ਸ਼ੁਕਰਾਣੂ ਸਾਰੇ ਨਿਲ ਬਰਾਬਰ ਹੋਏ, ਮਤਲਬ ਸਾਰਾ ਦੀ ਮਾਰਫੋਲੋਜੀ ਖਰਾਬ ਹੋਈ, ਤਾਂ ਵੀ ਬਿਲਕੁਲ। ਪ੍ਰੈਗਨੈਂਸੀ ਨਹੀਂ ਹੋ ਸਕਦੀ। ਬਿਲਕੁਲ, ਬਿਲਕੁਲ। ਸੋ ਇਹ ਟੈਕਨੀਕਸ ਜਿੱਥੇ ਅਵੇਲੇਬਲ ਹੈ, ਪੇਸ਼ੈਂਟ ਨੂੰ ਫਾਇਦਾ ਹੋਏਗਾ। ਜੀ। ਉਹਨੂੰ ਵੀਰਜ ਬੈਂਕ ਤੋਂ ਵੀਰਜ ਲੈਣ ਦੀ ਬਿਲਕੁਲ ਲੋੜ ਨਹੀਂ ਹੈ। ਜੀ, ਬਿਲਕੁਲ, ਬਿਲकुल। ਕਿਉਂਕਿ ਪੇਸ਼ੈਂਟ ਹਮੇਸ਼ਾ ਚਾਹੇਗਾ ਕਿ ਉਹਦਾ ਆਪਣਾ ਬੱਚਾ ਹੋਏ। ਬਿਲਕੁਲ। ਬਹੁਤ ਇੱਕ ਐਜੂਕੇਟਿਡ ਪੇਸ਼ੈਂਟ ਵਾਸਤੇ ਤੇ ਦੂਜੇ ਪੇਸ਼ੈਂਟ ਵਾਸਤੇ ਦੂਜੇ ਦਾ ਬੱਚਾ ਲੈਣਾ, ਸੀਮਨ ਬੈਂਕ ਤੋਂ ਲੈਣਾ ਬਹੁਤ ਡਿਫਿਕਲਟ ਹੁੰਦਾ ਹੈ। ਤੇ ਬਿਲਕੁਲ। ਬਹੁਤ ਸਾਰੇ ਕਪਲਸ ਹੈ ਜਿਹੜੇ ਬੇਔਲਾਦ ਇਸੇ ਕਾਰਨ ਹੈ, ਤੇ ਜੀ। ਉਹਨਾਂ ਨੂੰ ਹੁਣ ਵੇਟ ਨਹੀਂ ਕਰਨੀ ਚਾਹੀਦੀ। ਇਸ ਟੈਕਨੀਕ ਦੇ ਨਾਲ ਉਹ ਆਪਣਾ ਬੱਚਾ ਵੀ ਪਾ ਸਕਦੇ ਆ, ਬਕਾਇਆ ਉਹਨਾਂ ਦੇ ਸਪਰਮਸ ਗੋਲੀਆਂ ਵਿੱਚ ਹੋਣੇ ਚਾਹੀਦੇ ਆ। ਬਿਲਕੁਲ। ਸੋ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ ਤਾਂ ਜ਼ਰੂਰ ਉਹਨਾਂ ਕਪਲਸ ਨੂੰ ਇਸ ਸਾਇੰਸ ਦੀ ਟੈਕਨੀਕ ਦਾ ਫਾਇਦਾ ਉਠਾਉਣਾ ਚਾਹੀਦਾ ਜੋ ਬਿਲਕੁਲ ਹੀ ਹਤਾਸ਼ ਹੋ ਚੁੱਕੇ ਨੇ ਆਪਣੀ ਜ਼ਿੰਦਗੀ ਵਿੱਚ, ਜੋ ਬਹੁਤ ਟਾਈਮ ਤੋਂ ਟਰਾਈ ਕਰ ਰਹੇ ਸੀ, ਅਲੱਗ-ਅਲੱਗ ਸੀ, ਲੇਕਿਨ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਬਹਾਰ ਬੱਚੇ ਦੇ ਰੂਪ ਵਿੱਚ ਨਹੀਂ ਆ ਸਕੀ ਹੈ। ਸੋ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਕਹਿਣਾ ਚਾਹੁੰਦੇ ਹਾਂ ਕਿ ਰਾਈਟ ਟਾਈਮ ਤੇ ਰਾਈਟ ਡਿਸੀਜਨ ਲਓ, ਯਾਨੀ ਕਿ ਸਮਾਂ ਰਹਿੰਦੇ ਇੱਕ ਅਜਿਹੇ ਅੱਛੇ ਮਾਹਿਰ ਡਾਕਟਰ ਨੂੰ ਮਿਲੋ ਜਿਨ੍ਹਾਂ ਕੋਲ ਟੈਕਨੀਕ ਦੀ ਨਵੀਂ ਤੋਂ ਨਵੀਂ ਸੁਵਿਧਾ ਹੋਵੇ, ਜਿਨ੍ਹਾਂ ਨੂੰ ਪੂਰੀ ਨੌਲੇਜ ਹੋਵੇ ਤੇ ਸਹੀ ਰਾਹ ਤੇ ਸਹੀ ਟਾਈਮ ਤੇ ਤੁਹਾਨੂੰ ਲੈ ਕੇ ਜਾਣ ਤੇ ਸਹੀ ਰਿਜ਼ਲਟਸ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਆਣ। ਤੇ ਇਸ ਦੇ ਨਾਲ ਹੀ ਆਪਾਂ ਹੁਣੇ ਗੱਲ ਕੀਤੀ ਸੀ ਪਹਿਲਾਂ ਕਿ ਜੋ ਲੇਡੀਜ਼ ਦੀ ਪ੍ਰੋਬਲਮਸ ਹੈ, ਇਸ ਦੇ ਨਾਲ ਹੀ ਹੁਣ ਆਪਾਂ ਗੱਲ ਕਰ ਰਹੇ ਹਾਂ ਜੋ ਮੇਲਸ ਵਿੱਚ ਪ੍ਰੋਬਲਮ ਆਉਂਦੀਆਂ ਨੇ ਤੇ ਉਸ ਨੂੰ ਲੈ ਕੇ ਵੀ ਇਹ ਚਰਚਾ ਚੱਲ ਰਹੀ ਹੈ। ਲਾਈਕ ਅਗਰ ਦੋਨੋਂ ਹਸਬੈਂਡ ਵਾਈਫ ਤੁਹਾਡੇ ਕੋਲ ਆਉਂਦੇ ਨੇ ਤੇ ਦੋਹਾਂ ਦਾ ਇਕੱਠਾ ਹੀ ਟ੍ਰੀਟਮੈਂਟ ਹਰ ਵੇਲੇ ਉਹਨਾਂ ਨੂੰ ਨਾਲ ਹੀ ਆਉਣਾ ਚਾਹੀਦਾ ਇਕੱਠੇ। ਦੇਖੋ, ਹਮੇਸ਼ਾ ਬੱਚਾ ਜਿਹੜਾ ਹੈ ਉਹਦੇ ਵਿੱਚ ਜਿਹੜੇ ਬੱਚੇ ਦੀ ਕੰਟਰੀਬਿਊਸ਼ਨ ਉਹਦੇ ਵਿੱਚ ਮੇਲ ਦੀ ਵੀ ਇੰਪੋਰਟੈਂਸ ਹੈ, ਫੀਮੇਲ ਦੀ ਇੰਪੋਰਟੈਂਸ ਵੀ ਹੈ। ਬਿਲਕੁਲ। ਠੀਕ ਹੈ ਨਾ, ਉਹਨਾਂ ਨੇ ਐਜ਼ ਅ ਕਪਲ ਇੱਕ ਬੱਚਾ ਬਣਾਉਣਾ ਹੈ ਜੀ। ਤੇ ਦੋਨਾਂ ਦੇ ਟੈਸਟ ਹੋਣੇ ਬਹੁਤ ਜ਼ਰੂਰੀ ਹੈ ਇੱਕੋ ਟਾਈਮ ਤੇ, ਪ੍ਰੈਫਰੇਬਲੀ ਇੱਕੋ ਟਾਈਮ ਤੇ। ਜੇ ਹਸਬੈਂਡ ਬਾਹਰ ਹੈ, ਸਪੋਜ਼ਿੰਗ ਉਹ ਆਰਮੀ ਵਿੱਚ ਹੈ ਜਾਂ ਬਾਹਰ ਰਹਿੰਦਾ, ਤਾਂ ਉਹ ਬਾਅਦ ਵਿੱਚ ਆ ਕੇ ਟੈਸਟ ਕਰਾ ਸਕਦਾ, ਪਹਿਲੇ ਲੇਡੀ ਆ ਜਾਏ। ਪਰ ਅਲਟੀਮੇਟਲੀ ਦੋਨਾਂ ਦੇ ਬਗੈਰ ਬੱਚਾ ਨਹੀਂ ਬਣ ਸਕਦਾ। ਇਹ ਬਹੁਤ ਗਲਤ ਧਾਰਨਾ ਹੈ ਕਿ ਕਿਸੇ ਕਪਲ ਦੇ ਜੇ ਬੱਚਾ ਨਹੀਂ ਜੋੜੇ ਤੇ ਬੱਚਾ ਨਹੀਂ ਹੋ ਰਿਹਾ ਤਾਂ ਸਿਰਫ ਲੇਡੀ ਹੀ ਜ਼ਿੰਮੇਵਾਰ ਹੈ, ਹਸਬੈਂਡ ਜ਼ਿੰਮੇਵਾਰ ਹੈ ਹੀ ਨਹੀਂ। ਦੋਨਾਂ ਦੇ ਟੈਸਟ, ਦੋਨਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਬੋਥ ਆਫ ਦੈਮ ਜਿਹੜੇ ਹੈ ਇਕੁਅਲੀ ਰਿਸਪੌਂਸਿਬਲ ਹੈ। ਜੀ ਬਿਲਕੁਲ ਸਹੀ ਗੱਲ ਇੱਥੇ ਤੁਸੀਂ ਕਹੀ, ਕਿਉਂਕਿ ਸਾਡੇ ਸਮਾਜ ਵਿੱਚ ਸ਼ਾਇਦ ਇੱਕ ਧਾਰਨਾ ਬਣ ਚੁੱਕੀ ਹੈ ਕਿ ਜੇ ਕਿਸੇ ਕਪਲ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਬੱਚਾ ਨਹੀਂ ਹੋ ਰਿਹਾ, ਤਾਂ ਸਿਰਫ ਲੇਡੀ ਨੂੰ ਹੀ ਕਸੂਰਵਾਰ ਸਮਝਿਆ ਜਾਂਦਾ ਹੈ, ਸੋਚਿਆ ਜਾਂਦਾ ਕਿ ਸ਼ਾਇਦ ਇਸ ਦੇ ਵਿੱਚ ਹੀ ਕੋਈ ਪ੍ਰੋਬਲਮ ਹੈ, ਕੋਈ ਪਰੇਸ਼ਾਨੀ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਟਾਈਮ ਵੇਸਟ ਨਾ ਕਰਦੇ ਹੋਏ ਸ਼ੁਰੂਆਤ ਵਿੱਚ ਹੀ ਹਸਬੈਂਡ ਵਾਈਫ ਦੋਹਾਂ ਨੂੰ ਆਪਣੇ ਟੈਸਟ ਕਰਵਾ ਲੈਣੇ ਚਾਹੀਦੇ ਹੈ। ਜ਼ਰੂਰੀ ਬਿਲਕੁਲ ਨਹੀਂ ਹੈ ਕਿ ਸਿਰਫ ਲੇਡੀ ਵਿੱਚ ਹੀ ਪ੍ਰੋਬਲਮ ਹੋਵੇ, ਮੇਲਸ ਵਿੱਚ ਵੀ ਪ੍ਰੋਬਲਮ ਹੁੰਦੀ ਹੈ, ਕਈ ਤਰ੍ਹਾਂ ਦੀ ਪ੍ਰੋਬਲਮਸ ਹੁੰਦੀਆਂ ਜਿਵੇਂ ਕਿ ਡਾਕਟਰ ਸੁਮਿਤਾ ਸੋਖਤ ਜੀ ਸਾਡੇ ਨਾਲ ਡਿਸਕਸ ਕਰ ਰਹੇ ਨੇ, ਸਾਨੂੰ ਦੱਸ ਰਹੇ ਨੇ। ਤੇ ਅਸੀਂ ਨਾਲ ਹੀ ਉਮੀਦ ਕਰਦੇ ਹਾਂ ਕਿ ਜੋ ਕਪਲਸ ਨੇ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦੇਣਗੇ। ਕਪਲਸ ਦੇ ਨਾਲੋਂ ਫੈਮਿਲੀ ਬੈਕਗ੍ਰਾਉਂਡ ਦਾ ਬਹੁਤ ਹੀ ਰੋਲ ਰਹਿੰਦਾ ਹੈ, ਕਿਉਂਕਿ ਕਈ ਫੈਮਿਲੀ ਵਿੱਚ ਇਹ ਪ੍ਰੈਸ਼ਰ ਰਹਿੰਦਾ ਕਿ ਅਗਰ ਬੱਚਾ ਨਹੀਂ ਹੋ ਰਿਹਾ ਤਾਂ ਸਿਰਫ ਲੇਡੀ ਦੀ ਹੀ ਪ੍ਰੋਬਲਮ ਹੈ। ਬਿਲਕੁਲ, ਮਤਲਬ ਫੈਮਿਲੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ ਇੱਕ ਕਪਲ ਨੂੰ। ਠੀਕ ਹੈ, ਜਦ ਤੱਕ ਫੈਮਿਲੀ ਨਹੀਂ ਸਪੋਰਟ ਕਰੇਗੀ ਹੋਰ ਸਟ੍ਰੈਸ ਹੋ ਜਾਏਗਾ। ਤੇ ਪੇਸ਼ੈਂਟ ਨੂੰ ਸਮਝਣਾ ਚਾਹੀਦਾ ਹੈ, ਪੇਸ਼ੈਂਟ ਦੇ ਅਟੈਂਡੈਂਟਸ ਨੂੰ, ਉਹਨਾਂ ਦੇ ਪੇਰੈਂਟਸ ਨੂੰ, ਜਿਹੜੇ ਨਾਲ ਰਿਸ਼ਤੇਦਾਰ ਰਹਿੰਦੇ ਹੈ, ਕਿ ਸਿਰਫ ਬਾਂਝਪਨ ਦੀ ਸਮੱਸਿਆ ਔਰਤਾਂ ਵਿੱਚ ਨਹੀਂ ਹੈ, ਉਹ ਆਦਮੀਆਂ ਵਿੱਚ ਵੀ ਬਰਾਬਰ ਦੀ ਸਮੱਸਿਆ ਹੈ। ਤੇ ਦੋਨਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਤੇ ਫੈਮਿਲੀ ਸਪੋਰਟ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਵੇਂ ਜਿਵੇਂ ਤਣਾਅ ਵਧੇਗਾ ਉਵੇਂ ਉਵੇਂ ਜਿਹੜਾ ਬਾਂਝਪਨ ਦੀ ਸਮੱਸਿਆ ਹੋਰ ਵਧੀ ਜਾਏਗੀ, ਜਿਸ ਦੇ ਨਾਲ ਹੋਰ ਵੱਧ ਜਾਏਗੀ। ਬਿਲਕੁਲ, ਉਹਦਾ ਸਕਸੈਸ ਰੇਟ ਹੈ ਜੋ ਬਿਲਕੁਲ ਘਟਦਾ ਜਾਂਦਾ ਹੈ। ਬਿਲਕੁਲ, ਜਿਵੇਂ ਤੁਹਾਡੇ ਕੋਲ ਵੀ ਕਈ ਇਸ ਤਰ੍ਹਾਂ ਦੇ ਕਪਲਸ ਆਉਂਦੇ ਹੋਣੇ ਜੋ ਬਾਂਝਪਨ ਦੀ ਸਮੱਸਿਆ ਨਾਲ ਨਜਿੱਠ ਰਹੇ ਨੇ, ਜਿਸ ਨੂੰ ਜੋ ਕਿ ਉਹਨਾਂ ਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ ਸਮੱਸਿਆ, ਤਾਂ ਮੈਂ ਇੱਥੇ ਇਹ ਜਾਣਨਾ ਚਾਹੁੰਦੀ ਹਾਂ ਕਿ ਕੀ ਉਹਨਾਂ ਨੂੰ ਕਾਉਂਸਲਿੰਗ ਦੇਣਾ ਵੀ ਅਹਿਮ ਰੋਲ ਅਦਾ ਕਰਦਾ ਹੈ? ਹਾਂ ਬਿਲਕੁਲ, ਅੱਜ ਕੱਲ ਤਾਂ ਜਿਹੜੇ ਸੈਂਟਰ ਸਰਕਾਰ ਤੋਂ ਜਿਨ੍ਹਾਂ ਨੂੰ ਐਫੀਲੀਏਸ਼ਨ ਮਿਲੀ ਹੋਈ ਹੈ ICMR ਗਾਈਡਲਾਈਨਸ ਦੇ ਹਿਸਾਬ ਦੇ ਨਾਲ ਚੱਲ ਰਹੇ ਹੈ, ਉੱਥੇ ਇੱਕ ਟ੍ਰੇਨਡ ਕਾਉਂਸਲਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵੈਸੇ ਵੀ ਕਾਉਂਸਲਿੰਗ ਦੇ ਨਾਲ ਜਿਹੜਾ ਸਟ੍ਰੈਸ ਹੈ ਉਹ ਦੂਰ ਹੋ ਜਾਂਦਾ ਹੈ। ਜਦ ਪੇਸ਼ੈਂਟ ਕਾਉਂਸਲਰ ਨਾਲ ਡਿਟੇਲ ਵਿੱਚ ਡਿਸਕਸ਼ਨ ਕਰਦਾ ਹੈ, ਉਹਨੂੰ ਸਾਰੀ ਟ੍ਰੀਟਮੈਂਟ ਬਾਰੇ ਪਤਾ ਲੱਗਦਾ ਹੈ, ਉਹਨੂੰ ਹਰ ਚੀਜ਼ ਦੇ ਬਾਰੇ ਪਤਾ ਲੱਗਦਾ ਹੈ, ਕਾਉਂਸਲਰ ਨਾਲ ਉਹ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦਾ ਹੈ। ਸੋ ਇੱਕ ਕਾਉਂਸਲਰ ਦਾ ਰੋਲ ਬਹੁਤ ਜ਼ਿਆਦਾ ਹੈ ਕਿ ਉਹ
ਜਿੰਨਾ ਪੇਸ਼ੈਂਟ ਦਾ ਸਟ੍ਰੈਸ ਹੈ ਉਹ ਦੂਰ ਕਰੇਗਾ, ਪੇਸ਼ੈਂਟ ਦੇ ਸਵਾਲਾਂ ਦਾ ਜਵਾਬ ਦੇਗਾ, ਕਿਉਂਕਿ ਟਾਈਮ ਟੂ ਟਾਈਮ ਪੇਸ਼ੈਂਟ ਦੇ ਮਨ ਦੇ ਅੰਦਰ ਬਹੁਤ ਸਵਾਲ ਆਉਂਦੇ ਆ ਕਿ ਮੈਂ ਹੁਣ ਇਲਾਜ ਕਰਾ ਰਿਹਾ, ਕੀ ਹੋਏਗਾ, ਕੁਝ ਹੋ ਸਕਦਾ ਹੈ, ਮਤਲਬ ਫੈਮਿਲੀ ਦੇ ਜਦੋਂ ਕਰੇ ਜਾਏਗਾ ਦਿਖਾ ਕੇ ਫੈਮਿਲੀ ਦੇ ਹੋਰ ਕੁਐਸਚਨਸ ਹੋਣਗੇ। ਸੋ ਕੁਆਲੀਫਾਈਡ ਜਿਹੜਾ ਕਾਉਂਸਲਰ ਹੈ, ਇੱਕ ਟ੍ਰੇਨਡ ਕਾਉਂਸਲਰ ਹੈ, ਉਹ ਬਹੁਤ ਮਦਦ ਕਰੇਗਾ ਇਸ ਦੇ ਵਿੱਚ, ਔਰ ਇਸ ਕਾਉਂਸਲਰ ਦੇ ਕਾਰਨ ਸਕਸੈਸ ਰੇਟ ਵੀ ਜਿਹੜਾ ਹੈ ਟੈਸਟ ਟਿਊਬ ਬੇਬੀ ਆ ਕਿਸੇ ਵੀ ਪ੍ਰੋਸੀਜਰ ਦਾ ਉਹ ਵੱਧ ਜਾਂਦਾ ਹੈ। ਜੀ ਜੀ ਜੀ, ਬਿਲਕੁਲ ਸਹੀ ਕਹਿ ਰਹੇ ਸੀ ਕਿ ਇਸ ਦੇ ਵਿੱਚ ਕਾਉਂਸਲਿੰਗ ਦਾ ਬਹੁਤ ਹੀ ਵੱਡਾ ਰੋਲ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਪਰਿਵਾਰ ਦਾ ਸਹਿਯੋਗ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਕਪਲ ਨੂੰ ਅੰਦਰੋਂ ਇਹ ਫੀਲਿੰਗ ਆਏ ਕਿ ਜੋ ਵੀ ਟ੍ਰੀਟਮੈਂਟ ਕਰਵਾ ਰਹੇ ਨੇ ਉਸ ਦੇ ਵਿੱਚ ਉਹਨਾਂ ਦੀ ਫੈਮਿਲੀ ਉਹਨਾਂ ਦਾ ਸਹਿਯੋਗ ਦੇ ਰਹੀ ਹੈ। ਤੇ ਇੱਕ ਸਾਡੇ ਕਾਲਰ ਲਾਈਨ ਤੇ ਨੇ ਇਸ ਟਾਈਮ। ਹੈਲੋ 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 ਮੈਮ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੈਂ ਹਰਪ੍ਰੀਤ ਕੌਰ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਪੱਤੀ ਬੋਲ ਰਹੀ ਹਾਂ। ਹਾਂਜੀ, ਕੀ ਪਰੇਸ਼ਾਨੀ ਹੈ ਤੁਹਾਨੂੰ? ਮੈਡਮ 8 ਸਾਲ ਮਾਰਨੀ ਹੋ ਗਏ ਤੇ ਬੱਚਾ ਨਹੀਂ ਹੋਇਆ ਕੋਈ। ਤੁਸੀਂ ਡਾਕਟਰਾਂ ਨੂੰ ਦਿਖਾਇਆ ਜੀ, ਕਿਤੇ ਚੈੱਕਅਪ ਕਰਾਇਆ? ਕੀ ਨੁਕਸ ਦੱਸਿਆ ਡਾਕਟਰਾਂ ਨੇ? ਕਿਹਦੇ ਵਿੱਚ ਹੈ? ਤੁਹਾਡੇ ਵਿੱਚ ਨੁਕਸ ਹੈ ਕਿ ਤੁਹਾਡੇ ਹਸਬੰਡ ਵਿੱਚ ਨੁਕਸ ਹੈ ਕਿ ਦੋਵਾਂ ਵਿੱਚ ਨੁਕਸ ਹੈ? ਮੈਡਮ ਪਹਿਲੇ ਉਹਨਾਂ ਤੋਂ ਹੁੰਦਾ ਕਿ ਉਹਨਾਂ ਨੂੰ ਮੈਡੀਸਨ ਦਿੱਤੀ ਸਹੀ ਹੋ ਗਏ ਤੇ ਬਾਅਦ ਚ ਮੇਰੀਆਂ ਕਹਿੰਦੇ ਟਿਊਬਾਂ ਬੰਦ ਆ, ਇਲਾਜ ਕਰਵਾ ਲਿਆ, ਆਪਰੇਸ਼ਨ ਕਰਵਾ ਲਿਆ ਉਹਨਾਂ ਦਾ। ਹਾਂ, ਤੇ ਇਹਦਾ ਮਤਲਬ ਹੈ ਹੁਣ ਤਾਂ ਤੁਹਾਨੂੰ ਵੱਡਾ ਇਲਾਜ ਕਰਾਉਣਾ ਪਏਗਾ, ਕਿਉਂਕਿ ਪਹਿਲਾਂ ਹਸਬੰਡ ਦੇ ਨੁਕਸ ਦੇ ਵਿੱਚ ਤੁਸੀਂ ਵੇਟ ਕਰਦੇ ਰਹੇ, ਫਿਰ ਬਾਅਦ ਵਿੱਚ ਤੁਹਾਨੂੰ ਪਤਾ ਲੱਗਿਆ ਤੁਹਾਡੀ ਵੀ ਟਿਊਬਾਂ ਬੰਦ ਹੈ, ਤੇ ਹੁਣ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ 8 ਸਾਲ ਹੋ ਗਏ ਆਲਰੇਡੀ ਸ਼ਾਦੀ ਨੂੰ। ਹੋਰ ਟਾਈਮ ਨਾ ਵੇਸਟ ਕਰੋ, ਕੋਈ ਚੰਗੇ ਡਾਕਟਰ ਤੋਂ ਚੰਗਾ ਇਲਾਜ ਕਰਾਓ। ਜੀ, ਤੇ ਮੈਂ ਤੁਹਾਡੇ ਕੋਲ ਕਰਵਾਉਣਾ ਤੇ ਕਿਹੜੀ ਜਗ੍ਹਾ ਮਿਲ ਸਕਦੇ? ਤੁਸੀਂ ਆਪਣੇ ਜਿਹੜੇ ਲੋਕਲ ਡਾਕਟਰ ਹੈ ਉਹਨਾਂ ਨੂੰ ਮਿਲੋ, ਉਹਨਾਂ ਤੋਂ ਕਰਾਓ ਇਲਾਜ। ਜੀ ਬਿਲਕੁਲ, ਜਿਵੇਂ ਇਹਨਾਂ ਨੇ ਡਿਸਕਸ ਕੀਤਾ ਕਿ ਪਹਿਲਾਂ ਇਹਨਾਂ ਦੇ ਹਸਬੰਡ ਵਿੱਚ ਪ੍ਰੋਬਲਮ ਸੀ, ਉਹੀ ਇਹਨਾਂ ਨੇ ਟਾਈਮ ਗੈਪ ਜ਼ਿਆਦਾ ਪਾਇਆ ਤੇ ਬਾਅਦ ਵਿੱਚ ਜੋ ਹੈ ਵਾਈਫ ਦੇ ਵਿੱਚ ਵੀ ਪ੍ਰੋਬਲਮ ਆ ਗਈ। ਇਸ ਲਈ ਅਸੀਂ ਬਾਰ-ਬਾਰ ਇਹ ਗੱਲ ਤੇ ਜ਼ੋਰ ਪਾ ਰਹੇ ਹਾਂ ਕਿ ਇੱਕ ਅੱਛੇ ਮਾਹਿਰ ਡਾਕਟਰ ਨੂੰ ਮਿਲੋ ਤਾਂ ਕਿ ਤੁਹਾਡੀ ਪ੍ਰੋਬਲਮ ਵਧਣ ਦੀ ਜਗ੍ਹਾ ਪ੍ਰੋਬਲਮ ਖਤਮ ਹੋਏ। ਬਿਲਕੁਲ ਬਿਲਕੁਲ, ਦੇਖੋ ਪਹਿਲੇ ਉਹ ਹਸਬੰਡ ਦਾ ਕਰਾਉਂਦੇ ਰਹੇ, ਫਿਰ ਵਾਈਫ ਵਿੱਚ ਪ੍ਰੋਬਲਮ ਆ ਗਈ, ਹੁਣ ਦੋਨਾਂ ਵਿੱਚ ਹੀ ਪ੍ਰੋਬਲਮ ਹੈ, ਟਾਈਮ ਵੀ ਵੱਧ ਗਿਆ, ਏਜ ਜ਼ਿਆਦਾ ਹੋ ਗਈ ਹੈ, ਕੁਆਲਿਟੀ ਖਰਾਬ ਹੋਏਗੀ, ਤੇ ਇਹਨਾਂ ਨੂੰ ਇਸ ਟਾਈਮ ਬਿਲਕੁਲ ਵਧੀਆ ਇਲਾਜ ਕਰਾਉਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਤੇ ਜੋ ਲੇਡੀਜ਼ ਦੇ ਜੋ ਮੈਂਸਸ ਬੰਦ ਹੋ ਚੁੱਕੇ ਹੁੰਦੇ ਨੇ, ਕੀ ਉਹਨਾਂ ਲਈ ਵੀ ਇਹ ਟ੍ਰੀਟਮੈਂਟ ਕਾਰਗਰ ਹੈ? ਹਾਂ ਬਿਲਕੁਲ, ਅੱਜ ਦੀ ਡੇਟ ਵਿੱਚ ਜਿਹੜੇ ਲੇਡੀ ਹੈ ਜਿਹਦੇ ਪੀਰੀਅਡਸ ਬੰਦ ਹੋ ਗਏ ਕਿਸੇ ਵੀ ਕਾਰਨ, ਜਾਂ ਵਧੇਰੀ ਉਮਰ ਦੇ ਕਾਰਨ ਬੰਦ ਹੋ ਗਏ ਹੈ, ਜਾਂ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਹੋ ਗਿਆ ਹੈ, ਤੇ ਉਹ ਵੀ ਆਪਣਾ ਬੱਚਾ ਲੈ ਸਕਦਾ, ਮਤਲਬ ਕਿ ਉਹ ਬੇਬੀ ਕੈਰੀ ਕਰ ਸਕਦੀ ਹੈ, ਪਰ ਉਹਦਾ ਆਪਣਾ ਅੰਡਾ ਨਹੀਂ ਬਣੇਗਾ, ਉਹਨੂੰ ਅੰਡਾ ਬੈਂਕ ਤੋਂ ਲੈਣਾ ਪਏਗਾ ਤੇ ਉਹਦੇ ਹਸਬੰਡ ਦੇ ਸ਼ੁਕਰਾਣੂਆਂ ਨਾਲ ਮਿਲਾਇਆ ਜਾਏਗਾ। ਉਹ ਭਰੂਣ ਸਾਰਾ ਲੈਬੋਰਟਰੀ ਵਿੱਚ ਤਿਆਰ ਹੋਏਗਾ, ਫਿਰ ਉਹ ਭਰੂਣ ਜਿਹੜਾ ਉਹ ਲੇਡੀ ਦੇ ਬੱਚੇਦਾਨੀ ਦੇ ਅੰਦਰ ਰੱਖਿਆ ਜਾਏਗਾ ਤੇ ਲੇਡੀ ਖੁਦ ਉਹ 9 ਮਹੀਨੇ ਕੈਰੀ ਕਰੇਗੀ ਬੱਚਾ। ਜੀ, ਤੇ ਉਸ ਤੋਂ ਬਾਅਦ ਉਹ ਜਦੋਂ ਭਰੂਣ ਰੱਖਿਆ ਜਾਂਦਾ ਤਾਂ ਬੱਚੇਦਾਨੀ ਵਿੱਚ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ? ਏਜ ਗੈਪ ਜ਼ਿਆਦਾ ਹੋਣ ਨਹੀਂ, ਦੇਖੋ ਜਦ ਮਤਲਬ ਲੇਡੀ ਦੀ ਬੱਚੇਦਾਨੀ ਦੀ ਤੈ ਜਿਹੜੀ ਉਹ ਹਾਰਮੋਨਸ ਦੇ ਨਾਲ ਤਿਆਰ ਕੀਤੀ ਜਾਂਦੀ ਹੈ, ਪੇਸ਼ੈਂਟ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਾਰਮੋਨਸ ਦੀ, ਠੀਕ ਹੈ, ਬਗੈਰ ਪੇਸ਼ੈਂਟ ਬਿਲਕੁਲ ਅਗਰ ਠੀਕ ਹੈ ਤਾਂ ਉਹ ਹਾਰਮੋਨਸ ਲੈ ਸਕਦਾ ਹੈ, ਤੇ ਉਹੀ ਹਾਰਮੋਨਲ ਸਪੋਰਟ ਪ੍ਰੈਗਨੈਂਸੀ ਭਰੂਣ ਧਰਨ ਤੋਂ ਬਾਅਦ ਵੀ ਦਿੱਤੀ ਜਾਂਦੀ ਹੈ ਤਾਂ ਕਿ ਜਿਹੜਾ ਭਰੂਣ ਹੈ ਉੱਗ ਜਾਏ, ਗਰੋ ਕਰੇ ਤੇ ਪ੍ਰੈਗਨੈਂਸੀ ਹੋ ਜਾਏ। ਜੇ ਕਈ ਲੇਡੀਜ਼ ਹੁੰਦੀਆਂ ਕਿ ਉਹਨਾਂ ਦੇ ਟਾਈਮ ਤੋਂ ਪਹਿਲਾਂ ਹੀ ਪੀਰੀਅਡਸ ਜੋ ਹੈ ਬੰਦ ਹੋ ਜਾਂਦੇ ਨੇ, ਕਿ ਉਹਨਾਂ ਲਈ ਵੀ ਇਹੀ ਸੇਮ ਪ੍ਰੋਸੀਜਰ ਸਹੀ ਰਹਿੰਦਾ ਹੈ? ਬਿਲਕੁਲ, ਕਿਉਂਕਿ ਇੱਕ ਵਾਰ ਜੇ ਮਾਹਵਾਰੀ ਬੰਦ ਹੋ ਗਈ ਹੈ, ਠੀਕ ਹੈ, ਇੱਕ ਤਾਂ ਮਾਹਵਾਰੀ ਇਰੈਗੂਲਰ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਾਂਚ ਕਰਾਂਗੇ ਕਿ ਲੇਡੀ ਦੇ ਅੰਡੇ ਬਣ ਸਕਦੇ ਆ ਕਿ ਨਹੀਂ। ਕਈ ਹਾਰਮੋਨਸ ਹੈ ਜਿਹੜੇ ਸਾਨੂੰ ਦੱਸਦੇ ਆ, ਜਿਵੇਂ FSH ਲੈਵਲ ਦਾ ਪਤਾ ਲੱਗ ਜਾਂਦਾ ਹੈ, AMH ਪਤਾ ਲੱਗ ਜਾਂਦਾ ਹੈ ਕਿ ਇਸ ਲੇਡੀ ਦੇ ਅੰਡੇ ਬਣ ਸਕਦੇ ਆ, ਕਿ ਇਹਦੇ ਅੰਡੇਦਾਨੀ ਫੇਲ ਹੋ ਗਈ ਹੈ। ਜੇ ਇੱਕ ਵਾਰ ਲੇਡੀ ਦੀ ਅੰਡੇਦਾਨੀ ਫੇਲ ਹੋ ਜਾਏ, ਚਾਹੇ ਉਹਦੀ ਉਮਰ 25 ਸਾਲ ਹੋਏ ਚਾਹੇ 50 ਸਾਲ ਹੋਏ, ਤਾਂ ਫਿਰ ਵੀ ਆਪਾਂ ਨੂੰ ਅੰਡਾ ਬੈਂਕ ਤੋਂ ਹੀ ਲੈਣਾ ਪਏਗਾ, ਫਿਰ ਉਹਨੂੰ ਟੀਕੇ ਲਾਉਣ ਦਾ ਕੋਈ ਫਾਇਦਾ ਨਹੀਂ, ਉਹ ਸਾਰਾ ਵੇਸਟ ਹੋਏਗਾ। ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਿਲਕੁਲ ਬਹੁਤ ਹੀ ਗੌਰ ਕਰਨ ਵਾਲੀ ਗੱਲ ਜੋ ਹੈ ਡਾਕਟਰ ਸੁਮਿਤਾ ਸੋਫਾ ਜੀ ਨੇ ਦੱਸੀ ਕਿ ਅਗਰ ਇੱਕ ਵਾਰ ਪੀਰੀਅਡ ਸਰਕਲ ਬੰਦ ਹੋ ਚੁੱਕਿਆ ਹੈ ਤਾਂ ਫਿਰ ਅਗਰ ਤੁਹਾਨੂੰ ਕੋਈ ਡਾਕਟਰ ਇਹ ਕਹਿ ਰਿਹਾ ਹੈ ਕਿ ਵੀ ਆਪਾਂ ਦੁਬਾਰਾ ਤੋਂ ਤੁਹਾਡਾ ਪੀਰੀਅਡ ਸਰਕਲ ਸ਼ੁਰੂ ਕਰਵਾ ਦਾਂਗੇ ਮੈਡੀਸਿਨਸ ਦੇ ਕੇ, ਤਾਂ ਸ਼ੁਰੂ ਹੋਣਗੇ ਪਰ ਉਹਨਾਂ ਦਾ ਆਪਣਾ ਅੰਡਾ ਨਹੀਂ ਬਣ ਸਕੇਗਾ। ਸੋ ਬਹੁਤ ਗੌਰ ਕਰਨ ਵਾਲੀ ਗੱਲ ਹੈ ਕਿ ਤੁਸੀਂ ਮਾਹਿਰ ਡਾਕਟਰ ਕੋਲ ਜਾਓਗੇ, ਸਹੀ ਰਾਹ ਦਿਖੇਗਾ ਤੇ ਸਹੀ ਇਲਾਜ ਵੱਲ ਤੁਸੀਂ ਜਾ ਸਕੋਗੇ। ਤੇ ਇਸ ਦੇ ਨਾਲ ਹੀ ਇੱਥੇ ਮੈਂ ਇਹ ਜਾਣਨਾ ਚਾਹਾਂਗੀ, ਲਾਈਕ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ ਕਿ ਟਿਊਬਸ ਅਗਰ ਬੰਦ ਹੋ ਜਾਂਦੀਆਂ ਨੇ ਤਾਂ ਆਪਰੇਟ ਹੀ ਕਰਨਾ ਪੈਂਦਾ, ਕਿ ਐਵੇਂ ਵੀ ਹੁੰਦਾ ਨਾ ਕਈ ਵਾਰੀ ਕਿ ਟਿਊਬਸ ਤਾਂ ਹੁੰਦੀਆਂ ਲੇਕਿਨ ਬਾਰ-ਬਾਰ ਜੋ ਹੈ ਬੱਚਾ ਟਿਊਬਸ ਦੇ ਵਿੱਚ ਹੀ ਹੋ ਰਿਹਾ ਹੈ। ਬਿਲਕੁਲ, ਉਹਨੂੰ ਐਕਟੋਪਿਕ ਪ੍ਰੈਗਨੈਂਸੀ ਕਹਿੰਦੇ ਆ। ਇਹਦਾ ਮਤਲਬ ਹੈ ਕਿ ਇੱਕ ਲੇਡੀ ਦੀ ਟਿਊਬ ਜਿਹੜੀ ਆ ਉਹ ਡੈਮੇਜ ਹੋ ਗਈ ਹੈ, ਠੀਕ ਹੈ, ਕਿਉਂਕਿ ਅੰਡੇ ਤੇ ਸਪਰਮ ਦਾ ਮਿਲਨ ਟਿਊਬ ਵਿੱਚ ਹੀ ਹੁੰਦਾ ਹੈ, ਉਸ ਤੋਂ ਬਾਅਦ ਉਹ ਬੱਚੇਦਾਨੀ ਵਿੱਚ ਆਉਂਦਾ ਹੈ ਭਰੂਣ, ਠੀਕ ਹੈ। ਜੇ ਉਹ ਭਰੂਣ ਉੱਥੇ ਹੀ ਰਹਿ ਗਿਆ ਤਾਂ ਟਿਊਬ ਵਿੱਚ ਹੀ ਉੱਗੀ ਜਾਏਗਾ ਤਾਂ ਟਿਊਬਲ ਪ੍ਰੈਗਨੈਂਸੀ ਹੋ ਗਈ ਹੈ। ਜਿਹੜੀ ਟਿਊਬ ਵਿੱਚ ਪ੍ਰੈਗਨੈਂਸੀ ਹੋ ਗਈ ਉਹ ਕਦੇ ਸਕਸੈਸਫੁਲ ਨਹੀਂ ਹੋ ਸਕਦੀ, ਕਿਉਂਕਿ ਟਿਊਬ ਫਟ ਜਾਏਗੀ, ਤੇ ਜਦ ਟਿਊਬ ਫਟਦੀ ਹੈ ਐਮਰਜੈਂਸੀ ਹੁੰਦੀ ਹੈ, ਤੇ ਫਿਰ ਉਹ ਟਿਊਬ ਡੈਮੇਜ ਹੋ ਜਾਂਦੀ ਹੈ। ਤੇ ਇਸ ਕਰਕੇ ਪੇਸ਼ੈਂਟ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ 2 ਵਾਰ ਅਗਰ ਪੇਸ਼ੈਂਟ ਦੇ ਐਕਟੋਪਿਕ ਪ੍ਰੈਗਨੈਂਸੀ ਹੋ ਗਈ ਹੈ, ਇੱਕ ਟਿਊਬ ਬਲੌਕ ਹੋ ਗਈ ਹੈ, ਦੂਜੀ ਖਰਾਬ ਹੋ ਗਈ ਹੈ, ਐਕਟੋਪਿਕ ਪ੍ਰੈਗਨੈਂਸੀ ਦੇ ਕਾਰਨ ਕੱਢ ਦਿੱਤੀ ਗਈ ਹੈ, ਤਾਂ ਉਹਨੂੰ
ਚੰਗਾ ਇਲਾਜ ਟੈਸਟ ਟਿਊਬ ਬੇਬੀ ਜਾਂ ਉਸ ਤੋਂ ਉੱਪਰ ਦਾ ਇਲਾਜ ਜ਼ਰੂਰ ਕਰਾਉਣਾ ਚਾਹੀਦਾ ਹੈ। ਮਤਲਬ ਉਹਨੂੰ ਹਤਾਸ਼ ਨਹੀਂ ਹੋਣਾ ਚਾਹੀਦਾ ਕਿ ਹੁਣ ਸਾਡੀ ਟਿਊਬਾਂ ਖਤਮ ਹੋ ਗਈ ਆ, ਡੈਮੇਜ ਹੋ ਗਈ ਆ, ਹੁਣ ਬੱਚਾ ਨਹੀਂ ਹੋ ਸਕਦਾ, ਬੱਚਾ ਹੋ ਸਕਦਾ ਉਹਦੇ ਵੀ। ਜੀ ਬਿਲਕੁਲ। ਤੇ ਇੱਕ ਹੋਰ ਜੋ ਆਮ ਤੌਰ ਤੇ ਲੇਡੀਜ਼ ਵਿੱਚ ਬਹੁਤ ਸੁਣਿਆ ਜਾਂਦਾ, ਕਹਿੰਦੇ ਕਿ ਵੀ ਬੱਚੇਦਾਨੀ ਦਾ ਮੂੰਹ ਛੋਟਾ ਇਸ ਕਰਕੇ ਹੈ ਜੋ ਪ੍ਰੈਗਨੈਂਸੀ ਨਹੀਂ ਹੋ ਪਾ ਰਹੀ ਹੈ। ਦੇਖੋ, ਬੱਚੇਦਾਨੀ ਦਾ ਮੂੰਹ ਨਹੀਂ ਛੋਟਾ ਹੁੰਦਾ, ਬੱਚੇਦਾਨੀ ਦਾ ਸਾਈਜ਼ ਹੁੰਦਾ ਹੈ। ਅਗਰ ਇੱਕ ਲੇਡੀ ਨੂੰ ਮਾਹਵਾਰੀ ਠੀਕ ਤਰ੍ਹਾਂ ਆ ਰਹੀ ਹੈ, ਜੇ ਉਹਦੇ ਬਲੱਡ ਨਿਕਲ ਸਕਦਾ ਹੈ ਬੱਚੇਦਾਨੀ ਦੇ ਮੂੰਹ ਤੋਂ, ਮਤਲਬ ਉਹਨੂੰ ਰੈਗੂਲਰ ਪੀਰੀਅਡਸ ਆ ਰਹੇ ਹੈ, ਤਾਂ ਇਹਦਾ ਮਤਲਬ ਕੋਈ ਪ੍ਰੋਬਲਮ ਨਹੀਂ ਹੈ। ਕਿਉਂਕਿ ਜਿਹੜੇ ਸ਼ੁਕਰਾਣੂ ਹੈ ਉਹ ਤਾਂ ਨਜ਼ਰ ਵੀ ਨਹੀਂ ਆਉਂਦੇ ਨਾ, ਉਹ ਤਾਂ ਮਾਈਕਰੋਸਕੋਪ ਦੇ ਅੰਦਰ ਨਜ਼ਰ ਆਉਂਦੇ ਆ ਤੇ ਸੰਭੋਗ ਤੋਂ ਕੁਝ ਸੈਕਿੰਡਸ ਬਾਅਦ ਹੀ ਉਹ ਬੱਚੇਦਾਨੀ ਦੇ ਅੰਦਰ ਪਹੁੰਚ ਜਾਂਦੇ ਆ। ਤੇ ਇਹ ਸਾਰੀ ਗਲਤ ਧਾਰਨਾ ਹੈ ਕਿ ਮੂੰਹ ਛੋਟਾ ਹੈ, ਬੱਚੇਦਾਨੀ ਟੇਢੀ ਹੈ, ਬੱਚੇਦਾਨੀ ਖਰਾਬ ਹੈ, ਉਹ ਜੀ ਕੋਈ ਗੱਲ ਨਹੀਂ ਹੁੰਦੀ। ਠੀਕ ਹੈ, ਜੇ ਉਹਦੇ ਪੀਰੀਅਡਸ ਰੈਗੂਲਰ ਆ ਰਹੇ ਹੈ, ਬੱਚੇਦਾਨੀ ਦੀ ਤਹਿ ਠੀਕ ਬਣ ਰਹੀ ਹੈ, ਬੱਚੇਦਾਨੀ ਦੀ ਤਹਿ ਵਿੱਚ ਬਲੱਡ ਫਲੋ ਨਾਰਮਲ ਹੈ, ਤਾਂ ਕੋਈ ਪ੍ਰੋਬਲਮ ਨਹੀਂ ਹੈ। ਜੀ ਬਿਲਕੁਲ ਠੀਕ ਕਿਹਾ ਤੁਸੀਂ। ਤੇ ਇਸ ਦੇ ਨਾਲ ਹੀ ਇੱਥੇ ਜਿਵੇਂ ਕਿ ਗੱਲ ਕਰ ਰਹੇ ਸੀ ਆਪਾਂ ਕਿ ਬੱਚੇਦਾਨੀ ਵਿੱਚ ਰਸੌਲੀਆਂ ਨੇ, ਤੁਸੀਂ ਕਿਹਾ ਕਿ ਕਈ ਤਰ੍ਹਾਂ ਦੀਆਂ ਰਸੌਲੀਆਂ ਹੁੰਦੀਆਂ ਨੇ, ਤੇ ਕਿਸ ਕੇਸ ਦੇ ਵਿੱਚ ਜੋ ਹੈ ਰਸੌਲੀਆਂ ਨੂੰ ਰਿਮੂਵ ਕਰਾਉਣਾ ਜ਼ਰੂਰੀ ਹੁੰਦਾ ਕਨਸੀਵ ਕਰਨ ਤੋਂ ਪਹਿਲਾਂ? ਦੇਖੋ, ਜੇ ਤਾਂ ਰਸੌਲੀਆਂ ਬਹੁਤ ਵੱਡੀਆਂ ਹੈ ਤੇ ਉਹ ਬੱਚੇਦਾਨੀ ਦੇ ਤਹਿ ਦੇ ਅੰਦਰ ਆ ਰਹੀਆਂ, ਠੀਕ ਹੈ, ਉਹ ਬੱਚਾ ਨਹੀਂ ਟਿਕਣ ਦੇਣਗੀਆਂ, ਜੀ ਉਸ ਕੇਸ ਵਿੱਚ ਰਸੌਲੀਆਂ ਕੱਢਣੀਆਂ ਬਹੁਤ ਜ਼ਰੂਰੀ ਹੋ ਜਾਂਦੀ ਹੈ। ਪਰ ਜੇ ਰਸੌਲੀ ਬੱਚੇਦਾਨੀ ਦੀ ਤਹਿ ਤੋਂ ਪਰੇ ਹੈ ਤੇ ਉਹਨੂੰ ਕੱਢਣ ਦਾ ਕੋਈ ਫਾਇਦਾ ਨਹੀਂ, ਕੋਈ ਚੀਰਾ ਲਗਾਉਣ ਦਾ ਕੋਈ ਫਾਇਦਾ ਨਹੀਂ। ਮਤਲਬ ਹੋਰ ਵੀ ਕਾਰਨ ਹੋਣਗੇ ਕਿ ਪ੍ਰੈਗਨੈਂਸੀ ਨਹੀਂ ਹੋ ਰਹੀ। ਤੇ ਜੇ ਕਈ ਵਾਰੀ ਪਤਾ ਨਹੀਂ ਚੱਲਦਾ ਕਿ ਕਨਸੀਵ ਹੋ ਗਿਆ, ਬਾਅਦ ਵਿੱਚ ਪਤਾ ਚੱਲਦਾ ਹੈ ਕਿ ਰਸੌਲੀਆਂ ਜੋ ਹੈ ਹਾਰਮਫੁਲ ਨੇ, ਤਾਂ ਦੇਖੋ ਇੱਕ ਵਾਰ ਕਨਸੀਵ ਹੋ ਗਿਆ ਮੰਨ ਲਓ ਜਾਂ ਕੁਝ ਵੀ ਹੋ ਗਿਆ, ਤੇ ਅਗਰ ਉਹ ਰਸੌਲੀ ਪਈ ਹੈ, ਪੇਸ਼ੈਂਟ ਸਕੈਨ ਕਰਾ ਰਿਹਾ ਹੈ, ਪ੍ਰੈਗਨੈਂਸੀ ਦੇ ਦੌਰਾਨ ਰਸੌਲੀ ਦਾ ਸਾਈਜ਼ ਥੋੜਾ ਵੱਧਦਾ ਹੈ ਕਿਉਂਕਿ ਬਲੱਡ ਫਲੋ ਇੰਕਰੀਜ਼ ਹੁੰਦਾ ਹੈ। ਹੋ ਸਕਦਾ ਹੈ ਉਹ ਡਿਲੀਵਰੀ ਦੇ ਟਾਈਮ ਤੇ ਕੋਈ ਪ੍ਰੋਬਲਮ ਕ੍ਰੀਏਟ ਕਰ ਸਕੇ, ਪਰ ਅਲਟੀਮੇਟਲੀ ਜੇ ਬੱਚਾ ਠਹਿਰ ਗਿਆ ਤਾਂ ਉਹ ਸਿਰੇ ਚੜੀ ਜਾਏਗਾ। ਜਾਂ ਫਿਰ ਪੇਸ਼ੈਂਟ ਦੇ ਰਿਪੀਟਡ ਅਬੋਰਸ਼ਨ ਹੋ ਰਹੇ ਹੈ, ਬਾਰ-ਬਾਰ ਉਹਦੇ ਜਿਹੜਾ ਗਰਭਪਾਤ ਹੋ ਰਿਹਾ ਹੈ, ਪਰ ਉਹਦੇ ਵਾਸਤੇ ਆਪਾਂ ਨੂੰ ਪੂਰਾ ਚੈੱਕਅਪ ਕਰਨਾ ਪਏਗਾ ਕਿ ਕਿਉਂ ਗਰਭਪਾਤ ਹੋ ਰਿਹਾ ਹੈ, ਕਿਸ ਕਾਰਨ ਹੋ ਰਿਹਾ ਹੈ, ਕਿਸ ਟਾਈਮ ਤੇ ਹੋ ਰਿਹਾ ਹੈ, ਕਿ ਬੱਚੇਦਾਨੀ ਦਾ ਮੂੰਹ ਹੀ ਖੁੱਲ ਜਾਂਦਾ ਹੈ, ਰਸੌਲੀਆਂ ਦੇ ਕਾਰਨ ਹੋ ਰਿਹਾ ਹੈ, ਜਾਂ ਬੱਚੇਦਾਨੀ ਦੇ ਅੰਦਰ ਝਿੱਲੀ ਹੈ, ਜਾਂ ਬੱਚੇਦਾਨੀ ਦੇ ਦੋ ਹਿੱਸੇ ਹੋਏ ਹੈ, ਜਾਂ ਜਿਹੜਾ ਭਰੂਣ ਹੈ ਉਹ ਇੰਨਾ ਕੋ ਐਬਨੋਰਮਲ ਬਣਦਾ ਹੈ ਜੀ ਅਬੋਰਸ਼ਨਸ ਹੋ ਰਹੇ ਆ। ਜੀ ਜਿਵੇਂ ਕਿ ਤੁਸੀਂ ਹੁਣ ਗੱਲ ਕਰ ਰਹੇ ਕਿ ਭਰੂਣ ਐਬਨੋਰਮਲ, ਇਸ ਦੇ ਪਿੱਛੇ ਕੀ ਰੀਜ਼ਨਸ ਰਹਿੰਦੇ ਨੇ, ਕਿਉਂ ਭਰੂਣ ਐਬਨੋਰਮਲ ਰਹਿੰਦਾ? ਦੇਖੋ, ਕਈ ਰੀਜ਼ਨਸ ਹੁੰਦੇ ਆ। ਹੋ ਸਕਦਾ ਹੈ ਜਿਹੜਾ ਅੰਡਾ ਹੈ ਲੇਡੀ ਦਾ ਉਹ ਡਿਫੈਕਟਿਵ ਹੈ, ਜਾਂ ਸ਼ੁਕਰਾਣੂ ਇੰਨੇ ਵੀਕ ਹੈ ਕਿ ਭਰੂਣ ਠੀਕ ਬਣਦਾ ਹੀ ਨਹੀਂ। ਠੀਕ ਹੈ, ਜੈਨੇਟਿਕ ਕਾਜ਼ਸ ਵੀ ਕਈ ਹੁੰਦੇ ਆ ਜਿਹਦੇ ਨਾਲ ਅਬੋਰਸ਼ਨਸ ਹੁੰਦੇ ਆ, ਤੇ ਪੇਸ਼ੈਂਟ ਦਾ ਸਾਰਾ ਜੈਨੇਟਿਕ ਚੈੱਕਅਪ ਵੀ ਕਰਨਾ ਪੈਂਦਾ ਹੈ। ਇਹਦੇ ਵਿੱਚ ਕ੍ਰੋਮੋਸੋਮਲ ਐਨਾਲਿਸਿਸ ਹੁੰਦਾ ਹੈ ਕਿ ਕਿਉਂ ਅਬੋਰਸ਼ਨ ਹੋ ਰਿਹਾ ਹੈ। ਜੀ ਜੀ ਜੀ। ਤੇ ਕਈ ਵਾਰੀ ਕੀ ਹੁੰਦਾ ਹੈ ਕਿ ਹਸਬੈਂਡ ਵਾਈਫ ਦੋਨੋਂ ਹੀ ਆਪਣੇ ਚੈੱਕਅਪ ਕਰਵਾਉਂਦੇ, ਟੈਸਟ ਕਰਵਾਉਂਦੇ ਆ, ਪਰ ਉਹਦੇ ਵਿੱਚ ਕੋਈ ਵੀ ਜੋ ਹੈ ਗਲਤ ਰਿਪੋਰਟ ਨਹੀਂ ਆਉਂਦੀ, ਸਭ ਕੁਝ ਨਾਰਮਲ ਆਉਂਦਾ। ਪਹਿਲਾਂ ਵੀ ਤੁਹਾਨੂੰ ਮਤਲਬ ਦੱਸਿਆ ਕਿ 10% ਜੋੜੇ ਇਹੋ ਜਿਹੇ ਹੁੰਦੇ ਆ ਜਿਹਦੇ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ। ਹੋ ਸਕਦਾ ਦੇ ਆਰ ਐਬਸੋਲੂਟਲੀ ਨਾਰਮਲ, ਪਰ ਕੋਈ ਜਾਂ ਤਾਂ ਜਾਂਚ ਨਹੀਂ ਪ੍ਰੋਪਰ ਹੋਈ। ਜੇ ਜਾਂਚ ਪ੍ਰੋਪਰ ਹੋ ਗਈ ਹੈ ਤਾਂ ਇਹਦਾ ਮਤਲਬ ਉਹਨਾਂ ਨੂੰ ਵਧੀਆ ਇਲਾਜ ਕਰਾ ਲੈਣਾ ਚਾਹੀਦਾ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਸਾਨੂੰ ਪੂਰੀ ਉਮੀਦ ਹੈ ਕਿ ਪ੍ਰੋਗਰਾਮ ਹੈਲਥ ਇਜ਼ ਵੈਲਥ ਦੇ ਜ਼ਰੀਏ ਡਾਕਟਰ ਸੁਮਿਤਾ ਸੋਫਰ ਜੋ ਤੁਹਾਨੂੰ ਜਾਣਕਾਰੀ ਦੇ ਰਹੇ ਨੇ ਤੁਹਾਡੇ ਲਈ ਜ਼ਰੂਰ ਲਾਹੇਵੰਦ ਸਾਬਿਤ ਹੋਏਗੀ। ਤੇ ਇਹਦੇ ਨਾਲ ਹੀ ਡਾਕਟਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਲੇਜ਼ਰ ਹੈਚਿੰਗ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ। ਦੇਖੋ, ਇਹ ਸਾਰੀ ਜਿਹੜੀ ਹੈ ਨਈ ਟੈਕਨੀਕਸ ਆਈਆਂ ਜਿਹਦੇ ਨਾਲ ਜਿਹੜਾ ਟੈਸਟ ਟਿਊਬ ਬੇਬੀ ਦਾ ਆਪਾਂ ਕਾਮਯਾਬੀ ਦਰ ਵਧਾ ਸਕਦੇ ਆ। ਅੱਜ ਤੋਂ ਲਗਭਗ 15 ਸਾਲ ਪਹਿਲਾਂ ਜਿਹੜਾ ਟੈਸਟ ਟਿਊਬ ਬੇਬੀ ਦਾ ਕਾਮਯਾਬੀ ਦਰ ਸੀ ਉਹ ਸਿਰਫ 25% ਸੀ। ਮਤਲਬ ਕਿ ਆਪਾਂ 100 ਜੋੜਿਆਂ ਦਾ ਟੈਸਟ ਟਿਊਬ ਕਰਾਂਗੇ ਤਾਂ ਸਿਰਫ 25% ਸਕਸੈਸਫੁਲ ਹੋਣਗੇ। ਫਿਰ ਇਹੋ ਜਿਹੀ ਟੈਕਨੀਕਸ ਨਾਲ ਜਿਹੜੇ ਕਿ ਨਈ ਆਈਆਂ, ਇਹਨਾਂ ਦੇ ਨਾਲ ਜਿਹੜਾ ਕਾਮਯਾਬੀ ਦਰ ਬਹੁਤ ਵੱਧ ਗਿਆ, ਲਗਭਗ 60% 70% ਹੋ ਗਿਆ। ਮਤਲਬ ਜੇ ਅਸੀਂ 100 ਪੇਸ਼ੈਂਟ ਕਰਾਂਗੇ ਤਾਂ ਅਰਾਊਂਡ 70% ਤਾਂ ਵੈਸੀ ਪ੍ਰੈਗਨੈਂਸੀ ਆ ਜਾਏਗੀ। ਜਿਹੜੀ ਲੇਜ਼ਰ ਹੈਚਿੰਗ ਹੈ ਉਹ ਜਿਹੇ ਕੇਸਿਸ ਵਿੱਚ ਵੀ ਬਹੁਤ ਹੈ, ਜਿਵੇਂ ਆਪਾਂ ਨੇ ਫਰੋਜ਼ਨ ਟ੍ਰਾਂਸਫਰ ਕਰਨਾ, ਕਿਉਂਕਿ ਜਦ ਅਸੀਂ ਕਿਸੇ ਦੇ ਭਰੂਣ ਫ੍ਰੀਜ਼ ਕਰਕੇ ਰੱਖਦੇ ਆ ਤੇ ਜਿਹੜੀ ਪਰਤ ਹੈ ਸਖਤ ਹੋ ਜਾਂਦੀ ਹੈ, ਜਾਂ ਕਿਸੇ ਵੀ ਕਾਰਨ ਕਿਸੇ ਲੇਡੀ ਦੇ ਜੋ ਐਮਬ੍ਰੀਓ ਦੀ ਹੈ ਜਿਹੜੀ ਪਰਤ ਹੈ ਉਹ ਮੋਟੀ ਮਤਲਬ ਹੈਚ ਨਹੀਂ ਕਰਦਾ, ਫੁੱਟਦਾ ਨਹੀਂ ਹੈ ਐਮਬ੍ਰੀਓ ਬੱਚੇਦਾਨੀ ਵਿੱਚ ਰੱਖ ਕੇ, ਤੇ ਉਵੇਂ ਹੀ ਖਤਮ ਹੋ ਜਾਂਦਾ ਹੈ। ਤਾਂ ਇਸ ਕਾਰਨ ਆਪਾਂ ਜਿਹੜੀ ਲੇਜ਼ਰ ਦੇ ਨਾਲ ਹੈ ਜਿਹੜੀ ਪਰਤ ਹੈ ਉਹ ਛਿਲ ਦਿੰਦੇ ਆ, ਜਿਹਦੇ ਨਾਲ ਕਿ ਜਿਹੜਾ ਹੈ ਕਾਮਯਾਬੀ ਦਰ ਵੱਧ ਜਾਂਦਾ ਹੈ। ਜਿਹੜਾ ਆਪਾਂ ਭਰੂਣ ਬੱਚੇਦਾਨੀ ਵਿੱਚ ਰੱਖਦੇ ਆ ਉਹ ਚਿਪਕ ਜਾਂਦਾ ਬੱਚੇ। ਜੀ ਜੀ, ਯਾਨੀ ਕਿ ਜੋ ਜੋੜੇ ਨੇ ਜੋ ਕਿ ਟੈਸਟ ਟਿਊਬ ਜਾਂ ਹੋਰ ਇਸ ਤਰ੍ਹਾਂ ਦੇ ਟ੍ਰੀਟਮੈਂਟ ਤੋਂ ਨਿਰਾਸ਼ ਹੋ ਗਏ ਨੇ ਤਾਂ ਉਹਨਾਂ ਦੇ ਲਈ ਇਹ ਕਾਫੀ ਲਾਹੇਵੰਦ ਹੈ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ ਕਿ ਜਿਹੜੇ ਜੋੜੇ ਟੈਸਟ ਟਿਊਬ ਬੇਬੀ ਕਰਾ ਕੇ ਹਤਾਸ਼ ਹੋ ਗਏ ਹੈ, ਉਹਨਾਂ ਨੂੰ ਹਤਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ। ਇੰਨੀ ਕੁ ਹੁਣ ਨਈ ਟੈਕਨੀਕਸ ਆ ਗਈ ਹੈ ਜਿਹਦੇ ਨਾਲ ਟੈਸਟ ਟਿਊਬ ਬੇਬੀ ਦਾ ਦਰ ਜਿਹੜਾ ਕਾਮਯਾਬੀ ਦਰ ਹੈ ਉਹ ਬਹੁਤ ਵੱਧ ਗਿਆ ਹੈ। ਜੀ ਬਿਲਕੁਲ। ਤੇ ਗੱਲ ਕਰਾਂਗੇ ਹੁਣ ਮੇਲਸ ਦੀ, ਜਿਵੇਂ ਕਿ ਉਹਨਾਂ ਵਿੱਚ ਪ੍ਰੋਬਲਮ ਆਉਂਦੀ ਸ਼ੁਕਰਾਣੂਆਂ ਦੀ ਕਮੀ,
ਤਾਂ ਉਹਦੇ ਵਿੱਚ ਕੀ ਰੀਜ਼ਨ ਰਹਿੰਦੇ ਨੇ ਜਾਂ ਉਹਨਾਂ ਨੂੰ ਕੀ ਦਵਾਈਆਂ ਦੇ ਨਾਲ ਵਧਾਇਆ ਜਾ ਸਕਦਾ ਹੈ? ਦੇਖੋ, ਜਿਹੜੀ ਸ਼ੁਕਰਾਣੂਆਂ ਦੀ ਸਮੱਸਿਆ ਹੈ, ਸਭ ਤੋਂ ਪਹਿਲਾਂ ਤੇ ਜੇ ਬਹੁਤ ਮਤਲਬ ਥੋੜਾ ਬਹੁਤ ਹੀ ਕਮੀ ਹੋਈ, ਸਪੋਜ਼ਿੰਗ ਆਪਾਂ ਨੇ ਚੈੱਕ ਕਰਾਇਆ ਬਿਲਕੁਲ ਬਾਰਡਰ ਲਾਈਨ ਹੋਈ, ਤੁਸੀਂ ਇੱਕ ਸੀਮਨ ਸੈਂਪਲ ਦੇਖ ਕੇ ਕਦੇ ਨਹੀਂ ਕਹਿ ਸਕਦੇ ਕਿ ਇਸ ਡਿਊਰੇਸ਼ਨ ਵਿੱਚ ਸ਼ੁਕਰਾਣੂਆਂ ਦੀ ਬਹੁਤ ਕਮੀ ਹੈ। ਤੁਹਾਨੂੰ 2 ਜਾਂ 3 ਵਾਰ ਘੱਟੋ ਘੱਟ ਟੈਸਟ ਕਰਨੇ ਚਾਹੀਦੇ ਹੈ, ਪੇਸ਼ੈਂਟ ਦੀ ਡਿਟੇਲ ਹਿਸਟਰੀ ਲੈਣੀ ਚਾਹੀਦੀ ਹੈ, ਠੀਕ ਟਾਈਮ ਤੇ ਮਤਲਬ ਕਰਾਉਣਾ ਚਾਹੀਦਾ ਹੈ, ਪੇਸ਼ੈਂਟ ਬਿਮਾਰ ਨਹੀਂ ਹੋਣਾ ਚਾਹੀਦਾ। ਫਿਰ ਵੀ ਅਗਰ ਜੇ ਤੁਸੀਂ 3 ਵਾਰ ਕਰਾਇਆ ਟੈਸਟ ਤੇ ਤੁਹਾਨੂੰ ਸ਼ੁਕਰਾਣੂਆਂ ਵਿੱਚ ਕਮੀ ਲੱਗ ਰਹੀ ਹੈ, ਜੇ ਮਾੜੀ ਮੋਟੀ ਕਮੀ ਹੈ ਤਾਂ ਤੁਹਾਨੂੰ ਟੈਸਟ ਟਿਊਬ ਵੀ ਕਰਾਉਣ ਦੀ ਲੋੜ ਨਹੀਂ। ਸਿੰਪਲ IUI ਜਿਹੜਾ ਮੈਥਡ ਹੈ, ਜਿਹਦੇ ਵਿੱਚ ਆਪਾਂ ਸ਼ੁਕਰਾਣੂ ਲੈ ਕੇ ਮੀਡੀਆ ਦੇ ਨਾਲ ਮਤਲਬ ਸਪੈਸ਼ਲ ਸੋਲੂਸ਼ਨਸ ਆਉਂਦੇ ਆ, ਸਪੈਸ਼ਲ ਮਸ਼ੀਨਰੀ ਆਉਂਦੀ ਹੈ, ਉਹਦੇ ਵਿੱਚ ਪ੍ਰਪੇਅਰ ਕਰਕੇ ਬੱਚੇਦਾਨੀ ਦੇ ਅੰਦਰ ਇੰਜੈਕਟ ਕਰ ਦਿੰਦੇ ਆ, ਜਿਹਨੂੰ ਕਹਿੰਦੇ ਆਪਾਂ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ। ਉਹਦੇ ਨਾਲ ਵੀ ਪ੍ਰੈਗਨੈਂਸੀ ਹੋ ਸਕਦੀ ਹੈ। ਠੀਕ ਹੈ। ਦੂਜਾ, ਫਿਰ ਅਗਰ ਜੇ ਥੋੜੀ ਜ਼ਿਆਦਾ ਆ ਗਈ, ਸਪੋਜ਼ਿੰਗ ਕਾਊਂਟ ਹੈ 20 ਮਿਲੀਅਨ 25 ਮਿਲੀਅਨ, ਠੀਕ ਹੈ, ਤੁਸੀਂ ਦਵਾਈ ਲਿਖ ਸਕਦੇ ਹੋ, ਪਰ ਡਿਪੈਂਡ ਕਰਦਾ ਕਿੰਨੇ ਸਾਲ ਹੋ ਗਏ ਆ ਸ਼ਾਦੀ ਨੂੰ। ਜੇ ਤਾਂ ਬਹੁਤ ਸਾਲ ਸ਼ਾਦੀ ਨੂੰ ਹੋ ਗਏ, ਏਜ ਜ਼ਿਆਦਾ ਹੋ ਗਈ ਹੈ, ਤਾਂ ਤੁਸੀਂ ਜ਼ਿਆਦਾ ਦੇਰ ਵੇਟ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਵੀ ਦਵਾਈ ਨੇ ਅਸਰ ਕਰਨਾ ਉਹਨੂੰ ਟਾਈਮ ਲੱਗੇਗਾ, 3 ਮਹੀਨੇ ਲੱਗਦੇ ਆ ਦਵਾਈ ਨੂੰ ਅਸਰ ਕਰਨ ਨੂੰ। ਜੇ ਤੁਹਾਡੇ ਕੋਲ ਨਹੀਂ ਟਾਈਮ ਤਾਂ ਫਿਰ ਡਾਇਰੈਕਟਲੀ ਟ੍ਰੀਟਮੈਂਟ ਕਰਾਉਣਾ ਪਏਗਾ। ਉਸ ਤੋਂ ਬਾਅਦ IVF ਆਉਂਦਾ ਹੈ, ਫਿਰ ਆਉਂਦਾ ਹੈ ICSI ਵਿਧੀ ਆ ਜਾਂਦੀ ਹੈ, ਜਿਵੇਂ 2 ਮਿਲੀਅਨ ਹੈ, 8 ਮਿਲੀਅਨ ਹੈ, 5 ਮਿਲੀਅਨ ਕਾਊਂਟ ਹੈ, ਸਾਰੇ ਸਪਰਮਸ ਐਬਨੋਰਮਲ ਹੈ, ਤਾਂ ਇਹੋ ਜਿਹੇ ਕੇਸਿਸ ਵਿੱਚ ICSI ਵਿਧੀ ਹੁੰਦੀ ਹੈ। ਜੀ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਸਿੱਧਾ ਲਾਈਕ ਜਿਨ੍ਹਾਂ ਦੀ ਏਜ ਜ਼ਿਆਦਾ ਹੋ ਚੁੱਕੀ ਹੈ ਜਿਸ ਕਪਲ ਦੀ, ਉਹ ਸਿੱਧਾ ਹੀ ਲੇਜ਼ਰ ਹੈਚਿੰਗ ਟ੍ਰੀਟਮੈਂਟ ਕਰਵਾ ਸਕਦੇ ਨੇ। ਨਹੀਂ, ਜਿਹਦੇ ਮਤਲਬ ਕਿ ਜ਼ਿਆਦਾ ਹੋ ਗਈ ਹੈ, ਬਹੁਤ ਸਾਲ ਹੋ ਗਏ ਆ, ਉਹਨਾਂ ਨੂੰ ਵੇਟ ਨਹੀਂ ਕਰਨਾ ਚਾਹੀਦਾ, ਮਤਲਬ IVF ਤੋਂ ਉੱਪਰ ਦੇ ਇਲਾਜ ਜਿਹੜੇ ਹੈ ਉਹ ਕਰਾ ਲੈਣੇ ਚਾਹੀਦੇ ਹੈ, ਜਿਹਦੇ ਨਾਲ ਕਾਮਯਾਬੀ ਦਰ ਵਧੇਗਾ। ਜੀ ਬਿਲਕੁਲ। ਤੇ ਸਾਡੇ ਇੱਕ ਹੋਰ ਕਾਲਰ ਜੋ ਨੇ ਲਾਈਨ ਤੇ ਜੁੜ ਚੁੱਕੇ ਨੇ। ਹੈਲੋ। ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਮੈਮ ਬੋਲੇ। ਹਾਂਜੀ, ਦੱਸੋ ਜੀ। ਹਾਂਜੀ ਮੈਮ, ਮੇਰੇ ਨਾ ਸਿਸਟਰ ਨੇ ਮਤਲਬ ਬੱਚੇਦਾਨੀ ਦੇ ਐਂਟਰੀ ਤੇ 2 ਬਲੱਡ ਦੀਆਂ ਗੱਠਾਂ ਸੀ ਜੀ। ਇੱਕ ਸਾਈਡ 3 ਸੀ ਔਰ ਇੱਕ ਸਾਈਡ 2 ਜੀ। ਔਰ ਉਹਨਾਂ ਨੇ ਆਪਰੇਟ ਕਰਵਾਇਆ ਲੈਪਰੋਸਕੋਪੀ ਦੇ ਰਾਹੀਂ ਜੀ। ਤੇ ਮਤਲਬ ਉਹ ਦੁਬਾਰਾ ਫਿਰ ਹੁਣ ਸਕੈਨ ਹੋਈ ਹੈ ਤੇ ਫਿਰ ਦੁਬਾਰਾ ਫਿਰ ਬਣਿਆ ਉਹ, ਤੇ ਔਰ ਸਾਈਜ਼ ਵੀ ਉਹਨਾਂ ਦਾ ਵੱਧ ਗਿਆ ਹੈ। ਤੇ ਫਿਰ ਉਹਨਾਂ ਨੂੰ ਇਲਾਜ ਕਰਾ ਲੈਣਾ ਚਾਹੀਦਾ ਜੀ। ਉਹਨਾਂ ਨੂੰ ਬੱਚਾ ਨਹੀਂ ਹੈ? ਨਹੀਂ ਮੈਮ, ਬੱਚਾ ਹੈ ਨਹੀਂ, ਮਤਲਬ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਦਾ ਆਪਰੇਟ ਕਰਵਾ ਲਓ, ਕੋਈ ਗੱਲ ਨਹੀਂ, ਹੋ ਜਾਏਗਾ। ਮਤਲਬ ਆਪਰੇਟ ਤੋਂ ਬਾਅਦ ਵੀ ਉਸੇ ਤਰ੍ਹਾਂ ਨੇ, ਸਾਈਜ਼ ਵੀ ਇਹਨਾਂ ਦਾ ਵੱਧ ਗਿਆ। ਤੇ ਫਿਰ ਤੁਸੀਂ ਡਾਕਟਰ ਨੂੰ ਦਿਖਾਓ, ਕਿਸੇ ਹੋਰ ਵਧੀਆ ਡਾਕਟਰ ਨੂੰ ਦਿਖਾਓ, ਓਪੀਨੀਅਨ ਲਓ ਕਿ ਦੁਬਾਰਾ ਆਪਰੇਸ਼ਨ ਦੀ ਲੋੜ ਹੈ ਕਿ ਬਿਨਾਂ ਆਪਰੇਸ਼ਨ ਤੋਂ ਹੀ ਬੱਚਾ ਲਿੱਤਾ ਜਾ ਸਕਦਾ ਹੈ। ਇਹ ਤੁਹਾਡੀ ਸਿਸਟਰ ਨੂੰ ਦੱਸੋ ਕਿ ਚੰਗੇ ਡਾਕਟਰ ਤੋਂ ਸਲਾਹ ਲੈਣ ਕਿ ਉਹਨਾਂ ਨੂੰ ਹੁਣ ਰਸੌਲੀਆ ਦਾ ਸਾਈਜ਼ ਇੰਨਾ ਵੱਧ ਗਿਆ ਕਿ ਉਹ ਕੱਢਣੀਆਂ ਦੁਬਾਰਾ ਪੈਣਗੀਆਂ, ਨਹੀਂ ਤਾਂ ਫਿਰ ਦੁਬਾਰਾ ਆਪਰੇਸ਼ਨ ਹੋਏਗਾ। ਕਿ ਨਹੀਂ ਕੱਢਣ ਦੀ ਲੋੜ ਤਾਂ ਬੱਚਾ ਇਮੀਡੀਏਟਲੀ ਲੈ ਲਓ, ਵੇਟ ਨਾ ਕਰੋ। ਜਦੋਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਪੇਸ਼ੈਂਟ ਜਦ ਵੀ ਕੋਈ ਸਰਜਰੀ ਕਰਾਉਂਦਾ ਹੈ, ਜਿਵੇਂ ਫਾਈਬਰੋਇਡਸ ਦੀ ਕਰਾਉਂਦਾ ਹੈ ਜਾਂ ਓਵੇਰੀਅਨ ਸਿਸਟ ਦੀ ਕਰਾਉਂਦਾ ਹੈ, ਫਾਈਬਰੋਇਡਸ ਤੋਂ ਬਾਅਦ ਤਾਂ ਚਲੋ ਰੈਸਟ, ਬੱਚੇਦਾਨੀ ਨੂੰ ਰੈਸਟ ਦੇਣਾ ਪੈਂਦਾ ਹੈ। ਜਿਵੇਂ ਓਵੇਰੀਅਨ ਸਿਸਟ ਵਗੈਰਾ ਕਰਾਈ ਹੈ, ਅਗਰ ਲੈਪਰੋਸਕੋਪਿਕ ਕਰਾਈ ਹੈ, ਠੀਕ ਹੈ, ਤਾਂ ਉਹਨੂੰ ਜਲਦੀ ਤੋਂ ਜਲਦੀ ਪ੍ਰੈਗਨੈਂਸੀ ਲੈ ਲੈਣੀ ਚਾਹੀਦੀ ਹੈ ਕਿ ਤਾਂ ਕਿ ਸਿਸਟ ਜਿਹੜੀ ਹੈ ਨਾ ਬਣੇ ਦੁਬਾਰਾ, ਕਿਉਂਕਿ ਉਹ ਸਾਰੇ ਹਾਰਮੋਨ ਰਿਲੇਟਡ ਹੈ। ਜੇ ਤੁਸੀਂ ਵੇਟ ਕਰੀ ਜਾਓਗੇ ਟਾਈਮ ਜ਼ਿਆਦਾ ਲੰਘਾ ਦੋਗੇ, ਫਿਰ ਹਾਰਮੋਨਲ ਇੰਬੈਲੈਂਸ ਹੋ ਜਾਏਗਾ, ਤਾਂ ਫਿਰ ਪ੍ਰੈਗਨੈਂਸੀ ਨਾਰਮਲੀ ਕਿੰਨਾ ਕੁ ਗੈਪ ਰੱਖਣਾ ਚਾਹੀਦਾ ਹੈ? ਦੇਖੋ, ਜਿਵੇਂ ਸਰਜਰੀ ਹੋਈ ਹੈ, ਅਗਰ ਲੈਪਰੋਸਕੋਪਿਕਲੀ ਓਵੇਰੀਅਨ ਡ੍ਰਿਲਿੰਗ ਹੋਈ ਹੈ, ਮੰਨ ਲਓ ਸਿੰਪਲ ਪੋਲੀਸਿਸਟਿਕ ਓਵਰੀਜ਼ ਨੂੰ ਡ੍ਰਿਲ ਕੀਤਾ ਗਿਆ, ਤੇ ਨੈਕਸਟ ਮੰਥ ਪ੍ਰੈਗਨੈਂਸੀ ਲੈ ਸਕਦਾ ਪੇਸ਼ੈਂਟ। ਜੀ ਠੀਕ ਹੈ। ਤੇ ਜਿਵੇਂ ਕਈਆਂ ਦੀ ਇਹ ਵੀ ਧਾਰਨਾ ਰਹਿੰਦੀ ਕਿ ਟ੍ਰੀਟਮੈਂਟ ਲੈ ਰਹੇ ਆ ਤਾਂ ਬਈ ਸਪੈਸ਼ਲ ਪ੍ਰੀਕਾਸ਼ਨਸ ਚਾਹੀਦੀਆਂ ਜਾਂ ਸਪੈਸ਼ਲ ਖਾਣਾ ਪੀਣਾ ਜਾਂ ਸਪੈਸ਼ਲ ਕਈ ਉੱਠਣਾ ਬੈਠਣ ਦਾ ਹੀ ਤਰੀਕਾ ਬਦਲ ਦਿੰਦੇ ਨੇ, ਕਿ ਇਹਦੇ ਵਿੱਚ ਸਪੈਸ਼ਲ ਟ੍ਰੀਟਮੈਂਟ, ਸਪੈਸ਼ਲ ਰੈਸਟ ਕਰਨ ਦੀ ਲੋੜ ਰੱਖਦੇ? ਦੇਖੋ, ਆ ਸਾਰੇ ਨਾ ਵਹਿਮ ਹੈ ਪੇਸ਼ੈਂਟਸ ਦੇ ਮਨ ਵਿੱਚ ਕਿ ਜੇ ਆਪਾਂ ਨੇ ਟੈਸਟ ਟਿਊਬ ਬੇਬੀ ਕਰਾ ਲਿਆ ਤਾਂ ਸਭ ਮੰਜੇ ਤੇ ਪੈ ਜਾਵਾਂਗੇ 9 ਮਹੀਨੇ, ਬਿਲਕੁਲ ਆਰਾਮ ਕਰਨਾ ਪਏਗਾ, ਸਾਡਾ ਸਾਰਾ ਕੰਮਕਾਜ ਖਤਮ ਹੋ ਜਾਏਗਾ, ਬਾਰ-ਬਾਰ ਡਾਕਟਰ ਕੋਲ ਚੱਕਰ ਕਰਨ ਲਗਾਣੇ ਪੈਣਗੇ। ਮੇਰੇ ਕੋਲ ਕਈ ਪੇਸ਼ੈਂਟਸ ਆਉਂਦੇ ਜੋ ਕਹਿੰਦੇ ਸਾਨੂੰ 9 ਮਹੀਨੇ ਹੁਣ ਲੁਧਿਆਣਾ ਹੀ ਰਹਿਣਾ ਪਏਗਾ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਨਹੀਂ, ਤੁਸੀਂ ਆਪਣਾ ਕੰਮ ਕਰਾਓ ਤਾਂ ਆਪਣੇ ਥਾਂ ਜਾਓ, ਜਿੱਥੇ ਜੋ ਕੋਈ ਕੰਮ ਵੀ ਕਰ ਰਹੇ ਹੋ ਉਹ ਵੀ ਕੰਟੀਨਿਊ ਕਰੋ, ਠੀਕ ਹੈ। ਜੇ ਪ੍ਰੋਬਲਮ ਆਏਗੀ ਫਿਰ ਤਾਂ ਦੇਖੋ ਨਾਰਮਲ ਪ੍ਰੈਗਨੈਂਸੀ ਵਿੱਚ ਵੀ ਆ ਸਕਦੀ ਹੈ, ਫਿਰ ਤਾਂ ਬੈਡ ਰੈਸਟ ਦੀ ਲੋੜ ਹੈ। ਮੰਨ ਲਓ ਕੋਈ ਅਬੋਰਸ਼ਨ ਦਾ ਚਾਂਸ ਹੋ ਗਿਆ, ਕੁਝ ਹੋ ਗਿਆ, ਫਿਰ ਰੈਸਟ ਕਰਨ ਦੀ ਲੋੜ ਹੈ। ਅਦਰਵਾਈਜ਼ ਕੋਈ ਇੰਨੇ ਸਪੈਸ਼ਲ ਪ੍ਰੀਕਾਸ਼ਨਸ ਨਹੀਂ ਹੁੰਦੇ। ਮੇਰੇ ਕੋਲ ਕਿੰਨੇ ਪੇਸ਼ੈਂਟਸ ਆਉਂਦੇ ਜਿਨ੍ਹਾਂ ਦੀ 2 ਦਿਨ ਬਾਅਦ ਫਲਾਈਟ ਹੁੰਦੀ ਹੈ, ਤੇ ਇਹਦਾ ਮਤਲਬ ਥੋੜੀ ਨਾ ਕਿ ਉਹ ਬਾਹਰ ਨਹੀਂ ਜਾ ਸਕਦੇ, ਉਹ ਮੰਜੇ ਤੇ ਹੀ ਰਹਿਣਗੇ। ਨਹੀਂ, ਜਦ ਲੇਡੀ ਨੂੰ ਅਸੀਂ ਭਰੂਣ ਰੱਖਦੇ ਆ 20 ਤੋਂ 25 ਮਿੰਟ ਬਾਅਦ ਉਹ ਬੱਚੇਦਾਨੀ ਵਿੱਚ ਬਿਲਕੁਲ ਸਟੇਬਲ ਹੋ
ਹੋ ਜਾਂਦਾ ਹੈ, ਉਸ ਤੋਂ ਬਾਅਦ ਉਹ ਭਰੂਣ ਨਹੀਂ ਹਿਲਦਾ, ਠੀਕ ਹੈ ਨਾ। ਤੇ ਜੇ ਲੇਡੀ ਖੜੀ ਹੋਏਗੀ ਤਾਂ ਇਹਦਾ ਮਤਲਬ ਨਹੀਂ ਹੈ ਕਿ ਭਰੂਣ ਥੱਲੇ ਆ ਜਾਏਗਾ, ਠੀਕ ਹੈ। ਜ਼ਿਆਦਾ ਰੈਸਟ ਕਰਨ ਦੀ ਕੋਈ ਲੋੜ ਨਹੀਂ ਹੈ। ਜਿਹੜੇ ਪੇਸ਼ੈਂਟ ਕਰਾ ਕੇ ਚਲੇ ਜਾਂਦੇ ਆ ਗੱਡੀਆਂ ਕਰਕੇ, ਉਹਨਾਂ ਦੇ ਵੀ ਬੱਚੇ ਠਹਿਰ ਜਾਂਦੇ ਆ। ਸੋ ਇੱਕ ਬਹੁਤ ਗਲਤ ਧਾਰਨਾ ਹੈ ਪੇਸ਼ੈਂਟ ਦੇ ਮਨ ਵਿੱਚ ਕਿ ਅਸੀਂ ਕੰਮਕਾਜ ਸਾਰਾ ਖਤਮ ਹੋ ਜਾਏਗਾ, ਬਾਰ-ਬਾਰ ਆਣਾ ਪੜੇਗਾ ਡਾਕਟਰ ਕੋਲ, ਠੀਕ ਹੈ। ਕਿਉਂਕਿ ਟੀਕੇ ਤਾਂ ਆਪਾਂ ਪੈਕ ਕਰਕੇ, ਮੇਰੇ ਕੋਲ ਕਿੰਨੇ ਪੇਸ਼ੈਂਟਸ ਆਉਂਦੇ ਆ ਜੋ ਬਾਹਰੋਂ ਆਉਂਦੇ ਆ, ਟੀਕੇ ਪੈਕ ਕਰਕੇ ਲੈ ਜਾਂਦੇ ਆ, ਜਦ ਸਕੈਨ ਦੀ ਲੋੜ ਹੁੰਦੀ ਹੈ ਤਾਂ ਉਹ ਆਉਂਦੇ ਆ। ਜੀ ਬਿਲਕੁਲ। ਇੱਕ ਹੋਰ ਗਲਤ ਧਾਰਨਾ ਜੋ ਲੋਕਾਂ ਵਿੱਚ ਰਹਿੰਦੀ ਹੈ, ਉਹਨਾਂ ਨੂੰ ਇੱਕ ਵਹਿਮ ਰਹਿੰਦਾ ਹੈ ਕਿ ਟੈਸਟ ਟਿਊਬ ਬੇਬੀ ਟ੍ਰੀਟਮੈਂਟ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਟ੍ਰੀਟਮੈਂਟ ਲੈਂਦੇ ਤਾਂ ਕੀ ਇਹ ਬੱਚਾ ਸਾਡਾ ਹੀ ਹੋਏਗਾ। ਬਿਲਕੁਲ ਤੁਸੀਂ ਸਹੀ ਕਿਹਾ ਕਿ ਪੇਸ਼ੈਂਟ ਹਮੇਸ਼ਾ ਮੈਨੂੰ ਪੁੱਛਦਾ ਕਿ ਜੀ ਬੱਚਾ ਤਾਂ ਅਸੀਂ ਆਪਣਾ ਹੀ ਚਾਹੁੰਦੇ ਆ। ਟੈਸਟ ਟਿਊਬ ਬੇਬੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬੱਚਾ ਕਿਸੇ ਕੋਈ ਉਪਰਾ ਬੱਚਾ ਲੈ ਰਹੇ ਹੋ। ਜੇ ਆਪਾਂ ਨੇ ਪਰਾਇਆ ਬੱਚਾ ਲੈਣਾ ਤਾਂ ਪੇਸ਼ੈਂਟ ਨੂੰ ਦੱਸਿਆ ਜਾਂਦਾ ਹੈ ਕਿ ਹੁਣ ਬੱਚਾ ਤੁਹਾਡਾ ਠੀਕ ਨਹੀਂ, ਜਿੱਥੇ ਕੋਈ ਵੀ ਹੱਲ ਨਹੀਂ ਰਹਿੰਦਾ, ਹਾਂ ਨਹੀਂ ਰਹਿੰਦਾ, ਠੀਕ ਹੈ ਨਾ। ਤੇ ਹਮੇਸ਼ਾ ਟੈਸਟ ਟਿਊਬ ਬੇਬੀ ਅਗਰ ਹੋ ਰਿਹਾ ਪੇਸ਼ੈਂਟ ਦਾ, ਬੱਚਾ ਪੇਸ਼ੈਂਟ ਦਾ ਆਪਣਾ ਹੀ ਹੋਏਗਾ। ਤੇ ਦੂਜੀ ਜਿਹੜੀ ਬੜੀ ਗਲਤ ਧਾਰਨਾ ਹੁੰਦੀ ਹੈ ਕਿ ਟੈਸਟ ਟਿਊਬ ਬੇਬੀ ਬੜਾ ਮਹਿੰਗਾ ਇਲਾਜ ਹੈ, ਆ ਬਿਲਕੁਲ ਗਲਤ ਧਾਰਨਾ ਹੈ। ਪੇਸ਼ੈਂਟ ਛੋਟਾ ਇਲਾਜ ਕਰਕੇ ਮੇਰਾ ਖਿਆਲ ਕਈ ਵਾਰ ਜ਼ਿਆਦਾ ਪੈਸੇ ਖਰਚ ਦਿੰਦਾ ਹੈ, ਜੇ ਉਸੇ ਅੱਧੇ ਰੇਟ ਦੇ ਵਿੱਚ ਵੀ ਉਹਦਾ ਟੈਸਟ ਟਿਊਬ ਹੋ ਜਾਏਗਾ ਤੇ ਉਹੀ ਨਾਲੇ ਟਾਈਮ ਵੀ ਆਪਣਾ ਵੇਸਟ ਕਰ ਲੈਂਦੇ ਨੇ, ਫਾਈਨੈਂਸ਼ੀਅਲੀ ਫਿਜ਼ੀਕਲੀ ਬਹੁਤ ਪਰੇਸ਼ਾਨੀ ਝੇਲੇਗਾ। ਪਰ ਜਿਹੜੀ ਕੱਲ ਧਾਰਨਾ ਹੈ ਨਾ, ਇਹ ਪੇਸ਼ੈਂਟ ਨੂੰ ਨਿਕਾਲ ਦੇਣੀ ਚਾਹੀਦੀ ਹੈ ਦਿਮਾਗ ਵਿੱਚ ਕਿ ਟੈਸਟ ਟਿਊਬ ਬੇਬੀ ਹੈ ਤਾਂ ਇਹਦਾ ਮਤਲਬ ਕਿ ਤੁਸੀਂ 9 ਮਹੀਨੇ ਮੰਜੇ ਤੇ ਪਾਓ, ਬਿਲਕੁਲ ਬੈੱਡ ਰੈਸਟ ਹੈ, ਐਂਡ ਰਿਜ਼ਲਟ ਹੈ, ਐਸਾ ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੇ ਬਿਲਕੁਲ ਅਸੀਂ ਆਪਣੇ ਇਸ ਪ੍ਰੋਗਰਾਮ ਹੈਲਥ ਇਜ਼ ਵੈਲ ਦੇ ਜ਼ਰੀਏ ਇਹੀ ਅਵੇਅਰਨੈਸ ਲਿਆਉਣਾ ਚਾਹੁੰਦੇ ਆਪਣੇ ਸਮਾਜ ਦੇ ਵਿੱਚ, ਜਿਨ੍ਹਾਂ ਲੋਕਾਂ ਦੀ ਸੋਚ ਇਹ ਬਣੀ ਹੋਈ ਹੈ ਕਿ ਸ਼ਾਇਦ ਅਸੀਂ ਅਗਰ ਕੋਈ ਟ੍ਰੀਟਮੈਂਟ ਦੇ ਨਾਲ ਬੱਚਾ ਲੈਂਦੇ ਆ ਤਾਂ ਸ਼ਾਇਦ ਕੀ ਉਹ ਸਾਡਾ ਨਹੀਂ ਹੋਏਗਾ, ਜਾਂ ਸਾਨੂੰ ਐਕਸਟਰਾ ਰੈਸਟ ਕਰਨਾ ਪਏਗਾ, ਜਾਂ ਕਈ ਤਰ੍ਹਾਂ ਦੀ ਨਵੀਂ ਪ੍ਰੀਕਾਸ਼ਨਸ ਦੇਖਣੇ ਪੈਣਗੇ। ਇਹੋ ਜਿਹਾ ਕੁਝ ਨਹੀਂ ਹੈ। ਇਹ ਵਹਿਮ ਭਰਮ ਦੂਰ ਕਰੋ, ਤੇ ਅਗਰ ਕਿਸੇ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ ਹੈ, ਪ੍ਰੋਬਲਮ ਹੈ, ਤਾਂ ਇਸ ਤੋਂ ਨਿਜਾਤ ਪਾ ਸਕਦੇ ਹੋ। ਬਹੁਤ ਹੀ ਆਰਾਮ ਦੇ ਨਾਲ, ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਇਸ ਸਮੱਸਿਆ ਤੋਂ ਦੂਰ ਹੋ ਸਕਦੇ ਹੋ ਤੇ ਆਪਣੇ ਘਰ ਵਿੱਚ ਖੁਸ਼ੀਆਂ ਦੀ ਬਹਾਰ ਲਿਆ ਸਕਦੇ ਹੋ ਤੇ ਇੱਕ ਨੰਨੇ ਮੁੰਨੇ ਬੱਚੇ ਦਾ ਚਿਹਰਾ ਦੇਖ ਸਕਦੇ ਹੋ। ਜੀ ਤੇ ਮੈਂ ਇੱਥੇ ਨਾਲ ਹੀ ਜਾਣਨਾ ਚਾਹਾਂਗੀ ਕਿ ਲਾਈਕ ਜਿਵੇਂ ਤੁਹਾਡੇ ਕੋਲ ਕਈ ਤਰ੍ਹਾਂ ਦੇ ਕਈ ਏਜ ਗਰੁੱਪ ਦੇ ਕਪਲਸ ਆਉਂਦੇ ਹੋਣੇ, ਜ਼ਿਆਦਾਤਰ ਕਿਸ ਏਜ ਗਰੁੱਪ ਦੇ ਕਪਲਸ ਵਿੱਚ ਇਹ ਪ੍ਰੋਬਲਮ ਪਾਈ ਜਾ ਰਹੀ ਹੈ ਅੱਜਕੱਲ? ਦੇਖੋ ਅੱਜ ਕੱਲ ਇੱਕ ਤਾਂ ਸਭ ਤੋਂ ਪਹਿਲਾਂ ਮੈਰਿजेस ਲੇਟ ਹੋ ਗਈਆਂ ਸ਼ਹਿਰਾਂ ਵਿੱਚ ਵੀ, ਤੇ ਇਵਨ ਪਿੰਡਾਂ ਵਿੱਚ ਲੜਕੀਆਂ ਜਿਹੜੀਆਂ ਅੱਜ ਕੱਲ ਜ਼ਿਆਦਾ ਕੈਰੀਅਰ ਮਾਈਂਡਡ ਹੋ ਗਈਆਂ, ਤੇ ਅਗਰ ਉਹ 30 32 33 ਸਾਲ ਵਿੱਚ ਸ਼ਾਦੀ ਕਰਨਗੇ ਤਾਂ ਆਬਵੀਅਸਲੀ ਉਹਨਾਂ ਨੂੰ ਜਿਹੜੀ ਇਨਫਰਟੀਲਿਟੀ ਬਾਂਝਪਨ ਦੀ ਸਮੱਸਿਆ ਉਹ ਵਧੇਗੀ। ਬਾਕੀ ਜਿਹੜਾ ਰਿਹਾ ਏਜ ਗਰੁੱਪ ਸਾਰੇ ਤਰ੍ਹਾਂ ਦਾ ਏਜ ਗਰੁੱਪ ਆਉਂਦਾ ਹੈ। ਪੇਸ਼ੈਂਟ 20s ਵਿੱਚ ਵੀ ਆਉਂਦੇ ਆ, 30s ਵਿੱਚ ਵੀ ਆਉਂਦੇ ਆ, 40s ਵਿੱਚ ਵੀ ਆਉਂਦੇ ਆ। ਤੇ ਸਿੰਸ ਸਾਡਾ ਸੈਂਟਰ ਬਹੁਤ ਪੁਰਾਣਾ, ਬਹੁਤ ਸਾਰੇ ਪੇਸ਼ੈਂਟਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਕਈ ਵਾਰ ਥਾਂ ਤੋਂ ਇਲਾਜ ਵੀ ਕਰਾਇਆ ਹੁੰਦਾ, ਮਤਲਬ 올ਡਰ ਏਜ ਗਰੁੱਪ ਵੀ ਸਾਡੇ ਕੋਲ ਕਾਫੀ ਆਉਂਦਾ ਹੈ ਜਿਨ੍ਹਾਂ ਨੂੰ ਨਹੀਂ ਮਿਲਦਾ, ਮਤਲਬ ਬਾਕੀ ਸ਼ਹਿਰਾਂ ਤੋਂ ਇਲਾਜ ਸਾਰੇ ਕਰਾ ਲੈਂਦੇ ਆਪਣੇ ਸ਼ਹਿਰਾਂ ਚੋਂ ਛੋਟਾ ਇਲਾਜ ਕਰਾ ਕੇ ਜ਼ਿਆਦਾ ਟਾਈਮ ਲਗਾ ਦਿੰਦੇ ਆ। ਉਹ ਜੀ ਕੈਟੇਗਰੀ ਵੀ ਸਾਡੇ ਕੋਲ ਆਉਂਦੀ ਹੈ ਪੇਸ਼ੈਂਟ। ਜੀ ਬਿਲਕੁਲ। ਤੇ ਇਸ ਦੇ ਵਿੱਚ ਇਹ ਹੈ ਕਿ ਜਿਵੇਂ ਕਿ ਤੁਸੀਂ ਪਹਿਲਾਂ ਗੱਲ ਕੀਤੀ ਕਿ ਮੇਲਸ ਵਿੱਚ ਸ਼ੁਕਰਾਣੂ ਦੀ ਕਮੀ ਰਹਿੰਦੀ, ਇਸ ਦੇ ਪਿੱਛੇ ਕੀ ਰੀਜ਼ਨ ਰਹਿ ਸਕਦੇ ਨੇ? ਦੇਖੋ ਜਿਹੜੇ ਸ਼ੁਕਰਾਣੂਆਂ ਦੀ ਸਮੱਸਿਆ, ਜਿਹੜੇ ਸ਼ੁਕਰਾਣੂ ਘੱਟ ਹੁੰਦੇ ਆ ਉਹ ਕਈ ਕਾਰਨ ਦੇ ਨਾਲ ਹੋ ਸਕਦਾ ਹੈ। ਇੱਕ ਆਦਮੀ ਦਾ ਹਾਰਮੋਨਲ ਇੰਬੈਲੈਂਸ ਹੋਏ, ਜਾਂ ਬਚਪਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਹੋ ਗਈ ਹੋਏ, ਚੋਟ ਲੱਗ ਗਈ ਹੋਏ, ਕੋਈ ਆਪਰੇਸ਼ਨ ਹੋਇਆ ਹੋਏ, ਜਾਂ ਬਚਪਨ ਵਿੱਚ ਜਿਹੜੇ ਮੇਲਸ ਆ ਉਹਨਾਂ ਨੂੰ ਕੰਨ ਪੇੜੇ ਜਿਹਨੂੰ ਆਪਾਂ ਮੰਪਸ ਕਹਿੰਦੇ ਆ ਉਹ ਹੋਏ ਹੋਣ, ਉਹ ਜ਼ਿਆਦਾ ਸੀਵੀਅਰ ਹੋ ਜਾਣ ਤਾਂ ਜਿਹੜੀ ਗੋਲੀਆਂ ਉਹ ਡੈਮੇਜ ਹੋ ਜਾਂਦੀ ਹੈ ਜਿਹਨੂੰ ਆਪਾਂ ਟੈਸਟੀਕੂਲਰ ਐਟ੍ਰੋਫੀ ਕਹਿੰਦੇ ਆ, ਜਾਂ ਕੁਝ ਜੈਨੇਟਿਕ ਕਾਜ਼ਸ ਵੀ ਹੋ ਸਕਦੇ ਆ, ਜਾਂ ਜਿਹੜੀ ਨਾੜੀ ਤੋਂ ਸਪਰਮਸ ਉਹ ਬਾਹਰ ਨਿਕਲਦੇ ਆ ਉਹ ਨਾੜੀ ਬਲੌਕ ਹੋ ਸਕਦੀ ਹੈ, ਉਹਦੇ ਕਾਰਨ ਵੀ ਜਿਹੜਾ ਹੈ ਏਜ਼ੋਸਪਰਮੀਆ ਜਾਂ ਹੋ ਸਕਦਾ ਹੈ। ਜੀ ਤੇ ਕੁਝ ਕਿਹਾ ਹੈ ਜੋ ਸਿੰਪਟਮਸ ਵੀ ਹੁੰਦੇ ਨੇ ਫੀਮੇਲਸ ਜਾਂ ਮੇਲਸ ਦੇ ਲਈ, ਜਿਨ੍ਹਾਂ ਤੋਂ ਕਿ ਵਿਆਹ ਤੋਂ ਪਹਿਲਾਂ ਹੀ ਉਹਨਾਂ ਨੂੰ ਅੰਦੇਸ਼ਾ ਹੋ ਜਾਂਦਾ ਹੈ ਕਿ ਹਾਂ ਕਿ ਇਹਨਾਂ ਨੂੰ ਕੱਲ ਨੂੰ ਇਹ ਪ੍ਰੋਬਲਮ ਵੱਧ ਜਾਏਗੀ ਤਾਂ ਸ਼ਾਇਦ ਬਾਂਝਪਨ ਦੀ ਪ੍ਰੋਬਲਮ ਆ ਸਕਦੀ ਹੈ। ਦੇਖੋ ਲੇਡੀਜ਼ ਵਿੱਚ ਤਾਂ ਸਭ ਤੋਂ ਪਹਿਲਾਂ ਜਿਹਨਾਂ ਨੂੰ ਮਾਹਵਾਰੀ ਦੀ ਪ੍ਰੋਬਲਮ ਹੋਏ, ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਅਗਰ ਇੱਕ ਕਪਲ ਨੂੰ ਜਿਹੜੇ 1 ਸਾਲ ਹੋ ਗਿਆ ਸ਼ਾਦੀ ਤੋਂ ਘੱਟ ਸਾਲ ਹੋਏ ਆ, ਪਰ ਲੇਡੀ ਦੀ ਉਮਰ ਵੀ ਚਾਹੇ ਘੱਟ ਹੈ, ਉਹਨੂੰ ਮਾਹਵਾਰੀ ਦੀ ਸਮੱਸਿਆ ਆ ਰਹੀ ਹੈ, ਮਾਹਵਾਰੀ ਸਿਰਫ ਦਵਾਈਆਂ ਦੇ ਨਾਲ ਆਉਂਦੀ ਹੈ ਜਾਂ ਇਰੈਗੂਲਰ ਪੀਰੀਅਡਸ ਹੈ, ਇਹਦਾ ਮਤਲਬ ਉਹਨੂੰ ਪ੍ਰੈਗਨੈਂਸੀ ਦੀ ਪ੍ਰੋਬਲਮ ਆਏਗੀ, ਅੰਡੇਦਾਨੀ ਦੀ ਸਮੱਸਿਆ ਹੋਏਗੀ ਜਾਂ ਬੱਚੇਦਾਨੀ ਦੀ ਸਮੱਸਿਆ ਹੋਏਗੀ। ਉਹਨੂੰ ਆ ਸਿੰਪਟਮਸ ਵਾਰਨ ਕਰ ਰਹੇ ਆ ਕਿ ਤੁਸੀਂ ਜਲਦੀ ਇਲਾਜ ਕਰਾ ਲਓ। ਰਹੀ ਆਦਮੀਆਂ ਵਿੱਚ ਗੱਲ, ਆਦਮੀਆਂ ਵਿੱਚ ਇਹੋ ਜਿਹਾ ਨਹੀਂ ਕਹਿ ਸਕਦੇ, ਸਿਰਫ ਇੱਕ ਆਦਮੀ ਨੂੰ ਕਮਜ਼ੋਰੀ ਮਹਿਸੂਸ ਹੋ, ਪਰ ਅਗਰ ਉਹਨੂੰ ਕਮਜ਼ੋਰੀ ਵੀ ਹੋਏਗੀ ਤਾਂ ਹੋ ਸਕਦਾ ਹੈ ਸਪਰਮ ਕਾਊਂਟ ਬਿਲਕੁਲ ਨਾਰਮਲ ਹੋਏ। ਫਿਜ਼ੀਕਲ ਪ੍ਰੋਬਲਮ ਹੋ ਸਕਦੀ ਹੈ, ਸਾਈਕੋਲੋਜੀਕਲ ਪ੍ਰੋਬਲਮ ਹੋ ਸਕਦੀ ਹੈ, ਪਰ ਲੇਡੀ ਨੂੰ ਹਮੇਸ਼ਾ ਪਤਾ ਲੱਗ ਜਾਏਗਾ ਕਿ ਉਹਨੂੰ ਪ੍ਰੈਗਨੈਂਸੀ ਵਿੱਚ ਪ੍ਰੋਬਲਮ ਆਏਗੀ ਜਦੋਂ ਉਹਦੀ ਮਾਹਵਾਰੀ ਦੀ ਪ੍ਰੋਬਲਮ ਆਏਗੀ। ਜੀ ਤੇ ਇੱਕ ਹੋਰ ਜੋ ਚੀਜ਼ ਰਹਿੰਦੀ ਹੈ ਨਾ ਕਿ
ਪ੍ਰੈਗਨੈਂਸੀ ਠਹਿਰ ਗਈ ਕਿ ਵੀ ਬੜਾ ਡਾਊਟ ਰਹਿੰਦਾ ਹੈ ਲੋਕਾਂ ਦੇ ਮਨ ਵਿੱਚ ਕਿ ਜੋ ਬੱਚਾ ਹੋਏਗਾ ਕਿ ਨਾਰਮਲ ਬੱਚਿਆਂ ਦੀ ਤਰ੍ਹਾਂ ਹੀ ਬੱਚਾ हाँ ਹੋਏਗਾ। बिल्कुल, क्योंकि टेस्ट ट्यूब बेबी कराया तो पेशेंट सोचता है कि पता नहीं जी। नॉर्मल डिलीवरी होएगी कि नहीं। जी। बिल्कुल नॉर्मल भी हो सकती है, जी। कॉम्प्लिकेशन तक किसी ਵਿੱਚ ਵੀ ਹੈ। मैं तो पेशेंट ਨੂੰ ਹਮੇਸ਼ਾ ਕਹਿੰਦੀ ਹਾਂ ਤੁਹਾਨੂੰ ਬਾਹਰ ਜਾ ਕੇ ਜਦ ਤੁਸੀਂ ਬੜੇ ਪੇਸ਼ੈਂਟ ਆਉਂਦੇ ਆ ਜਿਹੜੇ ਦੱਸਣਾ ਹੀ ਨਹੀਂ ਚਾਹੁੰਦੇ ਕਿ ਨਾ ਅਸੀਂ ਟੈਸਟ ਟਿਊਬ ਬੇਬੀ ਕਰਾਇਆ ਹੈ, ਮਤਲਬ जी। ਲੁਕੋ ਰੱਖਣਾ ਚਾਹੁੰਦੇ ਆ ਆਪਣੇ ਰਿਲੇਟਿਵਸ ਤੋਂ, ਤੇ ਉਹ ਵੀ ਤਾਂ ਨਾਰਮਲੀ ਡਿਲੀਵਰ ਕਰਦੇ ਹੀ ਕਰਦੇ ਆ ਨਾ। जी, जी। जब तक कोई ऑब्स्टेटिक कॉम्प्लिकेशन नहीं आएगी, मतलब कोई और कॉम्प्लिकेशन नहीं आएगी, तब तक सिजेरियन नहीं होता, यूजुअली नॉर्मल डिलीवरीज होती है। जी 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 जी। सो ये सारे वहम है पेशेंट्स ਦੇ ਮਨ ਵਿੱਚ ਕਿ ਬੈੱਡ ਰੈਸਟ ਕਰਨਾ ਪਏਗਾ, ਬੱਚਾ ਬਾਹਰ ਨਿਕਲ ਜਾਏਗਾ ਜਾਂ ਨਾਰਮਲੀ ਹੋਏਗਾ, ਸਿਜ਼ੇਰੀਅਨ ਹੋਏਗਾ, ਸਾਰੇ ਵਹਿਮ ਹੈ। ਇਹੋ ਜੀ ਗੱਲਾਂ ਕੋਈ ਨਹੀਂ ਹੁੰਦੀਆਂ। ਜੀ ਬਿਲਕੁਲ। ਤੇ ਜੋ ਕਪਲ ਹੁੰਦੇ ਨੇ ਨਾ ਕਈ ਆਪਣੇ ਕੈਰੀਅਰ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸੋਚਦੇ ਨੇ ਕਿ ਇਹ ਸਾਡਾ ਮੈਰਿਜ ਤੋਂ ਬਾਅਦ ਕਾਫੀ ਟਾਈਮ ਆਪਣਾ ਕਹਿੰਦੇ ਨੇ ਕਿ ਅਸੀਂ ਸੈਟਲ ਹੋ ਜਾਈਏ, ਫਾਈਨੈਂਸ਼ੀਅਲੀ ਸੈਟਲ ਹੋ ਜਾਈਏ, ਕੈਰੀਅਰ ਸਾਡਾ ਸਹੀ ਹੋ ਜਾਏ, ਕਿ ਉਹ ਗੈਪ ਪਾਉਣ ਨਾਲ ਵੀ ਇਹ ਪ੍ਰੋਬਲਮ ਵੱਧ ਜਾਂਦੀ ਹੈ। ਹਾਂ ਬਿਲਕੁਲ, ਦੇਖੋ ਜਿਹੜੀ ਬਾਂਝਪਨ ਦੀ ਸਮੱਸਿਆ ਜਿਵੇਂ ਜਿਵੇਂ ਏਜ ਵਧੇਗੀ ਉਹ ਜ਼ਿਆਦਾ ਹੋਈ ਜਾਏਗੀ। ਜੀ। ਠੀਕ ਹੈ ਨਾ। ਸਪੋਜ਼ਿੰਗ ਇੱਕ ਹਸਬੈਂਡ ਵਾਈਫ ਮੈਰਿਡ ਹੈ, ਉਹਨਾਂ ਨੇ ਬਾਹਰ ਜਾਣਾ ਹੈ, ਜੀ। ਸਪੋਜ਼ਿੰਗ ਉਹ ਬਾਹਰ ਜਾਣ ਦੀ ਪਲਾਨ ਕਰ ਜੀ। ਰਿਹਾ ਹੈ, ਤੇ ਲੇਡੀ ਆਪਣੇ ਐਗ ਫ੍ਰੀਜ਼ ਕਰਾ ਕੇ ਜਾ ਸਕਦੀ ਹੈ। ਬਿਲਕੁਲ। ਕੱਲ ਨੂੰ ਉਹਨੂੰ ਕੋਈ ਪ੍ਰੋਬਲਮ ਹੈ, ਘੱਟੋ ਘੱਟ ਉਹਦੇ ਐਗਸ ਤਾਂ ਫ੍ਰੀਜ਼ ਹੋਣ, ਜਾਂ ਹਸਬੈਂਡ ਆਪਣੇ ਸ਼ੁਕਰਾਣੂ ਨੂੰ ਫ੍ਰੀਜ਼ ਕਰਾ ਸਕਦਾ ਹੈ। ਜੀ ਜੀ ਠੀਕ ਹੈ ਨਾ। ਉਹ ਫ੍ਰੀਜ਼ ਕਰਕੇ ਰੱਖੇ ਜਾਂਦੇ ਆ, ਫਿਰ ਜਦ ਉਹਨਾਂ ਨੂੰ ਬੱਚੇ ਦੀ ਲੋੜ ਹੋਏਗੀ ਉਹ ਭਰੂਣ ਬਣਾ ਸਕਦੇ ਆ ਆਪਾਂ। ਜੀ ਜੀ ਜੀ। ਤੇ ਇਸੇ ਤਰੀਕੇ ਨਾਲ ਜਿਵੇਂ ਕਿ ਕਈ ਕਪਲ ਹੁੰਦੇ ਨੇ, ਹਸਬੈਂਡ ਜੋ ਬਾਹਰ ਜੌਬ ਕਰਦਾ ਤੇ ਉਸ ਦੇ ਵਿੱਚ ਵੀ ਇਸੇ ਤਰ੍ਹਾਂ ਆਪਾਂ ਉਹਨਾਂ ਦੇ ਸ਼ੁਕਰਾਣੂ ਜੋ ਹੈ ਫ੍ਰੀਜ਼ ਕਰ ਲੈਂਦੇ। ਬਿਲਕੁਲ ਬਿਲਕੁਲ। ਜੇ ਹਸਬੈਂਡ ਬਾਰ-ਬਾਰ, ਕਈ ਹਸਬੈਂਡਸ ਨੂੰ ਵੈਸੇ ਹੀ ਸੀਮਨ ਦੇਣ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਹਸਪੀਟਲ ਵਿੱਚ ਉਹ ਬਾਰ-ਬਾਰ ਸੀਮਨ ਨਹੀਂ ਦੇ ਸਕਦੇ, ਜੀ, ਜੀ। ਤੇ ਅਸੀਂ ਉਹਨਾਂ ਦਾ ਇੱਕ ਸੀਮਨ ਸੈਂਪਲ ਲੈ ਕੇ ਫ੍ਰੀਜ਼ ਕਰਕੇ ਰੱਖ ਸਕਦੇ ਆ। ਜੀ। ਠੀਕ ਹੈ। ਜਾਂ ਹਸਬੈਂਡ ਬਾਹਰ ਰਹਿੰਦਾ ਹੈ, ਉਹ ਇੱਕੋ ਵਾਰ ਆਇਆ ਆਪਣਾ ਵੀਰਜ ਦੇ ਕੇ ਚਲੇ ਗਏ ਬਾਹਰ, ਜੀ। ਜਾਂ ਹਸਬੈਂਡ ਆਰਮੀ ਵਿੱਚ ਪੋਸਟਡ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਜੌਬ ਕਰ ਰਹੇ ਆ, ਹਸਬੈਂਡ ਬਾਰ-ਬਾਰ ਨਹੀਂ ਆ ਸਕਦੇ ਸੀਮਨ ਸੈਂਪਲ ਜੀ, ਵਾਸਤੇ ਜੀ। ਜਾਂ ਜਰਕਦੇ ਆ ਸੀਮਨ ਸੈਂਪਲ ਦੇਣ ਵਾਸਤੇ, ਤਾਂ ਉਹ ਵੀਰਜ ਲੈ ਕੇ ਫ੍ਰੀਜ਼ ਕੀਤਾ ਜਾ ਸਕਦਾ। ਤੇ ਇਹ ਜਿਹੜਾ ਸੈਂਪਲ ਹੈ ਅਣਗਿਣਤ ਟਾਈਮ ਵਾਸਤੇ ਫ੍ਰੀਜ਼ ਕੀਤਾ ਜਾਂਦਾ ਹੈ, ਜੀ। ਮਤਲਬ ਕਿ ਕੋਈ ਟਾਈਮ ਪੀਰੀਅਡ ਨਹੀਂ ਹੈ ਕਿ 1 ਸਾਲ ਬਾਅਦ ਖਰਾਬ ਹੋ ਜਾਏਗਾ ਜਾਂ 2 ਸਾਲ ਬਾਅਦ ਹੋ ਜਾਏਗਾ। ਉਹ ਅਸੀਂ ਜਦ ਤੱਕ ਚਾਹੀਏ ਅਸੀਂ ਉਹਨੂੰ ਫ੍ਰੀਜ਼ ਕਰਕੇ ਰੱਖ ਮਤਲਬ ਸਕਦੇ ਲਾਈਕ ਹਾਂ। ਅਗਰ ਫਸਟ ਟਾਈਮ ਬੇਬੀ ਹੋਗਾ ਤਾਂ ਸੈਕਿੰਡ ਟਾਈਮ ਵੀ ਉਹਨਾਂ ਨੂੰ ਚਾਹੁੰਦੇ ਨੇ ਤਾਂ ਉਸ ਬਿਲਕੁਲ। ਕਈ ਵਾਰ ਪੇਸ਼ੈਂਟ ਆਈਵੀਐਫ ਕਰਾਉਂਦਾ ਹੈ, ਦੇਖੋ ਉਹਦੇ ਸਪੇਅਰ ਐਮਬ੍ਰੀਓਜ਼ ਹੈ, ਜਿਹੜੇ ਸਪੇਅਰ ਬੱਚੇ ਆ ਉਹ ਬਚੇ ਹੋਏ ਆ। ਜੀ। ਸਪੋਜ਼ਿੰਗ ਉਹਦੀ ਫਸਟ ਟਾਈਮ ਪ੍ਰੈਗਨੈਂਸੀ ਹੋ ਗਿਆ, ਹੁਣ ਉਹ ਸੈਕਿੰਡ ਬੇਬੀ ਲੈਣਾ ਚਾਹੁੰਦਾ ਹੈ, ਉਹਨੂੰ ਜੀ। ਆਈਵੀਐਫ ਦੀ ਦੁਬਾਰਾ ਲੋੜ ਹੀ ਨਹੀਂ ਪਏਗੀ, ਉਹਦੇ ਫਰੋਜ਼ਨ ਪਏ ਆ ਬੱਚੇ ਦੇ। ਜੀ। ਠੀਕ ਹੈ ਨਾ। ਸਿਰਫ ਆਪਾਂ ਨੂੰ ਥੌ ਕਰਨੇ ਆ ਤੇ ਬੱਚੇਦਾਨੀ ਵਿੱਚ ਪਾਣੇ ਆ। ਜੀ ਵਾਕਈ ਬਿਲकुल। ਤੇ ਇਸ ਤਰ੍ਹਾਂ ਦੀ ਟੈਕਨੀਕ ਦਾ ਫਾਇਦਾ ਅਸੀਂ ਤਾਂ ਹੀ ਚੱਕ ਸਕਾਂਗੇ ਜੇ ਅਸੀਂ ਕਿਸੇ ਅੱਛੇ ਮਾਹਿਰ ਡਾਕਟਰ ਤੋਂ ਸਲਾਹ ਲਵਾਂਗੇ, ਤਾਂ ਕਿ ਇੱਕ ਵਾਰੀ ਤੁਸੀਂ ਜੋ ਸ਼ੁਰੂਆਤ ਕੀਤੀ ਉਸ ਦੇ ਨਾਲ ਅੱਗੋਂ ਲੌਂਗ ਟਰਮ ਵੀ ਤੁਹਾਨੂੰ ਰਿਜ਼ਲਟਸ ਮਿਲਦੇ ਰਹਿਣ। ਤੇ ਇੱਥੇ ਮੈਂ ਇਹ ਜਾਣਨਾ ਚਾਹਾਂਗੀ ਕਿ ਲਾਈਕ ਤੁਸੀਂ ਕਿਹਾ ਕਿ ਅਸੀਂ ਅੰਡਿਆਂ ਨੂੰ ਵੀ ਫ੍ਰੀਜ਼ ਕਰ ਲੈਂਦੇ ਆ, ਸ਼ੁਕਰਾਣੂ ਨੂੰ ਵੀ ਫ੍ਰੀਜ਼ ਕਰ ਲਿਆ, ਤੇ ਕੀ ਉਹਨਾਂ ਦੀ ਜੋ ਆਪਾਂ ਕਵਾਂਗੇ ਕਿ ਉਹਨਾਂ ਦੀ ਜੋ ਅੱਛੀ ਚੀਜ਼ ਹੁੰਦੀ ਹੈ ਉਹ ਬਰਕਰਾਰ ਰਹਿੰਦੀ ਹੈ ਨਾ ਲੌਂਗ ਟਰਮ ਆਪਾਂ ਫ੍ਰੀਜ਼ ਕਰਦੇ ਹਾਂ ਜੀ? ਹਾਂ ਬਿਲਕੁਲ, ਤੁਸੀਂ ਬਹੁਤ ਸਹੀ ਕੁਐਸਚਨ ਪੁੱਛਿਆ ਹੈ। ਮੇਰੇ ਕੋਲ ਬਹੁਤ ਪੇਸ਼ੈਂਟਸ ਵੀ ਪੁੱਛਦੇ ਆ ਕਿ ਆਪਾਂ ਫਰੋਜ਼ਨ ਕਰਾ ਰਹੇ ਆ ਸਾਈਕਲ, ਕੀ ਸਕਸੈਸ ਰੇਟ ਘੱਟ ਹੋਏਗਾ? ਨਹੀਂ, ਬਿਲਕੁਲ ਨਹੀਂ। ਅੱਜ ਕੱਲ ਜਿਹੜੀ ਟੈਕਨੀਕਸ ਆਂਦੀ ਹੈ ਜਿਹਨੂੰ ਆਪਾਂ ਵਿਟਰੀਫਿਕੇਸ਼ਨ ਟੈਕਨੀਕ ਕਹਿੰਦੇ ਆ, ਉਹਦੇ ਨਾਲ कोई फर्क नहीं है, चाहे फ्रोजन साइकिल है चाहे फ्रेश साइकिल है, मतलब कि चाहे फ्रेश पेशेंट अपने एग्स नाल कराया, बल्कि फ्रोजन साइकिल का कई बार रिजल्ट ज्यादा मन्निया जाता है क्योंकि वो नैचुरल तरीके का साइकिल होता है। मतलब कोई एक्सट्रा इंजेक्शन नहीं लग रहे पेशेंट को, कोई एक्सट्रा हार्मोन्स नहीं दिते जा रहे, तो ਉਹਦੇ ਨਾਲ कई बार सक्सेस रेट ज्यादा ही ਹੁੰਦਾ है। आप बिल्कुल गलत ਧਾਰਨਾ ਹੈ ਕਿ ਫਰੋਜ਼ਨ ਸਾਈਕਲ ਕਰਾਣਗੇ ਤਾਂ ਉਹਦਾ ਸਕਸੈਸ ਰੇਟ ਘੱਟ ਹੋਏਗਾ। ਆਪਣਾ ਦੇਖੋ, ਤੁਸੀਂ ਐਗ ਬੈਂਕ ਤੋਂ ਅੰਡੇ ਵੀ ਤਾਂ ਲੈਣੇ ਹੀ ਹੋ ਨਾ, ਤੁਸੀਂ ਫਰੈਸ਼ ਤਾਂ ਲੈ ਨਹੀਂ ਸਕਦੇ ਕਿਉਂਕਿ ਅੱਜ ਕੱਲ ਇੰਨੀਆਂ ਬਿਮਾਰੀਆਂ, HIV ਹੈ, ਏਡਜ਼ ਹੈ, HBsAg ਹੈ, ਕੋਈ ਵੀ ਵਾਇਰਲ ਡਿਜ਼ੀਜ਼ਸ ਹੁੰਦੀਆਂ ਸਾਰੀ ਟ੍ਰਾਂਸਮਿਟ ਹੁੰਦੀ ਹੈ ਨਾ, ਤਾਂ ਇਹਦੇ ਵਾਸਤੇ ਫਰੋਜ਼ਨ ਐਗਸ ਲੈਣੇ ਬਹੁਤ ਜ਼ਰੂਰੀ ਹੈ ਕਿਉਂਕਿ ਲੇਡੀ ਟੈਸਟਡ ਤਾਂ ਹੋਏ ਨਾ ਘੱਟੋ ਘੱਟ ਕਿ ਜਿਸ ਲੇਡੀ ਦੇ ਤੁਸੀਂ ਐਗਸ ਲੈ ਰਹੇ ਹੋ ਉਹ ਕੋਈ ਬਿਮਾਰੀ ਤਾਂ ਨਹੀਂ ਤੁਹਾਨੂੰ ਮਿਲ ਰਹੀ ਉਹਦੇ ਵਿੱਚੋਂ। ਤਾਂ ਠੀਕ ਹੈ, ਇਹ ਫਰੋਜ਼ਨ ਦਾ कोई सक्सेस रेट ਦੇ ਵਿੱਚ ਬਿਲਕੁਲ ਫਰਕ ਨਹੀਂ ਪੈਂਦਾ, ਬਿਲਕੁਲ ਨਾਰਮਲ ਹੈ, ਐਬਸੋਲੂਟਲੀ ਨਾਰਮਲ ਜੀ। ਤੇ ਆਪਾਂ ਹੋਰ ਕਈ ਕੁਐਸਚਨਸ ਹੈ ਜੋ ਆਪਾਂ ਤੁਹਾਡੇ ਤੋਂ ਪੁੱਛਣੇ, ਲੇਕਿਨ ਫਿਲਹਾਲ ਇੱਕ ਹੋਰ ਕਾਲਰ ਜੋ ਹੈ ਸਾਡੇ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਤਾਂ ਬਲਕਾ ਹੈ। ਹਾਂਜੀ, ਕਿਹੜੀ जगह ਤੋਂ बोल रहे हो? मैं मेरठ से हूँ मैडम। ओके, क्या परेशानी है आपकी? मैडम मेरे को ये मेरी जो नंद है ना उनके लिए पूछना था मेरे को। जी पूछिए। उनके ना बच्चे नहीं है और शादी को 15 साल हो गए जी। वो इतना टाइम निकाल दिया, क्या नुक्स बताया? नहीं, मैं भी उनकी जो सिचुएशन है वो बताती हूँ। उनका ना ट्यूब ब्लॉक है, तो उन्होंने 2 बार बेबी टेस्ट ट्यूब भी करा लिया है, तो उनका वो मिसकैरेज हो जाता है 2 बार। मिसकैरेज हो रहा है? क्यों मिसकैरेज हो रहा है? वो चेकअप कराया कि क्यों हुआ है मिसकैरेज? दोनों बार किस टाइम पे खराब हुआ उनके बच्चा? ये तो मैडम मेरे को इतना नहीं मालूम, पर उनका बोल कोई मैडम मतलब वो बोल रही थी, मेरी नंद बोल रही थी कि बच्चेदानी छोटी है ऐसे बता रही थी, तो मैंने इतना तो उनसे पूछा नहीं। वो बस यही बोल रही थी कि 2 बार हो गया और कराया भी
उन्होंने वहीं था मेरठ में ही कराया था बेबी टेस्ट ट्यूब। हाँ, तो इसका मतलब उनको टेस्ट ट्यूब बेबी से ऊपर की टेक्निक से होनी चाहिए। अगर बच्चेदानी कमजोर है, बच्चा नहीं पकड़ रही, तो एक्स्ट्रा हार्मोनल सपोर्ट देनी चाहिए ताकि बच्चेदानी जो है बच्चा पकड़ ले, ठीक है ना। और अबॉर्शन के और कई रीजन जो है वो ढूंढने चाहिए कि क्यों हो रहे हैं, कोई वायरल इन्फेक्शन तो नहीं, जिनको हम टॉर्च टेस्ट बोलते हैं, या जो भ्रूण बन रहा है वो जेनेटिकली नॉर्मल बन रहा है, एम्ब्रियो मतलब जो उन्होंने रखवाया उनके एम्ब्रियो नॉर्मल बन रहे हैं, एबनॉर्मल तो नहीं बन रहे, ये सारी जांच करवा के फिर वो आगे अपना इलाज करवाएं। जी, अच्छा, मतलब हो सकते हैं उनको, जैसे वो अभी हाँ, बता हो सकता है उनको डॉक्टर ने बोल दिया कि उनकी ट्यूब ना ब्लॉक है, दोनों ब्लॉक है। पहले भी तो टेस्ट ट्यूब वो भी कराया ट्यूबल ब्लॉक के कारण, तो अब तीसरी बार क्यों नहीं करा सकती? वो बिल्कुल करा सकती है, अगर उनका सारे हार्मोन्स नॉर्मल है और सब कुछ नॉर्मल है तो क्यों नहीं करा सकती? वो करा सकती है बिल्कुल। ਤੇ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਕਿ ਟੈਸਟ ਟੂ ਬੇਬੀ ਨਾਲ ਹੀ ਕਰਵਾਇਆ ਲੇਕਿन 2 ਵਾਰ ਅਬੋਰਸ਼ਨ ਹੋ ਗਿਆ, ਤਾਂ ਕਿੰਨੇ ਚਾਂਸ ਜੋ ਹੈ ਇਸੇ ਟੈਕਨੀਕ ਦੇ? देखो, जब तक एक लेडी ਦੇ ਅੰਡੇ ਠੀਕ ਬੰਦੇ ਹੈ ਤੇ ਉਹ ਚਾਂਸ ਲੈ ਸਕਦੇ ਆ। ਉਹ ਜੀ ਕੋਈ ਪਾਬੰਦੀ ਨਹੀਂ ਹੁੰਦੀ ਕਿ ਤੁਸੀਂ ਇੱਕ ਵਾਰ ਟੈਸਟ ਟਿਊਬ ਬੇਬੀ ਕਰਾ ਲਿਆ ਤਾਂ ਤੁਸੀਂ ਦੁਬਾਰਾ ਨਹੀਂ ਕਰਾ ਸਕਦੇ, ਤੁਸੀਂ ਦੁਬਾਰਾ ਵੀ ਕਰਾ ਸਕਦੇ ਹੋ। ਪਰ ਜ਼ਰੂਰ ਲੱਭਣਾ ਚਾਹੀਦਾ ਕਿ ਫਸਟ ਟਾਈਮ ਕਿਉਂ ਫੇਲ ਹੋ ਗਿਆ, ਤਾਂ ਕਿ ਆਪਾਂ ਸੈਕੰਡ ਟਾਈਮ ਉਹ ਪ੍ਰੋਬਲਮ ਨਾ ਆਂਦੀ ਹੈ। ਬਿਲਕੁਲ ਬਿਲਕੁਲ। ਤੇ ਹੁਣੇ ਤੁਸੀਂ ਗੱਲ ਕਰ ਰਹੇ ਸੀ ਨਾਲੇ ਟਾਰਚ ਟੈਸਟ ਬਾਰੇ, ਇਹ ਕਿਸ ਚੀਜ਼ ਦਾ ਟੈਸਟ? देखो, रिपीटेड अबॉर्शंस वास्ते किया जाता है, कोई टॉक्सोप्लाज्मा वगैरह, कोई किसी भी तरह की कुछ वायरल इन्फेक्शंस ਹੁੰਦੀਆਂ ਜਿਹਦੇ ਕਾਰਨ ਇੱਕ ਲੇਡੀ ਨੂੰ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਤਾਂ ਅਬੋਰਟ ਹੋ ਜਾਂਦੀ ਹੈ। ਤੇ ਇਹਨਾਂ ਦੇ ਟੈਸਟ ਹੋਣੇ ਬਹੁਤ ਜ਼ਰੂਰੀ ਸੀ ਕਿ ਮਤਲਬ ਕਿਉਂ ਨਹੀਂ, ਕਿ ਉਹ ਪ੍ਰੋਬਲਮ ਤਾਂ ਨਹੀਂ ਹੈ। ਇੱਕ ਸਿੰਪਲ ਬਲੱਡ ਟੈਸਟ ਹੁੰਦਾ, ਉਹਦੇ ਵਿੱਚ ਪਤਾ ਲੱਗ ਜਾਂਦਾ ਹੈ। ਜੀ ਜੀ ਜੀ, ਜਿਵੇਂ ਕਿ ਇਹ ਗੱਲ ਕਰ ਰਹੇ ਸੀ ਕਿ ਬਾਰ-ਬਾਰ ਟੈਸਟ ਟੂ ਬੇਬੀ ਜ਼ਰੀਏ ਹੀ ਕੰਸੀਵ ਕਰਵਾ ਰਹੇ ਸੀ ਲੇਕਿਨ ਬਾਰ-ਬਾਰ ਅਬੋਰਸ਼ਨ ਹੋ ਰਿਹਾ ਸੀ, ਤੇ ਰੀਜ਼ਨ ਪਤਾ ਨਾ ਹੋਣ ਕਰਕੇ ਸ਼ਾਇਦ ਉਹਨਾਂ ਨੇ ਆਪਣਾ ਕੰਟੀਨਿਊ ਵੀ ਨਹੀਂ ਕੀਤਾ ਟ੍ਰੀਟਮੈਂਟ। ਹਾਂ ਬਿਲਕੁਲ, ਮੈਂ ਹਮੇਸ਼ਾ ਕਹਾਂਗੀ ਕਿ ਕਦੇ ਵੀ ਤੁਸੀਂ ਹਤਾਸ਼ ਹੋ ਕੇ ਨਾ ਬੈਠੋ ਘਰੇ ਕਿ ਤੁਸੀਂ ਇੱਕ ਵਾਰ ਕਰਾ ਲਿਆ ਚਲੋ ਹੋਣਾ ਹੀ ਨਹੀਂ, ਸਾਡੀ ਕਿਸਮਤ, ਇਹੋ ਜੀ ਕੋਈ ਗੱਲ ਨਹੀਂ ਹੈ। ਟੈਸਟ ਟਿਊਬ ਬੇਬੀ ਹੋ ਸਕਦਾ ਸਕਸੈਸਫੁਲ, ਬਿਲਕੁਲ ਪੇਸ਼ੈਂਟ ਲੈ ਕੇ ਜਾਂਦੇ ਆ ਬੱਚੇ ਜੀ। ਤੇ ਜਿਨ੍ਹਾਂ ਦਾ ਕਿ ਟੈਸਟ ਟਿਊਬ ਦੇ ਜ਼ਰੀਏ ਨਹੀਂ ਪ੍ਰੈਗਨੈਂਸੀ ਹੋ ਪਾ ਰਹੀ ਤਾਂ ਉਹਨਾਂ ਨੂੰ ਅੱਗੋਂ ਕਿਹੜਾ ਮਤਲਬ ਫਰਦਰ ਸਟੈਪ ਕੀ ਲੈਣਾ ਚਾਹੀਦਾ ਹੈ? ਮੈਂ ਤੁਹਾਨੂੰ ਦੱਸਿਆ ਮਤਲਬ ਕਿ ਉਹਨਾਂ ਨੂੰ ਹੋਰ ਵੱਡਾ ਇਲਾਜ ਕਰਾਉਣੇ ਚਾਹੀਦੇ, ਕਿਉਂਕਿ ਅੱਜ ਕੱਲ੍ਹ ਇਹ ਇਲਾਜ ਅਵੇਲੇਬਲ ਹੈ, ਇੰਡੀਆ ਵਿੱਚ ਅਵੇਲੇਬਲ ਹੈ, ਪੰਜਾਬ ਵਿੱਚ ਅਵੇਲੇਬਲ ਹੈ। ਸਿਰਫ ਪੇਸ਼ੈਂਟ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਪ੍ਰੋਪਰ ਕਾਉਂਸਲਿੰਗ ਦੀ ਲੋੜ ਹੈ, ਪੇਸ਼ੈਂਟ ਨੂੰ ਮੋਰਲ ਸਪੋਰਟ, ਠੀਕ ਹੈ, ਉਹ ਸਾਰਾ ਮਿਲਣਾ ਚਾਹੀਦਾ ਹੈ ਤਾਂ ਕਿ ਕਨਸੀਵ ਹੋ ਜਾਏ। ਹਾਂਜੀ, ਜਿਵੇਂ ਕਿ ਸਾਡੇ ਹੁਣੇ ਕਾਲਰ ਸੀ, ਇਹਨਾਂ ਨੇ ਗੱਲ ਕੀਤੀ ਸੀ ਕਿ 2 ਵਾਰ ਟੈਸਟ ਟੂ ਬੇਬੀ ਦੇ ਜ਼ਰੀਏ ਇਹਨਾਂ ਨੇ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਅਦ ਸ਼ਾਇਦ ਇਹਨਾਂ ਨੇ ਹਿੰਮਤ ਹੀ ਛੱਡ ਦਿੱਤੀ ਕਿ 15 ਸਾਲ ਹੋ ਚੁੱਕੇ ਸੀ ਮੈਰਿਜ ਦੇ। ਸੋ ਬਹੁਤ ਜ਼ਰੂਰੀ ਹੈ ਕਿ ਅਗਰ ਤੁਹਾਨੂੰ ਖੁਦ ਪਤਾ ਹੈ ਕਿ ਇੰਨਾ ਟਾਈਮ ਹੋ ਚੁੱਕਿਆ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਜਲਦੀ ਤੋਂ ਜਲਦੀ ਇਸ ਤੋਂ ਸਮੱਸਿਆ ਤੋਂ ਜੋ ਅਸੀਂ ਦੂਰ ਹੋਈਏ ਤੇ ਇੱਕ ਅਸਲੀ ਰਿਜ਼ਲਟ ਵੱਲ ਪਹੁੰਚੀਏ, ਤਾਂ ਬਹੁਤ ਜ਼ਰੂਰੀ ਹੈ ਇੱਕ ਅੱਛੇ ਡਾਕਟਰ ਕੋਲ ਜਾਓ ਤਾਂ ਕਿ ਸਮਾਂ ਰਹਿੰਦਿਆਂ ਉਹ ਤੁਹਾਡੀ ਪ੍ਰੋਬਲਮ ਨੂੰ ਪਕੜ ਸਕੇ। ਇਹ ਜ਼ਰੂਰੀ ਨਹੀਂ ਕਿ ਅਲੱਗ-ਅਲੱਗ ਤਰ੍ਹਾਂ ਦੇ ਇਲਾਜ ਕਰ ਰਹੇ ਨੇ ਲੇਕਿਨ ਰਿਜ਼ਲਟ ਨਹੀਂ ਆ ਰਿਹਾ। ਸੋ ਕਾਬਿਲ ਡਾਕਟਰ ਉਹੀ ਮੰਨਿਆ ਜਾਏਗਾ ਜੋ ਜੜ ਤੱਕ ਪਹੁੰਚ ਰਿਹਾ ਔਰ ਸਮਝ ਰਿਹਾ ਕਿ ਪਰੇਸ਼ਾਨੀ ਕਿੱਥੇ ਹੈ ਤੇ ਉਸੇ ਦਾ ਹੀ ਰਿਜ਼ਲਟ ਕਰਕੇ ਅੱਗੋਂ ਤੁਹਾਨੂੰ ਅੱਛੇ ਰਿਜ਼ਲਟਸ ਆਣ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਸਕਣ। ਬਿਲਕੁਲ ਜੀ। ਤੇ ਇਸ ਦੇ ਇਲਾਵਾ ਮੈਂ ਜਾਣਨਾ ਚਾਹਾਂਗੀ ਤੁਹਾਡੇ ਤੋਂ ਕਿ ਜੋ ਕਪਲਸ ਨੇ ਜੋ ਇਸ ਪਰੇਸ਼ਾਨੀ ਨਾਲ ਜੂਝ ਰਹੇ ਨੇ, ਜੋ ਬਾਚਪਨ ਦੀ ਸਮੱਸਿਆ ਤੋਂ ਪਰੇਸ਼ਾਨ ਨੇ, ਉਹਨਾਂ ਨੂੰ ਕਿਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ? देखो, सब तो पहला तो एक हेल्दी लाइफस्टाइल होना बहुत जरूरी है। जब तक एक पेशेंट हेल्दी लाइफस्टाइल नहीं बताएगा उन्होंने और समस्या आई जाएगी। हस्बैंड अगर ड्रिंकिंग कर रहा है, ਉਹਦਾ वजन वध रहा है, वाइफ घरे बैठी है, कोई काम नहीं कर रही, डिप्रेशन हो रहा है, तो उन्होंने इस चीज तो बाहर निकलना पड़ेगा, ठीक है। एक्सरसाइज का बहुत ਵੱਡਾ ਰੋਲ ਹੈ, ਹੈਲਦੀ ਫੂਡ ਦਾ ਬਹੁਤ ਰੋਲ ਹੈ, ਤਲੀ ਹੋਈ ਚੀਜ਼ਾਂ ਘੱਟ ਕਰਨੀਆਂ ਚਾਹੀਦੀਆਂ, weight ਘਟਾਉਣਾ ਚਾਹੀਦਾ ਹੈ, ਪਲੱਸ ਇੱਕ ਸਟ੍ਰੈਸ ਫ੍ਰੀ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ। ਪੇਸ਼ੈਂਟ ਨੂੰ ਪ੍ਰੋਪਰ ਕਾਉਂਸਲਿੰਗ ਲੈਣੀ ਚਾਹੀਦੀ ਹੈ। ਸਟ੍ਰੈਸ ਰਿਲੀਵ ਕਰਨ ਵਾਸਤੇ ਕੋਈ ਵੀ ਕੰਮ ਕਰੇ ਪਰ ਉਹ ਸਟ੍ਰੈਸ ਨਹੀਂ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਸਹੀ ਕਿਹਾ। ਮਤਲਬ ਮੈਂ ਹਮੇਸ਼ਾ ਹਰ ਟੈਸਟ ਟਿਊਬ ਬੇਬੀ ਕਰਨ ਤੋਂ ਬਾਅਦ ਪੇਸ਼ੈਂਟ ਨੂੰ ਸਲਾਹ ਦਿੰਦੀ ਹਾਂ ਕਿ ਤੁਸੀਂ ਹੁਣ ਤੁਹਾਡਾ ਕੰਮ ਹੋ ਗਿਆ, ਹੁਣ ਤੁਸੀਂ ਰੱਬ ਨੂੰ ਯਾਦ ਕਰੋ, ਸਟ੍ਰੈਸ ਦੂਰ ਕਰੋ, ਮਤਲਬ ਉਹਦੇ ਬਾਰੇ ਨਾ ਜ਼ਿਆਦਾ ਸੋਚੋ। ਜਿੰਨਾ ਸੋਚੋਗੇ ਉਹ ਕੰਮ ਹੋਰ ਖਰਾਬ ਹੁੰਦਾ ਹੈ, ਬੋਡੀ ਵਿੱਚ ਹੋਰ ਹਾਰਮੋਨਸ ਪ੍ਰੋਡਿਊਸ ਹੁੰਦੇ ਆ ਜਿਹੜੇ ਕਿ ਪ੍ਰੈਗਨੈਂਸੀ ਨਹੀਂ ਹੁੰਦੇ। ਯਾਨੀ ਇੱਕ ਚੰਗਾ এনवायरमेंट ਹੋਣਾ ਵੀ ਬਹੁਤ ਜ਼ਰੂਰੀ ਹੈ ਜੀ। ਤੇ ਕਈ ਵਾਰੀ ਕੀ ਹੁੰਦਾ ਕਿ ਫਸਟ ਜੋ ਪ੍ਰੈਗਨੈਂਸੀ ਨਾਰਮਲ ਹੀ ਹੁੰਦੀ ਹੈ ਕਿ ਉਸ ਤੋਂ ਬਾਅਦ ਵੀ ਇਹ ਪ੍ਰੋਬਲਮ ਵੱਧ ਜਾਂਦੀ, ਲੇਕਿਨ ਜੋ ਕਪਲਸ ਹੈ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦੇ। ਬਿਲਕੁਲ, ਦੇਖੋ ਬਾਂਝਪਨ ਦੀ ਸਮੱਸਿਆ ਤਾਂ ਕਦੇ ਵੀ ਆ ਸਕਦੀ ਹੈ। ਹੋ ਸਕਦਾ ਇੱਕ ਕਪਲ ਨੂੰ ਪ੍ਰੈਗਨੈਂਸੀ ਨਾਰਮਲ ਹੋ ਜਾਏ ਪਰ ਉਹ ਵੇਟ ਕਰੀ ਜਾਣ ਕਿ ਹੋ ਜਾਏਗਾ ਆਪਣੇ, ਜਾਂ 2 ਸਾਲ 3 ਸਾਲ ਬੀਤ ਗਏ ਬੱਚਾ ਨਹੀਂ ਹੋ ਰਿਹਾ, ਤਾਂ ਹੋ ਸਕਦਾ ਉਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਜਿਹੜੀ ਆ ਗਈ, ਕਿਉਂਕਿ ਬਾਂਝਪਨ ਦੀ ਪ੍ਰੋਬਲਮ ਪਹਿਲੇ ਬੇਬੀ ਵਿੱਚ ਵੀ ਆ ਸਕਦੀ ਹੈ, ਦੂਜੇ ਵਾਰ ਵੀ ਆ ਸਕਦੀ ਹੈ। ਤੇ ਉਹਨਾਂ ਨੂੰ ਵੇਟ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਵੀ ਟ੍ਰੀਟਮੈਂਟ ਦੀ ਲੋੜ ਹੈ। ਯਾਨੀ ਕਿ ਇੱਕ ਵਾਰ ਹੋ ਗਿਆ ਨਾਰਮਲ ਤਾਂ ਦੂਜੀ ਵਾਰ ਵੀ ਹੋ ਜਾਏਗਾ। ਜੀ ਜੀ ਬਿਲਕੁਲ, ਸਮੱਸਿਆ ਆ ਸਕਦੀ ਹੈ ਜੀ ਬਿਲਕੁਲ। ਤੇ ਇਸ ਟ੍ਰੀਟਮੈਂਟ ਦੇ ਵਿੱਚ ਕੀ ਕਾਉਂਸਲਿੰਗ ਦੇ ਜ਼ਰੀਏ ਉਹਨਾਂ ਦੇ ਪਰਿਵਾਰ ਨੂੰ ਵੀ ਜੋੜਿਆ ਜਾਂਦਾ ਨਾਲ ਕਿ ਉਹਨਾਂ ਨੂੰ ਬਿਲਕੁਲ, ਕਿਉਂਕਿ
ਇੰਡੀਅਨ ਸੁਸਾਇਟੀ ਵਿੱਚ ਸਾਰੀ ਜੁਆਇੰਟ ਫੈਮਿਲੀਜ਼ ਹੈ, ਸਾਰੇ ਪਰਿਵਾਰ ਇਕੱਠੇ ਹੋ ਕੇ ਰਹਿੰਦੇ ਆ, ਬਿਲਕੁਲ। ਠੀਕ ਹੈ, ਤੇ ਹਸਬੈਂਡ ਵਾਈਫ ਨੂੰ ਹਮੇਸ਼ਾ ਅਸੀਂ ਐਡਵਾਈਸ ਕਰਦੇ ਆ ਕਿ ਵੱਡੇ ਬਜ਼ੁਰਗ ਨਾਲ ਲੈ ਕੇ ਆਓ ਆਪਣੇ, ਠੀਕ ਹੈ, ਤਾਂ ਕਿ ਆਪਾਂ ਟ੍ਰੀਟਮੈਂਟ ਐਕਸਪਲੇਨ ਕਰੀਏ। ਜੀ ਹੇਅਰ ਕਮਸ ਦਾ ਰੋਲ ਆਫ ਕਾਉਂਸਲਿੰਗ, ਮਤਲਬ ਕਿ ਤੁਸੀਂ ਸਾਰਾ ਕੁਝ ਸਮਝਾਓ ਉਹਨਾਂ ਨੂੰ, ਬਿਲਕੁਲ। ਠੀਕ ਹੈ, ਕਿਉਂਕਿ ਪੇਸ਼ੈਂਟ ਦੇ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇਹ ਇਲਾਜ ਹੋ ਰਿਹਾ ਹੈ ਤੇ ਇਹਦੇ ਨਾਲ ਆ ਕੁਝ ਹੋਏਗਾ ਪੇਸ਼ੈਂਟ ਨੂੰ। ਜੀ 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 ਠੀਕ ਹੈ? ਬਿਲਕੁਲ ਤੇ ਬਿਲਕੁਲ ਪੇਸ਼ੈਂਟ ਦੇ ਜਿਹੜੇ ਅਟੈਂਡੈਂਟਸ ਹੈ ਉਹਨਾਂ ਨੂੰ ਵੀ ਬਹੁਤ ਸਪੋਰਟਿੰਗ ਹੋਣਾ ਚਾਹੀਦਾ ਹੈ, ਮਤਲਬ ਤਾਨੇ ਮਾਰਨ ਨਾਲ ਤਾਂ ਕੋਈ ਪ੍ਰੈਗਨੈਂਸੀ ਨਹੀਂ ਨਾ ਹੋਏਗੀ, ਲੇਡੀ ਨੂੰ ਅਗਰ ਤਾਨੇ ਹੀ ਮਾਰੀ ਜਾਓ ਤਾਂ ਕੀ ਫਾਇਦਾ ਹੋਏਗਾ, ਬਿਲਕੁਲ, ਬਿਲਕੁਲ। ਠੀਕ ਹੈ ਨਾ। ਇਹ ਤਾਂ ਸਾਰਾ ਜੁਆਇੰਟ ਐਫਰਟ ਹੁੰਦਾ ਹੈ, ਪੇਸ਼ੈਂਟ ਦਾ, ਡਾਕਟਰ ਦਾ, ਅਟੈਂਡੈਂਟਸ ਦਾ। ਜੀ 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 ਬਿਲਕੁਲ। ਸੋ ਇਹੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਸਪੋਰਟ ਕਰਨਾ ਚਾਹੀਦਾ ਹੈ ਜੇ ਜੋੜਿਆਂ ਨੂੰ, ਬਜਾਏ ਕਿ ਉਹਨਾਂ ਨੂੰ ਤਾਨੇ ਮਾਰਨ ਦੇ, ਉਹਨਾਂ ਨੂੰ ਇੱਕ ਅਜਿਹਾ ਜਿਹਾ এনवायरमेंट ਦਿਓ ਕਿ ਅਗਰ ਉਹ ਟ੍ਰੀਟਮੈਂਟ ਲੈ ਰਹੇ ਨੇ ਤਾਂ ਤੁਹਾਡੇ ਵੱਲੋਂ ਦਿੱਤਾ ਹੋਇਆ এনवायरमेंट ਉਹਨਾਂ ਨੂੰ ਇੰਨਾ ਕੁ ਬੈਨੀਫੀਸ਼ੀਅਲ ਰਵੇ, ਇੰਨਾ ਕੁ ਵਧੀਆ ਰਵੇ ਕਿ ਤੁਹਾਡਾ ਪਰਿਵਾਰ ਜੋ ਹੈ ਤੁਹਾਡੇ ਵਿਹੜੇ ਵਿੱਚ ਖੁਸ਼ੀਆਂ ਜ਼ਰੂਰ ਸੱਜ ਜਾਣ। ਤੇ ਇੱਕ ਹੋਰ ਇਸ ਚੀਜ਼ ਟ੍ਰੀਟਮੈਂਟ ਬਾਰੇ ਜਾਣਨਾ ਚਾਹਾਂਗੀ ਕਿ ਲੋਕਾਂ ਵਿੱਚ ਇੱਕ ਇਹ ਵੀ ਧਾਰਨਾ ਬੜੀ ਰਹਿੰਦੀ ਹੈ ਕਿ ਸ਼ਾਇਦ ਅਸੀਂ ਟ੍ਰੀਟਮੈਂਟ ਕਰਾਵਾਂਗੇ ਤਾਂ ਬਹੁਤ ਹੀ ਪੇਨਫੁਲ ਰਹਿਣ ਵਾਲਾ ਹੈ ਟ੍ਰੀਟਮੈਂਟ। ਨਹੀਂ, ਬਿਲਕੁਲ ਟੈਸਟ ਟਿਊਬ ਬੇਬੀ ਕੋਈ ਪੇਨਫੁਲ ਪ੍ਰੋਸੀਜਰ ਨਹੀਂ ਹੈ। ਪੇਸ਼ੈਂਟ ਨੂੰ ਇੰਜੈਕਸ਼ਨਸ ਲੱਗਦੇ ਆ, ਠੀਕ ਹੈ, ਤੇ ਜਦ ਅਸੀਂ ਐਗਸ ਕੱਢਦੇ ਆ ਪੇਸ਼ੈਂਟ ਦੇ, ਉਹ ਅਲਟਰਾਸਾਊਂਡ ਦੇ ਜ਼ਰੀਏ ਕੱਢੇ ਜਾਂਦੇ ਆ। ਬਹੁਤ ਸਾਲ ਪਹਿਲਾਂ ਤਾਂ ਜਿਹੜਾ ਫਰਸਟ ਟੈਸਟ ਟਿਊਬ ਬੇਬੀ ਹੋਇਆ ਸੀ ਉਹ ਦੂਰਬੀਨ ਦੇ ਨਾਲ ਪਹਿਲੇ ਅੰਡੇ ਕੱਢਦੇ ਸੀ ਲੋਕੀ, ਠੀਕ ਹੈ, ਤੇ ਹੁਣ ਤਾਂ ਦੂਰਬੀਨ ਪਾਉਣ ਦੀ ਵੀ ਲੋੜ ਨਹੀਂ, ਅਲਟਰਾਸਾਊਂਡ ਦੇ ਜ਼ਰੀਏ, ਟ੍ਰਾਂਸਵੈਜਾਈਨਲ ਸੋਨੋਗ੍ਰਾਫੀ ਦੇ ਜ਼ਰੀਏ ਅੰਡੇ ਕੱਢੇ ਜਾ ਸਕਦੇ ਆ। ਤੇ ਛੋਟਾ ਜਿਹਾ ਐਨੈਸਥੀਸੀਆ, ਸ਼ਾਰਟ ਜਨਰਲ ਐਨੈਸਥੀਸੀਆ ਹੁੰਦਾ, ਪੇਸ਼ੈਂਟ 10-15 ਮਿੰਟ ਦਾ ਟੋਟਲ ਪ੍ਰੋਸੀਜਰ ਹੈ ਤੇ ਕੋਈ ਪੇਨਫੁਲ ਪ੍ਰੋਸੀਜਰ ਨਹੀਂ ਹੈ। ਮਤਲਬ ਡਰਨ ਦੀ ਕੋਈ ਗੱਲ ਨਹੀਂ। ਜਦ ਅਸੀਂ ਭਰੂਣ ਵੀ ਰੱਖਦੇ ਆ ਬੱਚੇਦਾਨੀ ਦੇ ਅੰਦਰ ਤਾਂ ਕੋਈ ਬਿਲਕੁਲ ਪੇਨਲੈਸ ਪ੍ਰੋਸੀਜਰ ਹੈ, ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਕਿ ਜਦੋਂ ਉਹਦੇ ਐਮਬ੍ਰੀਓ ਟ੍ਰਾਂਸਫਰ ਹੋ ਜਾਏ। ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜੋ ਡਾਕਟਰ ਸੁਮਿਤਾ ਸੋਫਤ ਤੁਹਾਨੂੰ ਗੱਲਾਂ ਦੱਸ ਰਹੇ ਨੇ ਤੁਸੀਂ ਉਹਨਾਂ ਦਾ ਜ਼ਰੂਰ ਫਾਇਦਾ ਚੱਕੋਗੇ ਤੇ ਜ਼ਰੂਰ ਜੇ ਤੁਹਾਡੇ ਪਰਿਵਾਰ ਵਿੱਚ ਨਹੀਂ ਤਾਂ ਤੁਹਾਡੇ ਆਸ ਪੜਾਸੀਆਂ, ਤੁਹਾਡੇ ਰਿਸ਼ਤੇਦਾਰੀ ਵਿੱਚ ਵੀ ਕਿਤੇ ਕੋਈ ਇਸ ਪਰੇਸ਼ਾਨੀ ਤੋਂ ਜੂਝ ਰਿਹਾ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਹੈਲਪ ਕਰ ਸਕੋ, ਕਿਉਂਕਿ ਇਹ ਛੋਟੇ-ਛੋਟੇ ਗੱਲਾਂ ਨੇ। ਜੇ ਇੱਕ-ਇੱਕ ਕਰਕੇ ਸਾਡੇ ਸਮਾਜ ਵਿੱਚ ਸਭ ਨੂੰ ਇਹ ਚੀਜ਼ਾਂ ਦੀ ਨੌਲੇਜ ਹੋ ਜਾਏਗੀ ਤਾਂ ਸਾਡੇ ਸਮਾਜ ਵਿੱਚ ਇਹ ਪਰੇਸ਼ਾਨੀ ਆਪਣੇ ਆਪ ਹੌਲੀ-ਹੌਲੀ ਦੂਰ ਹੋ ਜਾਏਗੀ। ਸੋ ਇਹਨਾਂ ਚੀਜ਼ਾਂ ਵਿੱਚ ਗੌਰ ਕਰਨਾ ਚਾਹੀਦਾ ਹੈ। ਇਹ ਸਾਇੰਸ ਹੈ, ਇੱਕ ਸਾਨੂੰ ਸਭ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਜ਼ਰੂਰੀ ਨਹੀਂ ਕਿ ਜੋ ਡਾਕਟਰੀ ਕਰ ਰਹੇ ਉਹਨਾਂ ਨੂੰ ਹੀ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਸੋ ਇਸ ਪ੍ਰੋਗਰਾਮ ਦਾ ਇਹੀ ਮਕਸਦ ਹੈ ਕਿ ਜਿਨ੍ਹਾਂ ਨੂੰ ਇਸ ਟ੍ਰੀਟਮੈਂਟ ਨੂੰ ਲੈ ਕੇ ਕੋਈ ਵਹਿਮ ਨੇ, ਭਰਮ ਨੇ ਔਰ ਉਹ ਸੋਚਦੇ ਨੇ ਸ਼ਾਇਦ ਇਹ ਬਹੁਤ ਹੀ ਮੁਸ਼ਕਿਲ ਪ੍ਰੋਸੈਸ ਹੈ, ਤੇ ਇਹ ਕੋਈ ਮੁਸ਼ਕਿਲ ਪ੍ਰੋਸੈਸ ਨਹੀਂ ਹੈ, ਬੜੇ ਹੀ ਆਰਾਮ ਦੇ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ। ਤੇ ਸਾਡੇ ਇੱਕ ਕਾਲਰ ਲਾਈਨ ਤੇ ਆ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰਨੀਤ ਹੈ। ਹਾਂਜੀ, ਕਿੱਥੋਂ ਬੋਲ ਰਹੇ ਹੋ? ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਬੋਲ ਰਹੀ ਹਾਂ। ਹਾਂਜੀ, ਕੀ ਪਰੇਸ਼ਾਨੀ ਹੈ ਤੁਹਾਨੂੰ? ਮੇਰੀ ਪ੍ਰੈਗਨੈਂਸੀ ਚੱਲ ਰਹੀ, ਮਿਸਕੈਰੇਜ ਹੋ ਜਾਂਦਾ। ਜੀ ਦੇਖੋ, ਇਹਨਾਂ ਨੂੰ ਰਿਪੀਟਡ ਅਬੋਰਸ਼ਨ ਦਾ ਕਿੰਨੀ ਵਾਰ ਹੋ ਚੁੱਕਿਆ ਹੈ ਅਬੋਰਸ਼ਨ ਤੁਹਾਡੇ? ਮਿਸਕੈਰੇਜ ਹੋ ਜਾਂਦਾ, 2 ਵਾਰ ਹੋ ਚੁੱਕਿਆ। ਮਤਲਬ ਦੇਖੋ, ਪੇਸ਼ੈਂਟ ਨੂੰ ਇੱਕ ਵਾਰ ਜਦ ਅਬੋਰਸ਼ਨ ਹੋ ਗਿਆ, ਜ਼ਿਆਦਾ ਵਾਰ ਹੋ ਗਿਆ ਤਾਂ ਉਹਨੂੰ ਵੇਟ ਨਹੀਂ ਕਰਨੀ ਚਾਹੀਦੀ, ਕਿਉਂਕਿ ਬਾਰ-ਬਾਰ ਜਦ ਅਬੋਰਸ਼ਨ ਹੋਣਗੇ ਤਾਂ ਬੱਚੇਦਾਨੀ ਵਿੱਚ ਇਨਫੈਕਸ਼ਨ ਵੀ ਹੋ ਜਾਏਗੀ। ਇਹ ਇਨਫੈਕਸ਼ਨ ਅਲਟੀਮੇਟਲੀ ਟਿਊਬਾਂ ਨੂੰ ਵੀ ਡੈਮੇਜ ਕਰੇਗੀ। ਬਿਲਕੁਲ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਪ੍ਰੋਪਰ ਜਾਂਚ ਕਰਾਣੀ ਚਾਹੀਦੀ ਹੈ। ਜਾਂਚ ਜਦ ਸਾਰਾ ਕੁਝ ਪਤਾ ਲੱਗ ਜਾਏਗਾ ਉਸ ਤੋਂ ਬਾਅਦ ਹੀ ਪ੍ਰੈਗਨੈਂਸੀ ਲੈਣੀ ਚਾਹੀਦੀ ਹੈ। ਔਰ ਸਾਨੂੰ ਪਹਿਲਾਂ ਅਬੋਰਸ਼ਨ ਦੇ ਕਾਰਨ ਲੱਭਣੇ ਪੈਣਗੇ ਕਿ ਕਿਹੜੇ ਮਹੀਨੇ ਅਬੋਰਸ਼ਨ ਹੁੰਦਾ ਹੈ, ਕਿਉਂ ਹੁੰਦਾ ਹੈ। ਹੋ ਸਕਦਾ ਬੱਚੇਦਾਨੀ ਦੇ ਵਿੱਚ ਦੂਰਬੀਨ ਪਾ ਕੇ ਦੇਖਿਆ ਜਾਏ, ਕਈ ਵਾਰ ਬੱਚੇਦਾਨੀ ਦੇ ਹਿੱਸੇ ਹੀ 2 ਹੋਏ ਹੁੰਦੇ ਹੈ, ਜਾਂ ਕੋਈ ਪਰਦਾ ਹੁੰਦਾ ਹੈ ਦੂਰ ਬੱਚੇਦਾਨੀ ਵਿੱਚ, ਜਾਂ ਕੋਈ ਰਿਪੀਟਡ ਕੋਈ ਜੈਨੇਟਿਕ ਪ੍ਰੋਬਲਮ ਹੈ। ਸਾਰਾ ਕੁਝ ਦੇਖ ਕੇ ਹੀ ਫਿਰ ਪ੍ਰੈਗਨੈਂਸੀ ਪਲਾਨ ਕਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਤੇ ਫਿਰ ਇੱਥੇ ਮੈਂ ਜਾਣਨਾ ਚਾਹਨੀ ਕਿ ਕੋਈ ਅਜੇ ਐਡਵਾਂਸ ਟੈਸਟ ਵਗੈਰਾ ਹੁੰਦੇ ਨੇ ਕਿ ਜੋ ਕਪਲ ਪ੍ਰੈਗਨੈਂਸੀ ਲਈ ਸੋਚ ਰਿਹਾ ਹੈ ਕਿ ਹੁਣ ਵੀ ਜ਼ਿੰਦਗੀ ਵਿੱਚ ਬੱਚਾ ਲਿਆਂਦਾ ਜਾਏ, ਤਾਂ ਕੀ ਕੁਝ ਐਡਵਾਂਸ ਟੈਸਟ ਵੀ ਹੁੰਦੇ ਨੇ ਜਿਸ ਤੋਂ ਪਤਾ ਚੱਲ ਜਾਏ ਕਿ ਪਹਿਲਾਂ ਹੀ ਕਲੀਅਰ ਹੋ ਜਾਏ ਕਿ ਕੋਈ ਬਿਲਕੁਲ, ਜਦ ਵੀ ਕੋਈ ਟ੍ਰੀਟਮੈਂਟ ਕਰਾਣਾ ਹੈ ਸਾਰੇ ਟੈਸਟ ਕਰਨੇ ਬਹੁਤ ਜ਼ਰੂਰੀ ਹੈ। ਮਤਲਬ ਟ੍ਰੀਟਮੈਂਟ ਕਰਨ ਤੋਂ ਬਾਅਦ ਟੈਸਟ ਕਰਾਉਣ ਦਾ ਕੋਈ ਫਾਇਦਾ ਨਹੀਂ ਹੈ। ਪ੍ਰੋਪਰ ਪਹਿਲਾਂ ਇਨਵੈਸਟੀਗੇਸ਼ਨਸ ਹੋਣੀਆਂ ਬਹੁਤ ਜ਼ਰੂਰੀ ਹੈ। ਤੁਹਾਡਾ ਡਾਕਟਰ ਜਿਹੜਾ ਐਕਸਪਰਟ ਹੈ ਉਹ ਦੱਸੇਗਾ ਕਿ ਆਹ ਟੈਸਟ ਬਹੁਤ ਜ਼ਰੂਰੀ ਹੈ, ਉਸ ਤੋਂ ਬਾਅਦ ਹੀ ਕੋਈ ਟ੍ਰੀਟਮੈਂਟ ਲੈਣਾ। ਕਿਉਂਕਿ ਕੋਈ ਟ੍ਰੀਟਮੈਂਟ ਮੰਨ ਲਓ ਤੁਸੀਂ ਟੈਸਟ ਟਿਊਬ ਬੇਬੀ ਕਰਾ ਲਿਆ, ਫੇਲ ਹੋ ਗਿਆ, ਤੁਹਾਨੂੰ ਪੂਰੇ ਕਾਰਨ ਹੀ ਨਹੀਂ ਮਤਲਬ ਪਤਾ ਲੱਗਾ ਕਿ ਸਪਰਮ ਕਾਊਂਟ ਹੀ ਇੰਨਾ ਘੱਟ ਸੀ, ਠੀਕ ਹੈ ਨਾ, ਜਾਂ ਹੋਰ ਕਈ ਚੀਜ਼ਾਂ ਹੈ, ਜਾਂ ਹਾਰਮੋਨਲ ਇੰਬੈਲੈਂਸ ਹੈ, ਪੇਸ਼ੈਂਟ ਆ ਕੇ ਕਹੇ ਜੀ ਮੇਰਾ ਸਿੱਧਾ ਟੈਸਟ ਟਿਊਬ ਬੇਬੀ ਕਰ ਦਿਓ, ਇੰਜ ਨਹੀਂ ਹੁੰਦਾ। ਟੈਸਟ ਹੁੰਦੇ ਆ, ਟੈਸਟਾਂ ਵਿੱਚ ਜਿਹੜਾ ਨੁਕਸ ਹੁੰਦਾ ਉਹਨੂੰ ਦੂਰ ਕਰਕੇ ਫਿਰ ਟ੍ਰੀਟਮੈਂਟ ਕੀਤਾ ਜਾਂਦਾ ਹੈ। ਜੀ ਬਿਲਕੁਲ। ਤੇ ਜਿਵੇਂ ਵੈਸੇ ਕੋਈ ਨਾਰਮਲ ਕਪਲ ਹੈ ਜਿਸ ਨੂੰ ਕੋਈ ਪ੍ਰੋਬਲਮ ਨਹੀਂ, ਕਿ ਉਹ ਵੀ ਕੋਈ ਕੁਝ ਟੈਸਟ ਕਰਵਾ ਕੇ ਪਹਿਲਾਂ ਤੋਂ ਕਿ ਕੇਅਰਫੁਲੀ ਕਿ ਹਾਂ ਅੱਗੋਂ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਨਹੀਂ, ਮਤਲਬ ਅਗਰ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਹੀ ਲੋੜ ਹੈ ਨਾ, ਜਦ ਉਹਨੂੰ ਬੱਚਾ ਨਹੀਂ ਹੋਇਆ ਫਿਰ ਹੀ ਉਹ ਟੈਸਟ ਕਰਾਏਗਾ। ਜੀ 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 ਬਿਲਕੁਲ ਬਿਲਕੁਲ। ਤੇ ਹੋਰ ਕਿਸ ਤਰ੍ਹਾਂ ਦੀ ਪ੍ਰੋਬਲਮਸ ਹੈ ਜੋ ਮੈਨੂੰ ਸਮਝ ਨਾ ਆ ਰਹੀਆਂ ਹੋਣ, ਤੁਸੀਂ ਮਾਹਿਰ ਹੋ ਇਸ ਵਿਸ਼ੇ ਦੇ ਵਿੱਚ, ਜੋ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਦੇਖੋ, ਦਰਸ਼ਕਾਂ ਨੂੰ ਮੈਂ ਇੱਕੋ ਹੀ ਸਲਾਹ ਦੇਣੀ ਚਾਹੂੰਗੀ ਕਿ ਕਦੇ ਵੀ ਤੁਸੀਂ ਜੇ ਤੁਹਾਨੂੰ ਬਾਂਝਪਨ ਦੀ ਸਮੱਸਿਆ ਹੈ, ਤੁਸੀਂ ਕਦੇ ਹਤਾਸ਼ ਹੋ ਕੇ ਨਾ ਬੈਠੋ।
ਚੰਗੇ ਡਾਕਟਰ ਤੋਂ ਓਪੀਨੀਅਨ ਲਓ, ਸਾਰੇ ਮਤਲਬ ਕੋਈ ਵੀ ਨਸ਼ੇ ਤੋਂ ਕਿਸੇ ਵੀ ਚੀਜ਼ ਤੋਂ ਦੂਰ ਰਹੋ, ਠੀਕ ਹੈ ਨਾ, ਹੈਲਦੀ ਲਾਈਫਸਟਾਈਲ ਬਿਤਾਓ, ਹੈਲਦੀ ਖਾਣਾ ਖਾਓ, ਐਕਸਰਸਾਈਜ਼ ਕਰੋ ਲਾਈਫ ਵਿੱਚ, ਕੋਈ ਵੀ ਯੋਗਾ ਮੈਡੀਟੇਸ਼ਨ ਕੁਝ ਵੀ ਕਰੋ ਤਾਂ ਕਿ ਤਣਾਅ ਦੂਰ ਹੋਏ। ਉਹਦੇ ਨਾਲ ਜਿਹੜਾ ਹੈ ਤੁਹਾਡੇ ਪ੍ਰੈਗਨੈਂਸੀ ਦੇ ਚਾਂਸ ਵੱਧ ਜਾਣਗੇ। ਜੀ ਡਾਕਟਰ ਸੁਮਿਤਾ ਸੋਫਾ ਜੀ, ਤੁਸੀਂ ਸਾਡੇ ਸ਼ੋਅ ਹੈਲਥ ਇਜ਼ ਵੈਲਥ ਵਿੱਚ ਆਏ, ਬਹੁਤ ਅੱਛੀ ਜਾਣਕਾਰੀ ਦਿੱਤੀ, ਕੁਝ ਅਜਿਹੀ ਬਰੀਕੀਆਂ ਦੱਸੀਆਂ ਜੋ ਸ਼ਾਇਦ ਲੋਕਾਂ ਨੂੰ ਨਹੀਂ ਪਤਾ, ਆਮ ਲੋਕਾਂ ਵਿੱਚ ਉਹ ਵਹਿਮ ਭਰਮ ਹੀ ਨੇ, ਉਹਨਾਂ ਵਹਿਮਾਂ ਭਰਮਾਂ ਨੂੰ ਵੀ ਤੁਸੀਂ ਦੂਰ ਕੀਤਾ ਹੈ।